मिसाल के तौर पर गल कही जाती सी अक्सर ही मुख मंत्री साहब वालों कि गिरदौरियां जिहड़ियां ने बाद चों होणियां चाहीदियां ने, मुआवजे पहलां मिलने चाहिए। केंद्र दी सरकार जिम्मेवार है। जब तक केंद्र इनू कुदरती आपदा नहीं ऐलानदा असीं कुदरती आपदा फंड नहीं वरत सकते। ਅਸੀਂ ਪੱਗਾਂ ਲਾ ਕੇ ਰੱਖੀਏ ਉਹਨਾਂ ਦੇ ਪੈਰਾਂ ਵਿੱਚ, ਫੇਰ ਮੁਆਵਜ਼ਾ ਮਿਲੂਗਾ। ਇਹਦਾ ਮਤਲਬ ਪੰਜਾਬ ਹਿੱਸਾ ਨਹੀਂ ਦੇਸ਼ ਦਾ। ਜਿਹੜਾ ਪੰਜਾਬੀ ਮਰਦਾ ਹੈ, ਜਿਹੜਾ ਬਾਰਡਰ ਤੇ ਮਰਦਾ ਹੈ। किसान तो मर रहे, किसान तो अज मुहताज हो गया आपदे रिश्तेदारां अगे, किसान तो आपदे बच्चों की दवाई लई मुहताज हो गया। ਜਿਹੜੇ ਸਾਡੇ ਰੁਸ਼ਨਾਉਣੇ ਦਾ ਕੀ ਸੀ, ਸਾਡੇ ਦਾ ਤੁਸੀਂ ਕਹਿੰਦੇ ਹੁੰਦੇ ਪ੍ਰੀਤਮ ਸਿੰਘ ਵਰਗਿਆਂ ਦੇ ਚੁੱਲ੍ਹੇ ਵੀ ਉਜਾੜ ਦਿੱਤੇ। ਜਿਹੜੀ ਗਵਰਨਮੈਂਟ ਆਫ ਪੰਜਾਬ ਹੈ ਉਹਨਾਂ ਨੇ ਸੈਂਟਰ ਗਵਰਨਮੈਂਟ ਅੱਗੇ ਗਾਣਾ ਹੈ। ਇਹ ਕਹਿੰਦੇ ਵੀ ਅਸੀਂ ਉਹਨਾਂ ਤੋਂ ਭੀਖ ਨਹੀਂ ਮੰਗਣੀ, ਸਾਡਾ ਕਿਸਾਨ ਭੀਖ ਮੰਗ ਲੇ, ਸਾਡੇ ਕਿਸਾਨ ਦੀਆਂ ਅਸੀਂ ਲੱਤਾਂ ਤੋੜ ਦਈਏ, ਅਸੀਂ ਆਪਦੇ ਕਿਸਾਨ ਨੂੰ ਟਰਾਲੀਆਂ ਥੱਲੇ ਦੜ ਦਈਏ, ਪਰ ਅਸੀਂ ਕੇਂਦਰ ਮੂਹਰੇ ਇਹ ਨਹੀਂ ਕਹਿਣਾ ਵੀ ਸਾਨੂੰ ਇੰਨੇ 1000 ਕਰੋੜ ਦਾ ਤੁਸੀਂ ਰਿਲੀਫ ਫੰਡ ਦੇ ਦਿਓ। ਹੁਣੇ ਬੱਬੀ ਬਾਦਲ ਜੀ ਕਹਿ ਰਹੇ ਸੀ ਕਿ ਸਾਡੇ ਕੇਂਦਰ ਨੇ ਹੱਥ ਬੰਨੇ ਹੋਏ ਆ। ਬੱਬੀ ਬਾਦਲ ਜੀ ਜਾਂ ਤਾਂ ਆਪਣੇ ਸੀਐਮ ਦਾ ਵਿਰੋਧ ਕਰੋ, ਉਹਦੇ ਕੋਲੋਂ ਅਸਤੀਫਾ ਮੰਗੋ, ਜਾਂ ਫਿਰ ਤੁਸੀਂ ਇਹ ਗੱਲਾਂ ਨਾ ਕਰੋ। ਕੇਰਲਾ ਨੂੰ ਤੁਸੀਂ ਐਡਵਾਂਸ ਰਿਲੀਫ ਫੰਡ ਦੇ ਸਕਦੇ ਹੋ 600 ਕਰੋੜ ਰੁਪਏ ਦਾ, ਤੇ ਪੰਜਾਬ ਨੂੰ ਦੇ ਕੇ ਕਿਉਂ ਭਾਜਪਾ ਰੈਡੀ ਨਹੀਂ ਹੈ? ਜੇ ਪੰਜਾਬ ਸਰਕਾਰ ਨਹੀਂ ਮੰਗ ਰਹੀ ਪੈਸਾ, ਗਲਤੀ ਉਹਨਾਂ ਦੀ, ਉਹ ਇਨਕੰਪੀਟੈਂਟ ਤੇ ਐਕਸਪੀਰੀਅੰਸਡ ਹੈ, ਲੇਕਿਨ ਇਹਦਾ ਖਾਮਿਆਜ਼ਾ ਪੰਜਾਬ ਨੂੰ ਕਿਉਂ ਭੁਗਤਣਾ ਪੈ ਰਿਹਾ ਹੈ? ਕਿਉਂਕਿ ਜਦੋਂ ਇਹਨਾਂ ਦੀ ਸਰਕਾਰ ਨਹੀਂ ਬਣੀ ਸੀ ਉਦੋਂ ਤਾਂ ਇਹ ਵੀ ਕਹਿੰਦੇ ਸੀ ਗਰਦਾਰੀ ਬਾਅਦ ਚ ਹੁੰਦੀ ਰਹੂਗੀ, ਪਹਿਲਾਂ ਮੁਆਵਜ਼ਾ ਹੋਣਾ ਚਾਹੀਦਾ ਹੈ। ਸਰਕਾਰ ਬਣ ਗਈ ਤਾਂ ਇਹਨਾਂ ਦੇ ਜਿਹੜੇ ਸੁਰ ਹੈ ਉਹ ਵੀ ਬਦਲ ਗਏ। ਖਡਿਆਲ ਸਾਹਿਬ 50,000 ਰੁਪਇਆ ਮੁਆਵਜ਼ਾ ਦੇ ਰਹੇ ਨੇ। ਪਿਛਲੇ ਕਿੰਨੇ ਸਾਲਾਂ ਤੋਂ ਇਹਨਾਂ ਦੀਆਂ ਸਰਕਾਰਾਂ ਕਦੇ 50,000 ਰੁਪਇਆ ਮੁਆਵਜ਼ਾ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਕਾਰਾਂ ਨੇ ਦਿੱਤਾ, ਕਦੇ 50,000 ਰੁਪਇਆ ਇਹਨਾਂ ਦੇ ਕਾਂਗਰਸੀ ਕਿਸੇ ਮੁੱਖ ਮੰਤਰੀ ਨੇ ਦਿੱਤਾ। ਸਿਰਫ ਡਿਬੇਟਾਂ ਦੇ ਵਿੱਚ ਵੱਡੀਆਂ ਗੱਲਾਂ ਕਰਕੇ ਤੌਹਮਤਾਂ ਲਾ ਕੇ ਇੱਕ ਦੂਜੇ ਤੇ ਕਿਸਾਨ ਦਾ ਅੱਜ ਕੋਈ ਵਾਲੀ ਵਾਰਸ ਨਹੀਂ। ਕਿਸਾਨ ਕਹਿੰਦੇ ਹੁੰਦੇ ਆ ਬੇਬਸ ਹੋ ਚੁੱਕਿਆ, ਕਿਸਾਨ ਦੇ ਕੋਲੇ ਕੋਈ ਚਾਰਾ ਨਹੀਂ ਰਹਿ ਗਿਆ ਧਰਨਿਆਂ ਤੋਂ ਬਿਨਾਂ। 218 ਕਰੋੜ ਕੁਛ ਵੀ ਨਹੀਂ ਹੈ ਜੋ ਪੰਜਾਬ ਦਾ ਨੁਕਸਾਨ ਹੋਇਆ। 218 ਕਰੋੜ ਤਾਂ ਸ਼ਾਇਦ ਇੱਕ ਜ਼ਿਲ੍ਹੇ ਦਾ ਵੀ ਪੂਰਾ ਨੁਕਸਾਨ ਨਹੀਂ ਭਰ ਸਕਦਾ। ਸੋ ਇਸ ਕਰਕੇ ਜੋ ਵੀ ਮੈਕਸਿਮਮ ਹੈ, ਅਸੀਂ ਤਾਂ ਚਾਹਾਂਗੇ ਪੰਜਾਬ ਨੂੰ 20। ਫਿਰ ਇਹਦਾ ਮਤਲਬ ਇਹ ਹੋਇਆ ਵੀ ਜਿਨ੍ਹਾਂ ਨੇ ਅਸੈਸਮੈਂਟ ਕਰਕੇ 218 ਕਰੋੜ ਦਿੱਤਾ ਹੈ ਉਹ ਪੰਜਾਬ ਲਈ ਹਮਦਰਦੀ ਰੱਖਦੇ ਨਹੀਂ, ਜਾਂ ਉਹਨਾਂ ਨੂੰ ਪੰਜਾਬ ਦੀ ਜੀਓਗ੍ਰਾਫੀਕਲ ਕੰਡੀਸ਼ਨ ਦਾ ਹੀ ਨਹੀਂ ਪਤਾ ਹੈਗਾ। ਉਹ ਵਿਦਆਊਟ ਅਸੈਸਮੈਂਟ ਸੀ, ਉਹ ਵਿਦਆਊਟ ਅਸੈਸਮੈਂਟ ਸੀ। ਸੈਂਟਰ ਨੂੰ ਤੁਸੀਂ ਕਿਹਾ ਇੱਕ ਦਫਾ ਵੀ ਤੁਸੀਂ ਮਤਰਈ ਵਾਲਾ ਸਲੂਕ ਕਰ ਰਹੇ ਹੋ, ਗਲਤ ਕਰ ਰਹੇ ਹੋ, ਤੇ ਜੇ ਕਿਹਾ ਤੇ ਉਹਦੇ ਬਾਵਜੂਦ ਉਹਨਾਂ ਨੇ ਫੇਰ ਨਹੀਂ ਪੈਸੇ ਭੇਜੇ ਤਾਂ ਮਤਲਬ ਤੁਹਾਡੀ ਬੁੱਕਤ ਹੀ ਕੋਈ ਨਹੀਂ ਹੈ। ਬਾਦਲ ਸਾਹਿਬ ਕੋਲ ਇੱਕ ਲੈਟਰ ਮੰਗ ਲਓ ਜਿਹਦੇ ਚ ਇਹਨਾਂ ਨੇ ਇਹ ਗੱਲ, ਪੰਜਾਬ ਸਰਕਾਰ ਨੇ ਖੁਦ ਇਹਨੂੰ ਡਿਜ਼ਾਸਟਰ ਜਿਹੜਾ ਹੈਗਾ ਕੋਸ਼ਿਸ਼ ਕਰ ਦਿੱਤਾ, ਨੈਚੁਰਲ ਡਿਜ਼ਾਸਟਰ ਨੂੰ ਕੋਸ਼ਿਸ਼ ਕੀਤਾ, ਅਜੇ ਤੱਕ ਨਹੀਂ ਕੀਤਾ ਇਹਨਾਂ ਨੇ। ਇਹ ਤਾਂ ਮੰਨ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਗੱਲ ਕਿਸਾਨ ਦੀ ਉਸ ਅੰਨਦਾਤੇ ਦੀ ਜਿਹੜਾ ਮੁੜ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਰਚੇ ਤੇ ਡਟਣ ਲਈ ਮਜਬੂਰ ਹੋਇਆ। ਮੁੜ ਤੋਂ ਸ਼ਹਾਦਤਾਂ ਦਾ ਜਾਨਾਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕੁਝ ਸਮਾਂ ਪਹਿਲਾਂ ਲਗਾਤਾਰ ਸਾਲ ਤੋਂ ਵੱਧ ਜਿਹੜਾ ਧਰਨਾ ਕੇਂਦਰ ਦੇ ਖਿਲਾਫ, ਸਰਕਾਰ ਦੇ ਖਿਲਾਫ ਜਿਹੜਾ ਉਹ ਲੱਗਿਆ ਸੀ, ਉਦੋਂ ਵੀ ਸੈਂਕੜੇ ਕਿਸਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਤੇ ਹੁਣ ਇਹ ਸਿਲਸਿਲਾ ਜਿਹੜਾ ਹੈ ਉਹ ਲੌਂਗੋਵਾਲ ਤੋਂ ਪ੍ਰੀਤਮ ਸਿੰਘ ਲੌਂਗੋਵਾਲ ਦੇ ਰੂਪ ਦੇ ਵਿੱਚ ਸ਼ੁਰੂ ਹੋਇਆ। ਔਰ ਹੁਣੇ ਜਦੋਂ ਅਸੀਂ ਇਹ ਚਰਚਾ ਆਰੰਭੀ ਤਾਂ ਉਦੋਂ ਖਬਰ ਆਈ ਕਿ ਹਰਿਆਣੇ ਵੱਲੋਂ ਆ ਰਹੀ ਕੁਝ ਜਥੇਬੰਦੀਆਂ ਦੇ ਇੱਕ ਸਪੋਰਟਰ ਦੀ ਅੰਗ ਵੀ ਜਿਹੜਾ ਹੈ ਉਹ ਵੱਢਿਆ ਗਿਆ ਟਰੈਕਟਰ ਦੇ ਥੱਲੇ ਆਉਣ ਕੇ, ਕਿਉਂਕਿ ਬੱਸ ਦੇ ਉੱਤੇ ਪੁਲਿਸ ਵਾਲੇ ਪਿੱਛਾ ਕਰ ਰਹੇ ਸੀ। ਹੁਣ ਗੱਲ ਇਹ ਹੈ ਕਿ ਇਸ ਅੰਨਦਾਤੇ ਨੂੰ ਜਿਹੜਾ ਲੋਕਾਂ ਲਈ ਅੰਨ ਪੈਦਾ ਕਰਦਾ ਹੈ, ਆਪਣੇ ਅੰਨ ਦੀਆਂ ਮੁਸ਼ਕਲਾਂ ਨਾਲ, ਆਪਣੀਆਂ ਮੁੱਢਲੀਆਂ ਜ਼ਰੂਰਤਾਂ ਦੇ ਨਾਲ ਜੂਝਦਾ ਹੋਇਆ, ਜ਼ਿੰਦਗੀ ਦੇ ਵਿੱਚ ਪੈਦਾ ਹੋਈ ਥੁੜ ਦੇ ਕਾਰਨ ਕਿੰਨੇ ਹੀ ਪਾਪੜ ਵੇਲਦਾ ਹੈ, ਪਰ ਅਖੀਰ ਜਦੋਂ ਉਹਨੂੰ ਕੋਈ ਰਾਹ ਨਹੀਂ ਲੱਭਦਾ, ਜਾਂ ਤਾਂ ਉਹ ਰੱਸਾ ਚੱਕ ਲੈਂਦਾ, ਜਾਂ ਮੋਨੋ ਚੱਕ ਲੈਂਦਾ, ਜਾਂ ਫਿਰ ਉਹ ਸੰਘਰਸ਼ ਦੇ ਰਾਹ ਪੈ ਕੇ ਆਪਣੀ ਜਾਨ ਦੇ ਦਿੰਦਾ ਹੈ, ਜਾਂ ਫਿਰ ਸਰਕਾਰਾਂ ਦਾ ਪਿੱਟ ਸਿਆਪਾ ਕਰਦਾ, ਹਾਏ ਦੁਹਾਈ ਕਰਦਾ ਹੈ। ਪਰ ਬਦਲੇ ਦੇ ਵਿੱਚ ਉਸ ਨੂੰ ਮਿਲਦਾ ਕੀ ਹੈ? ਮਿਲਦਾ ਉਹ ਤਸਵੀਰਾਂ ਜਿਹੜੀਆਂ ਕਿ ਹੁਣ ਤੁਸੀਂ ਸਕਰੀਨ ਤੇ ਵੇਖੋਗੇ। ਉਹਨੂੰ ਉਹ ਸਰਕਾਰੀ ਨਿਜ਼ਾਮ ਦੀਆਂ ਡਾਂਗਾਂ ਮਿਲਦੀਆਂ ਨੇ, ਉਸ ਨੂੰ ਧੱਕੇ ਮਿਲਦੇ ਆ, ਧੌਲੇ ਮਿਲਦੇ ਆ, ਧੱਫੇ ਮਿਲਦੇ ਆ। ਹੁਣ ਗੱਲ ਇਹ ਸਾਹਮਣੇ ਆ ਰਹੀ ਸੀ ਕਿ ਉਸ ਕਿਸਾਨ ਦੇ ਉੱਤੇ ਪਰਚਾ ਹੋਵੇਗਾ ਜਿਹੜਾ ਟਰੈਕਟਰ ਚਲਾ ਰਿਹਾ ਸੀ,
ਜਿਹਦੇ ਕਰਕੇ ਉਸ ਪ੍ਰੀਤਮ ਸਿੰਘ ਲੌਂਗੋਵਾਲ ਦੀ ਜਾਨ ਗਈ ਹੈ। ਪਰ ਕਿਸੇ ਨੇ ਇਹ ਸਵਾਲ ਨਹੀਂ ਕੀਤਾ ਕਿ ਉਸ ਕਿਸਾਨ ਦੇ ਉੱਤੇ ਪਰਚਾ ਹੀ ਕਿਉਂ, ਉਸ ਪੁਲਿਸ ਵਾਲਿਆਂ ਦੇ ਉੱਤੇ ਕਿਉਂ ਨਹੀਂ, ਜਾਂ ਉਹ ਪੁਲਿਸ ਵਾਲਿਆਂ ਨੂੰ ਐਕਟਿਵ ਕਰਨ ਵਾਲਿਆਂ ਉੱਤੇ ਕਿਉਂ ਨਹੀਂ ਜਿਨ੍ਹਾਂ ਨੇ ਡਾਂਗਾ ਮਾਰੀਆਂ, ਜਿਨ੍ਹਾਂ ਨੇ ਉੱਥੇ ਮਾਹੌਲ ਜਿਹੜਾ ਹੈ ਹਾਏ ਤੌਬਾ ਦਾ ਕ੍ਰੀਏਟ ਕੀਤਾ, ਜਿਨ੍ਹਾਂ ਨੇ ਉੱਥੇ ਮਾਹੌਲ ਨੂੰ ਇੰਨਾ ਪੈਨਿਕ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਇੱਕੋ ਦਮ ਜਿਹੜਾ ਹੈ ਉਹ ਹਫੜਾ ਤਫੜੀ ਦੇ ਵਿੱਚ ਟਰੈਕਟਰ ਟਰਾਲੀਆਂ ਭਜਾਣੀਆਂ ਪਈਆਂ। ਕੋਈ ਐਡਾ ਬੇਦਰਦ ਤਾਂ ਨਹੀਂ ਹੋਏਗਾ, ਕੋਈ ਐਡਾ ਆਪਣੇ ਦੀ ਜਾਨਲੇਵਾ ਤਾਂ ਨਹੀਂ ਹੋਏਗਾ ਜਿਹੜੇ ਧਰਨੇ ਤੇ ਸੰਘਰਸ਼ ਤੇ ਆਪਣੀ ਜ਼ਿੰਦਗੀ ਨੂੰ ਬਚਾਉਣ ਦੀਆਂ ਤਰਕੀਬਾਂ ਦੇ ਨਾਲ ਤਰਤੀਬਾਂ ਦੇ ਨਾਲ ਉੱਥੇ ਤੁਰੇ ਹੋਣ ਤੇ ਉਹ ਆਪਣੇ ਦੀ ਜਾਨ ਲੈ ਲੈਣ। ਸ਼ਾਇਦ ਐਡਾ ਜ਼ਾਲਮ ਕੋਈ ਨਹੀਂ ਹੋਏਗਾ। ਇੱਕ ਵਾਰੀ ਫਿਰ ਤੋਂ ਜਿਹੜਾ ਹੈ ਹੁਣ ਧਰਨੇ ਦੇ ਉੱਤੇ ਅੰਨਦਾਤਾ ਜਿਹੜਾ ਹੈ ਉਹ ਇਸ ਰਾਹ ਦੇ ਉੱਤੇ ਆਇਆ ਤੇ ਇਸ ਵਾਰ ਟੀਚਾ ਚੰਡੀਗੜ੍ਹ ਦਾ ਹੈ, ਪੰਜਾਬ ਸਰਕਾਰ ਦਾ, ਪਰ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਕੇਂਦਰ ਵੱਲ ਕਿਉਂ ਨਹੀਂ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡਾ ਕੇਂਦਰ ਦੇ ਖਿਲਾਫ ਵੀ ਹੈ। ਕਿਸਾਨਾਂ ਦੀਆਂ ਕੁਝ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਉੱਤੇ ਪੰਛੀ ਝਾਤ ਮਾਰਾਂਗੇ। ਕਿਸਾਨਾਂ ਦੀਆਂ ਜਿਹੜੀਆਂ ਪ੍ਰਮੁੱਖ ਮੰਗਾਂ ਨੇ ਉਹਨਾਂ ਦੇ ਵਿੱਚ ਇਹ ਹੈ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੇ 1 ਸਾਲ ਲਈ ਸਾਰੇ ਕਰਜ਼ੇ ਤੇ ਲੀਕ ਮਾਰੀ ਜਾਵੇ, ਈਵਨ ਕਿ ਵਿਆਜ ਦਰ ਵੀ ਜਿਹੜੇ ਮਾਫ ਹੋਵੇ। ਕੇਂਦਰ ਸਰਕਾਰ ਸਾਰੀਆਂ ਫਸਲਾਂ ਦਾ MSP ਗਰੰਟੀ ਕਾਨੂੰਨ ਤੁਰੰਤ ਬਣਾ ਕੇ ਜਿਹੜਾ ਹੈ ਲਾਗੂ ਕਰੇ, ਜਿਹੜਾ ਧਰਨਾ ਚੁਕਵਾਉਣ ਲਈ ਉਦੋਂ ਕਿਹਾ ਗਿਆ ਸੀ। ਔਰ ਪ੍ਰਭਾਵਿਤ ਹੋਏ ਜਿਹੜੇ ਬੋਰਵੈਲ ਨੇ, ਜਿਹੜੇ ਬੋਰ ਖੜ ਗਏ ਨੇ, ਦਬ ਗਏ ਨੇ, ਉਹਨਾਂ ਦੇ ਸਾਰੇ ਖਰਚੇ ਦਾ ਪ੍ਰਬੰਧ ਕੀਤਾ ਜਾਵੇ। ਹੜ੍ਹਾਂ ਨਾਲ ਵਹਿ ਕੇ ਖੇਤਾਂ ਲਈ ਵੀ ਵਿਸ਼ੇਸ਼ ਪੈਕੇਜ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ। ਜਿਹੜੇ ਘਰ ਢਹਿ ਗਏ ਆ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ। ਔਰ ਜਿਨ੍ਹਾਂ ਖੇਤਾਂ ਦੇ ਵਿੱਚ ਰੇਤਾ ਭਰ ਗਿਆ ਉਹਨਾਂ ਲਈ ਮਾਈਨਿੰਗ ਦਾ ਪ੍ਰਬੰਧ ਹੋਵੇ। ਕਈ ਜਗ੍ਹਾ 4-4 5-5 ਫੁੱਟ ਰੇਤਾ ਭਰਿਆ। ਔਰ ਹੜ੍ਹਾਂ ਲਈ ਕੇਂਦਰ ਸਰਕਾਰ ਤੋਂ 50,000 ਕਰੋੜ ਦਾ ਵਿਸ਼ੇਸ਼ ਪੈਕੇਜ ਦੀ ਵੀ ਮੰਗ ਰੱਖੀ ਗਈ ਹੈ। ਔਰ ਇਹ ਵੀ ਗੱਲ ਕਹੀ ਗਈ ਹੈ ਕਿ ਘੱਗਰ ਦਰਿਆ ਦੇ ਪਲਾਨ ਅਨੁਸਾਰ ਸਾਰੇ ਦਰਿਆਵਾਂ ਦਾ ਹੱਲ ਜਿਹੜਾ ਉਹ ਸਰਕਾਰ ਪੱਕਾ ਕਰ ਦੇਵੇ, ਉਹ ਕੱਚੇ ਬੰਨ ਮੁੜ ਲਾਉਣ ਦੀ ਨੌਬਤ ਨਾ ਆਵੇ। ਹੜ੍ਹਾਂ ਨਾਲ ਖਰਾਬ ਹੋਈਆਂ ਫਸਲਾਂ ਦਾ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਮੰਗਿਆ ਗਿਆ। ਮਾਰੇ ਗਏ ਜਿਹੜੇ ਪਸ਼ੂ ਨੇ, ਦੁਧਾਰੂ ਪਸ਼ੂ ਨੇ, ਹੋਰ ਪਸ਼ੂ ਨੇ, ਉਹਨਾਂ ਦਾ 1 ਲੱਖ, ਢਹਿ ਚੁੱਕੇ ਘਰਾਂ ਦਾ 5 ਲੱਖ ਰੁਪਏ ਮੁਆਵਜ਼ਾ। ਔਰ ਹੜ੍ਹਾਂ 'ਚ ਹੋਏ ਜਾਨੀ ਨੁਕਸਾਨ ਲਈ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੀ ਮੰਗ ਜਿਹੜੀ ਹੈ ਉਹ ਕੀਤੀ ਗਈ ਹੈ। ਇਹ ਤਾਂ ਨੇ ਮੰਗਾਂ। ਇਸ ਤੋਂ ਬਾਅਦ ਕੁਝ ਸਵਾਲ ਨੇ, ਕਈ ਸਵਾਲ ਜਿਹੜੇ ਕਿ ਅਜਿਹੇ ਹਾਲਾਤ ਤੋਂ ਬਾਅਦ, ਅਜਿਹੀ ਬਿਆਨਬਾਜ਼ੀ ਤੋਂ ਬਾਅਦ ਜਨਮ ਲੈਂਦੇ ਆ। ਉਹ ਸਵਾਲ ਪੁੱਛਣੇ ਵੀ ਅਸੀਂ ਲਾਜ਼ਮ ਸਮਝਾਂਗੇ ਕਿ ਲੋਕਤੰਤਰ ਅੰਦਰ ਪ੍ਰਦਰਸ਼ਨ ਕਰਨਾ ਕੋਈ ਗੁਨਾਹ ਹੈ? ਕੋਈ ਵੀ ਸਰਕਾਰ ਹੋਵੇ ਕਿਸੇ ਵੀ ਖਿਲਾਫ, ਕਿਉਂਕਿ ਸਰਕਾਰਾਂ ਜਦੋਂ ਵਿਰੋਧੀ ਧਿਰ 'ਚ ਹੁੰਦੀਆਂ ਨੇ ਆਪ ਵੀ ਉਹ ਪ੍ਰਦਰਸ਼ਨ ਕਰਦੀਆਂ ਨੇ। ਮੁਆਵਜ਼ੇ ਦੀ ਥਾਂ ਡਾਂਗਾ ਕਿਉਂ ਮਿਲਦੀਆਂ ਨੇ, ਇਹ ਵੀ ਸਵਾਲ ਹੈ। ਕਿਸਾਨਾਂ ਨਾਲ ਵਾਰ-ਵਾਰ ਬੈਠਕਾਂ ਤੋਂ ਬਾਅਦ ਫਿਰ ਆਖਰ ਪੇਚ ਕਿੱਥੇ ਫਸ ਗਿਆ, ਇਹ ਵੀ ਸਵਾਲਾਂ 'ਚੋਂ ਸਵਾਲ ਹੈ। ਲੌਂਗੋਵਾਲ 'ਚ ਗਈ ਕਿਸਾਨ ਦੀ ਜ਼ਿੰਦਗੀ ਦਾ ਜ਼ਿੰਮੇਵਾਰ ਕੌਣ ਹੈ, ਇਹ ਵੀ ਸਵਾਲਾਂ 'ਚੋਂ ਇੱਕ ਸਵਾਲ ਹੈ। ਔਰ ਕੇਂਦਰ ਤੇ ਸੂਬਾ ਸਰਕਾਰਾਂ ਕਿਸਾਨਾਂ ਲਈ ਕਿੰਨਾ ਕੁ ਚਿੰਤਤ ਨੇ, ਇਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਅਸੀਂ ਅੱਜ ਇਸ ਚਰਚਾ 'ਚ ਲਵਾਂਗੇ। ਤੁਹਾਡੇ ਤੋਂ ਵੀ ਨੇ ਕਿ ਧਰਨਿਆਂ ਨਾਲ ਕਿਸਾਨੀ ਮੁੱਦਿਆਂ ਦਾ, ਮਸਲਿਆਂ ਦਾ ਹੱਲ ਹੋਵੇਗਾ, ਇਹ ਵੀ ਸਵਾਲਾਂ 'ਚੋਂ ਇੱਕ ਸਵਾਲ ਹੈ। ਇਹ ਸਾਰਿਆਂ ਦੇ ਜਵਾਬ ਤੁਸੀਂ ਵੀ ਸਾਡੇ ਨਾਲ ਸਾਂਝੇ ਕਰਿਓ ਔਰ ਸਾਰੇ ਜਿੰਨੇ ਪੈਨਲਿਸਟ ਨੇ ਉਹਨਾਂ ਤੋਂ ਲਵਾਂਗੇ। ਪਰ ਉਸ ਤੋਂ ਪਹਿਲਾਂ ਪ੍ਰਮੁੱਖ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਕੀ ਕਹਿਣਾ ਸਰਕਾਰ ਨੂੰ, ਉਹ ਸੁਣ ਲੈਂਦੇ ਹਾਂ। ਈਵਨ ਕੱਲ ਤਾਂ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਲਾਠੀਚਾਰਜ ਤੱਕ ਹੋਇਆ। ਇੱਕ ਕਿਸਾਨ ਦੀ ਡੈਥ ਹੋਈ ਜੋ ਅਤੀ ਨਿੰਦਣਯੋਗ ਹੈ, ਜਿਹਦੇ ਸਬੰਧ 'ਚ ਅਸੀਂ ਸਾਡੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਜੇ ਕਹਿ ਲਈਏ ਕਿ ਡਿਕਟੇਟਰ ਹੈ, ਜਾਂ ਇਹਨੂੰ ਇਹ ਕਹਿ ਲਈਏ ਕਿ ਅੱਜ ਤੱਕ ਦਾ ਸਭ ਤੋਂ ਜ਼ਾਲਮ ਮੁੱਖ ਮੰਤਰੀ, ਤਾਂ ਉਹ ਭਗਵੰਤ ਮਾਨ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ। ਕਿ ਇੱਕ ਪਾਸੇ ਤਾਂ ਲੋਕਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਈ ਜਾ ਰਹੀ ਹੈ, ਇੰਟੈਲੀਜੈਂਸ ਦੇ ਥਰੂ ਵੀ ਪਹੁੰਚਾਈ ਜਾ ਰਹੀ ਹੈ ਕਿ ਸਰਕਾਰ ਇਹ ਕਹਿੰਦੀ ਹੈ ਕਿ ਸਾਡੇ ਕੋਲੇ ਪੈਸਾ ਹੈ ਨਹੀਂ ਕੋਈ, ਕਿਸਾਨਾਂ ਨੂੰ ਦੱਸੋ ਸਾਨੂੰ ਕਿ ਅਸੀਂ ਕਿਸਾਨਾਂ ਦੀ ਸਪੋਰਟ ਕਿਵੇਂ ਕਰ ਸਕਦੇ ਹਾਂ ਪੈਸੇ ਤੋਂ ਬਿਨਾਂ। ਹੁਣ ਮੇਰੀ ਬੇਨਤੀ ਹੈ ਵੀ ਪੈਸੇ ਤੋਂ ਬਿਨਾਂ ਤਾਂ ਫਿਰ ਸਪੋਰਟ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਤੁਸੀਂ ਸਲਫਾਸ ਦੀਆਂ ਗੋਲੀਆਂ ਦਿਓ ਸਾਰੇ ਕਿਸਾਨਾਂ ਨੂੰ, ਵਿਚਾਰੇ ਖਾ ਲੈਣ। ਇਹਨਾਂ ਮੰਗਾਂ ਤੋਂ, ਇਹਨਾਂ ਇਲਜ਼ਾਮਾਂ ਤੋਂ ਬਾਅਦ ਮੁੱਖ ਮੰਤਰੀ ਹੋਰਾਂ ਦੇ ਦਾਅਵੇ ਕੀ ਨੇ, ਹੜ੍ਹਾਂ ਤੋਂ ਬਾਅਦ ਦੇ ਉਹਨਾਂ ਦੇ ਦਾਅਵੇ ਕੀ ਨੇ, ਉਹ ਵੀ ਸੁਣਨੇ ਜ਼ਰੂਰੀ ਨੇ। ਖੇਤੀ ਨੂੰ ਘਾਟੇ ਦਾ ਸੌਦਾ ਨਹੀਂ ਰਹਿਣ ਦੇਵਾਂਗੇ, ਖੇਤੀ ਨੂੰ ਮਜਬੂਰੀ ਦਾ ਧੰਦਾ ਨਹੀਂ ਰਹਿਣ ਦੇਵਾਂਗੇ, ਖੇਤੀ ਕਰਨ ਤੇ ਮਾਣ ਮਹਿਸੂਸ ਹੋਊਗਾ। ਇਹੋ ਜਿਹੀਆਂ ਟੈਕਨੀਕਾਂ ਲੈ ਕੇ ਆ ਰਹੇ ਹਾਂ, ਯੂਨੀਵਰਸਿਟੀਆਂ ਨਾਲ ਗੱਲ ਕਰ ਰਹੇ ਹਾਂ, ਬਾਹਰਲੀਆਂ ਯੂਨੀਵਰਸਿਟੀਆਂ ਨਾਲ ਗੱਲ ਕਰ ਰਹੇ ਹਾਂ। ਪ੍ਰੋਡਕਸ਼ਨ ਕਾਸਟ ਘਟਾਈਏ, ਪ੍ਰੋਡਕਸ਼ਨ ਵਧਾਈਏ। ਆਪਾਂ ਨੂੰ ਕੋਈ ਦੱਸਣ ਹੀ ਨਹੀਂ ਆਉਂਦਾ। ਆ ਵੀ ਮੈਨੂੰ ਕਿਸੇ ਨੇ ਅੱਜ ਪੈਨ ਦੇਤਾ, ਪੈਨ ਮੈਨੂੰ ਰੋਜ਼ ਮਿਲਦੇ ਆ,
ਇਹ ਪੈਨ ਜਿਹੜੇ ਨੇ ਇਹ ਮੈਨੂੰ ਇਹ ਯਾਦ ਕਰਾ ਦਿੰਦੇ ਨੇ ਇਹ ਪੈਨ ਲੋਕਾਂ ਦਾ ਹੈ। ਭਗਵੰਤ ਸਿਆਂ ਹੰਕਾਰ ਨਾ ਕਰ ਬੈਠੀ, ਸੱਚਾਈ ਦਾ ਸੂਰਜ ਪੰਜਾਬ 'ਚ ਚੜ ਗਿਆ, 1.5 ਸਾਲ ਹੋ ਗਿਆ। ਹੁਣ ਇਸ ਸੂਰਜ ਦੀ ਚਮਕ ਜਿਹੜੀ ਹੈ ਉਹ ਗਰੀਬਾਂ ਦੇ ਘਰਾਂ ਤੱਕ ਪਹੁੰਚੂਗੀ। ਇਹ ਕਮੀਆਂ ਦੇ ਵਿਹੜੇ ਚਮਕੂਗਾ ਇਹ ਸੂਰਜ, ਇਹ ਗਰੀਬਾਂ ਦੇ ਵਿਹੜੇ 'ਚ ਚਮਕੂਗਾ, ਇਹ ਕਿਸਾਨਾਂ ਦੇ ਵਿਹੜੇ 'ਚ ਰੌਸ਼ਨੀ ਕਰੂਗਾ। ਆਹ ਕੁਦਰਤੀ ਆਫਤ ਆ ਗਈ, ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਮੈਂ, ਜ਼ਮੀਨ ਦੇ ਵੀ ਦੇਵਾਂਗਾ, ਜੇ ਦੁਬਾਰੇ ਜੀਰੀ ਲਾਉਣੀ ਪੈਗੀ ਦਿਹਾੜੀ ਦੇਵਾਂਗਾ। ਕਿ ਕਿੰਨਾ ਪੈਸਾ ਲੱਗ ਗਿਆ, ਦੁਬਾਰੇ ਕੱਦੂ ਦੇ ਪੈਸੇ ਦੇਵਾਂਗਾ। ਇਹਨਾਂ ਨੂੰ ਪਤਾ ਕੱਦੂ ਦੇ ਪੈਸੇ ਕੀ ਹੁੰਦੇ ਆ। ਸੋ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਨੇ ਉਹ ਮੰਗਾਂ ਨੂੰ ਪੂਰ ਚੜਾਉਣ ਦੇ ਮੁੱਖ ਮੰਤਰੀ ਹੋਰਾਂ ਦੇ ਦਾਅਵੇ ਤਾਂ ਨਜ਼ਰ ਆਉਂਦੇ ਆ, ਪਰ ਜ਼ਮੀਨੀ ਹਕੀਕਤਾਂ ਦੇ ਉੱਤੇ ਲਾਗੂ ਹੁੰਦੇ ਆ ਜਾਂ ਨਹੀਂ ਹੁੰਦੇ ਉਹ ਅੱਜ ਇਸ ਚਰਚਾ ਦੇ ਵਿੱਚ ਜ਼ਿਕਰ ਕਰਨ ਤੋਂ ਬਾਅਦ ਪਤਾ ਲੱਗੂਗਾ। ਆਏ ਹੋਏ ਮਹਿਮਾਨਾਂ ਨਾਲ ਰਸਮੀ ਤਾਰੂਫ ਕਰਵਾਉਂਦਾ ਹੋਇਆ ਉਹਨਾਂ ਦਾ ਚਰਚਾ 'ਚ ਇਸਤਕਬਾਲ ਕਰਾਂਗਾ। ਇਸ ਚਰਚਾ 'ਚ ਆਮ ਆਦਮੀ ਪਾਰਟੀ ਵੱਲੋਂ ਪੱਖ ਰੱਖਣਗੇ ਬੱਬੀ ਬਾਦਲ ਸਾਹਿਬ, ਤੁਹਾਡਾ ਜਿਉ ਆਇਆਂ ਨੂੰ। ਐਡਵੋਕੇਟ APS ਖੜਿਆਲ ਸਾਹਿਬ ਕਾਂਗਰਸ ਦੇ ਮੁੱਖ ਬੁਲਾਰਾ ਨੇ, ਤੁਹਾਡਾ ਸਵਾਗਤ ਹੈ। ਔਰ ਭਾਜਪਾ ਤੋਂ ਡਾਕਟਰ ਅਮਰਜੀਤ ਸਿੰਘ ਥਿੰਦ ਸਾਹਿਬ, ਤੁਹਾਡਾ ਸਵਾਗਤ ਹੈ ਇਸ ਚਰਚਾ ਦੇ ਵਿੱਚ, ਜਿਹੜੇ BJP ਤੋਂ ਗੱਲਬਾਤ ਰੱਖਣਗੇ। ਔਰ ਰਵਨੀਤ ਬਰਾੜ ਜਿਹੜੇ ਆ ਉਹ ਸਾਡੇ ਨਾਲ ਉੱਘੇ ਕਿਸਾਨ ਆਗੂ ਦੇ ਤੌਰ ਤੇ ਜੁੜੇ। ਇਸਤਕਬਾਲ ਹੈ ਇਸ ਚਰਚਾ ਦੇ ਵਿੱਚ। ਸਭ ਤੋਂ ਪਹਿਲਾਂ ਸਵਾਲ ਵੀ ਬੱਬੀ ਤੁਹਾਡੇ ਤੋਂ ਹੈ। ਬੜੇ ਤੁਸੀਂ ਵਾਅਦੇ ਕੀਤੇ, ਬਹੁਤ ਸਾਰਾ ਵੱਡੇ ਵੱਡੇ ਤੁਸੀਂ ਆਯਾਮ ਦਿਖਾਏ ਪੰਜਾਬ ਦੇ ਲੋਕਾਂ ਨੂੰ, ਉਹਦੇ ਰੂਪ ਦੇ ਵਿੱਚ ਤੁਹਾਨੂੰ ਵੋਟਾਂ ਬਹੁਤ ਮਿਲੀਆਂ, ਵਿਧਾਇਕ ਵੀ 92 ਮਿਲ ਗਏ, ਗੱਫਿਆਂ ਦੇ ਗੱਫੇ ਮਿਲ ਗਏ, ਪਰ ਹੁਣ ਲੋਕਾਂ ਨੂੰ ਧੌਲੇ ਤੇ ਧੱਫੇ ਮਿਲ ਰਿਹਾ ਤੁਹਾਡੇ ਰਾਜ ਦੇ ਵਿੱਚ ਵੀ, ਉਹ ਆਖਰ ਕਿਉਂ? ਸਭ ਤੋਂ ਪਹਿਲਾਂ ਤਾਂ ਧਾਲੀਵਾਲ ਸਾਹਿਬ, ਮੈਂ ਬਹਿਸ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਗਹਿਰਾ ਖੇਦ ਵਿਅਕਤ ਕਰਦਾ ਹਾਂ ਜੋ ਲੌਂਗੋਵਾਲ ਸਾਹਿਬ ਦੀ ਮੌਤ ਤੇ ਸਾਡੇ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਕਮੇਟੀ ਮੈਂਬਰ ਜਿਹੜੇ ਕਿ ਹਾਦਸੇ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ, ਟਰਾਲੀ ਦੇ ਨੀਚੇ ਆ ਗਏ, ਉਹਨਾਂ ਦੀ ਮੌਤ ਤੇ ਗਹਿਰਾ ਦੁੱਖ ਹੈ, ਮੰਦਭਾਗੀ ਘਟਨਾ ਹੈ। ਔਰ ਮੁੱਖ ਮੰਤਰੀ ਜੀ ਨੇ ਨਿਰਦੇਸ਼ ਦਿੱਤੇ ਹੈ ਕਿ ਉਹਨਾਂ ਦੇ ਪਰਿਵਾਰ ਲਈ ਜੋ ਸੰਭਵ ਮਦਦ ਹੈ, ਇਨਕਲੂਡਿੰਗ ਕੋਈ ਜੌਬ ਦਾ ਵੀ, ਜੇ ਉਹ ਇੰਟਰਸਟ ਰੱਖਣ ਉਹਨਾਂ ਦੇ ਪਰਿਵਾਰ ਵਿੱਚ ਤਾਂ ਸਰਕਾਰ ਕਰੇਗੀ। ਨੰਬਰ ਦੂਸਰੀ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਜੇ ਆਪਾਂ ਭਾਰਤੀ ਕਿਸਾਨ ਯੂਨੀਅਨ ਦੀ ਵੀ ਸਰਕਾਰ ਬਣਾ ਦਈਏ, ਆਪਾਂ ਡੱਲੇਵਾਲ ਸਾਹਿਬ ਨੂੰ ਵੀ ਮੁੱਖ ਮੰਤਰੀ ਬਣਾ ਦਈਏ, ਤਾਂ ਕਿਸਾਨ ਆਪਣੇ ਸਰਕਾਰ ਦੀ ਇੱਕ ਡਿਊਟੀ ਹੁੰਦੀ ਹੈ ਪਬਲਿਕ ਆਰਡਰ ਨੂੰ ਮੇਨਟੇਨ ਕਰਨਾ। ਸੋ ਅਸੀਂ, ਸਾਡਾ ਲੌਜਿਕ ਬੜਾ ਸਿੰਪਲ ਤੇ ਸਾਫ਼ ਹੈ ਕਿ ਕਿਸਾਨ ਵੀਰੋ ਤੁਸੀਂ ਆਪਣੀ ਸਰਕਾਰ ਬਣਾਈ ਹੈ, ਸਾਨੂੰ ਪਤਾ ਹੈ ਕਿ ਕਿੰਨਾ ਸੰਘਰਸ਼ ਵਿੱਚੋਂ ਦੀ ਅੱਜ ਪੰਜਾਬ ਦਾ ਕਿਸਾਨ ਟੱਪ ਰਿਹਾ ਹੈ। ਪਾਣੀ ਦੇ ਨਾਲ ਜਿੰਨਾ ਹੜ੍ਹ ਦੇ ਨਾਲ ਮਾਰੀ ਗਈ ਹੈ ਕੁਦਰਤ ਵੱਲੋਂ ਵੀ, ਔਰ ਜਿਹੜੇ ਇਹ ਹਾਈਵੇ ਬਣੇ, ਦਾਅਵੇ ਕੀਤੇ ਜਾਂਦੇ ਸੀ, ਜਿਹੜੇ ਬਿਆਨਾਤ ਦਰਜ ਕਰਵਾਏ ਜਾਂਦੇ ਸੀ, ਉਹ ਮਹਿਜ਼ ਵੋਟਾਂ ਲੈਣ ਲਈ ਸੀ। ਮਿਸਾਲ ਦੇ ਤੌਰ ਤੇ ਗੱਲ ਕਹੀ ਜਾਂਦੀ ਸੀ ਅਕਸਰ ਹੀ ਮੁੱਖ ਮੰਤਰੀ ਸਾਹਿਬ ਵੱਲੋਂ ਕਿ ਗਰਦੌਰੀਆਂ ਜਿਹੜੀਆਂ ਨੇ ਉਹ ਬਾਅਦ ਚੋਂ ਹੋਣੀਆਂ ਚਾਹੀਦੀਆਂ ਨੇ, ਮੁਆਵਜ਼ੇ ਪਹਿਲਾਂ ਮਿਲਣੇ ਚਾਹੀਦੇ ਆ। ਧਾਲੀਵਾਲ ਸਾਹਿਬ, ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ। ਮੈਂ ਕਹਿ ਰਿਹਾ ਦਾਅਵੇ ਨਾਲ, ਸੁਣੋ, ਬਹੁਤੀਆਂ ਜਿਹੜੀਆਂ ਮੰਗਾਂ ਕਿਸਾਨਾਂ ਦੀਆਂ, ਬਹੁਤੀਆਂ ਮੰਗਾਂ ਪੂਰੀਆਂ ਕਰਨੀਆਂ ਕੇਂਦਰ ਨੇ। MSP ਕੇਂਦਰ ਨੇ ਫਿਕਸ ਕਰਨੀ ਹੈ। ਜਿਹੜਾ ਮੁਆਵਜ਼ਾ ਹੈ, ਜਦ ਤੱਕ ਕੇਂਦਰ ਇਹਨੂੰ ਕੁਦਰਤੀ ਆਫਤਾਂ ਨਹੀਂ ਐਲਾਨਦਾ, ਅਸੀਂ ਕੁਦਰਤੀ ਆਫਤਾਂ ਫੰਡ ਨਹੀਂ ਵਰਤ ਸਕਦੇ। ਫੰਡ ਸਾਡੇ ਕੋਲ ਪਏ ਆ, ਲੇਕਿਨ ਵਰਤਣ ਲਈ ਕੁਦਰਤੀ ਆਫਤਾਂ ਫੰਡ ਵਿੱਚ 5-6 ਵਾਰ ਉਹਨਾਂ ਤੋਂ ਪਰਮਿਸ਼ਨਾਂ ਮੰਗ ਲੀਆਂ ਕਿ ਅਸੀਂ ਕੁਦਰਤੀ ਆਫਤਾ ਫੰਡ ਵਰਤਣ ਦੀ ਪਰਮਿਸ਼ਨ ਚਾਹੁੰਦੇ ਹਾਂ। ਲੇਕਿਨ ਦੇਖੋ ਕੇਂਦਰ ਦੀ ਕਿੰਨੀ ਮਾੜੀ ਸਿਆਸਤ ਹੈ। ਪੰਜਾਬ ਦੇ ਕਿਸਾਨਾਂ ਨੂੰ ਸ਼ਾਇਦ ਕੇਂਦਰ ਉਹ ਕਿਸਾਨੀ ਸੰਘਰਸ਼ ਦੀ ਸਜ਼ਾ ਦੇਣਾ ਚਾਹੁੰਦਾ ਹੈ ਜਿਹੜਾ ਕਿ ਜਿਹਦੇ ਪਿੱਛੇ ਕਿਸਾਨਾਂ ਦੇ BJP ਸਰਕਾਰ ਨੂੰ ਝੁਕਣਾ ਪਿਆ ਸੀ। ਅੱਜ ਉਹਦਾ ਬਦਲਾ ਇਹ ਕੱਢ ਰਿਹਾ ਹੈ ਕਿ ਜੋ ਇਹ ਸਾਡੇ ਕਿਸਾਨਾਂ ਦੇ ਖਿਲਾਫ ਸਾਡੇ ਹੱਥ ਬੰਨੇ ਹੋਏ ਆ ਇਹਨਾਂ ਨੇ। ਨੰਬਰ ਦੂਸਰੀ ਗੱਲ, ਮੈਂ ਕਿਸਾਨ ਵੀਰਾਂ ਨੂੰ ਔਰ ਕਿਸਾਨ ਜਥੇਬੰਦੀਆਂ ਨੂੰ ਕਹਿਣਾ ਚਾਹੁੰਦਾ ਸਾਰੀਆਂ ਨੂੰ ਕਿ ਦੇਖੋ ਬੜਾ ਸੰਵੇਦਨਸ਼ੀਲ ਮਾਹੌਲ ਹੈ, ਪਹਿਲਾਂ ਹੀ ਨੁਕਸਾਨ ਬਹੁਤ ਹੋ ਗਿਆ, ਇਹਨੂੰ ਆਪਾਂ ਸਿਆਸੀ ਤੌਰ ਤੇ ਨਾ ਗਰਮਾਈਏ। ਅਸੀਂ ਮੁਆਵਜ਼ਾ ਇੱਥੋਂ ਤੱਕ ਕਹਿਤਾ, ਖਜ਼ਾਨੇ ਦੇ ਮੂੰਹ ਕਿਸਾਨੀ ਵੱਲ ਸਾਡੇ ਖੋਲੇ ਹੋਏ ਨੇ, ਚਾਹੇ ਕੁਛ ਵੀ ਹੋ ਜਾਏ। ਅਸੀਂ ਕਿਹਾ ਕੇਂਦਰ 1 ਪੈਸਾ ਨਾ ਦੇਵੇ, ਅਸੀਂ ਆਪ ਵਿਕ ਜਾਾਂਗੇ, ਲੇਕਿਨ ਕਿਸਾਨਾਂ ਨੂੰ ਮੁਆਵਜ਼ਾ ਦੇਵਾਂਗੇ। ਨਹੀਂ, ਫਿਰ ਤਾਂ ਇੱਥੇ ਤਾਂ ਗੱਲ ਹੀ ਮੁੱਕ ਜਾਂਦੀ ਹੈ। ਇੱਥੇ ਫਿਰ ਰਵਨੀਤ ਬਰਾੜ ਸਾਹਿਬ ਤੋਂ ਸਵਾਲ ਲੈਣਾ ਬੜਾ ਜ਼ਰੂਰੀ ਹੈ। ਬਰਾੜ ਸਾਹਿਬ, ਜਦੋਂ ਇਹ ਗੱਲ ਕਹੀ ਰਹੇ ਨੇ ਕਿ ਮੁਆਵਜ਼ੇ ਅਸੀਂ ਦੇਵਾਂਗੇ,
ਔਰ ਹਲੇ ਤੱਕ ਪਾਣੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੈਗਾ ਤੇ ਉਤਰ ਵੀ ਰਿਹਾ ਹੈ। ਤੇ ਜਦੋਂ ਪਾਣੀ ਉਤਰ ਜਾਏਗਾ ਗਿਰਦਾਵਰੀਆਂ ਕਰਾ ਕੇ ਅਸੀਂ ਇੱਕ ਇੱਕ ਚੀਜ਼ ਦਾ, ਚਾਹੇ ਕਹਿੰਦੇ ਬੱਕਰੀ ਹੋਵੇ, ਮੱਝ ਹੋਵੇ, ਮੁਰਗੀ ਹੋਵੇ, ਕਿ ਕਿਸੇ ਦਾ ਕੋਈ ਛੋਟਾ ਮੋਟਾ ਜਾਨਵਰ ਪਸ਼ੂ ਪੰਛੀ ਪਾਲਿਆ ਹੋਵੇ, ਉਹਦਾ ਵੀ ਕਹਿੰਦੇ ਮੁਆਵਜ਼ਾ ਦੇਵਾਂਗੇ। ਪਰ ਹੁਣ ਤੁਸੀਂ ਨੁਕਸਾਨ ਦੇ ਉੱਤੇ ਫਿਰ ਨੁਕਸਾਨ ਕਰ ਰਹੇ ਹੋ, ਡੀਜ਼ਲ ਫੂਕ ਰਹੇ ਹੋ, ਦਿਹਾੜੀਆਂ ਪੱਟ ਰਹੇ ਹੋ। ਧਾਲੀਵਾਲ ਸਾਹਿਬ ਦੇਖੋ, ਇੱਕ ਗੱਲ ਦੱਸੋ ਜੀ, ਕਿਸੇ ਦਾ ਦਿਲ ਕਰਦਾ ਹੁੰਦਾ ਵੀ ਆਪਦੇ ਬੱਚਿਆਂ ਨੂੰ ਛੱਡ ਕੇ, ਪਰਿਵਾਰ ਨੂੰ ਛੱਡ ਕੇ, ਆਪਦੀ ਰੋਜ਼ੀ ਰੋਟੀ ਨੂੰ ਛੱਡ ਕੇ ਤੇ ਸੜਕਾਂ ਉੱਤੇ ਆ ਕੇ ਬੈਠ ਜੇ ਤੇ ਦੁਬਾਰਾ ਇਹਦੇ ਲਈ ਕੀ ਇਹਦੇ ਪਿੱਛੇ ਕਾਰਨ ਵੇਖੋ ਕਿੱਡਾ ਵੱਡਾ ਹੈ। ਅੱਜ ਤਕਰੀਬਨ 1.5 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੜ੍ਹ ਆਇਆਂ ਨੂੰ। ਬਾਦਲ ਸਾਹਿਬ ਨਾਲ ਮੇਰੀ ਇਸ ਮਹੀਨੇ ਦੇ ਵਿੱਚ ਹੀ ਤੀਜੀ ਡਿਬੇਟ ਹੈ। ਖੜਿਆਲ ਸਾਹਿਬ ਵੀ ਹਰ ਡਿਬੇਟ ਦੇ ਵਿੱਚ ਸ਼ਾਮਲ ਸੀਗੇ। ਖੜਿਆਲ ਸਾਹਿਬ ਇਸ ਗੱਲ ਦੀ ਗਵਾਹੀ ਭਰਨਗੇ। ਹਰ ਡਿਬੇਟ ਦੇ ਵਿੱਚ ਬਾਦਲ ਸਾਹਿਬ ਨੇ ਇੱਕ ਕਿਹਾ ਵੀ ਅਸੀਂ ਇਹਦੇ ਤੇ ਗਿਰਦਾਵਰੀ ਕਰਾ ਰਹੇ ਹਾਂ। ਜਿਸ ਦਿਨ ਗਿਰਦਾਵਰੀ ਕੰਪਲੀਟ ਹੋ ਗਈ ਉਸੇ ਦਿਨ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਅਸੀਂ ਰਿਲੀਜ਼ ਕਰਾਂਗੇ। ਚਲੋ 1 ਤਰੀਕ ਨੂੰ ਹੋਈ, 10 ਨੂੰ ਹੋਈ, 15 ਤਰੀਕ ਇਹਨਾਂ ਨੇ 10 ਵਾਲੀ ਡਿਬੇਟ ਦੇ ਵਿੱਚ ਮੈਨੂੰ ਕਿਹਾ ਸੀ 15 ਨੂੰ ਅਸੀਂ ਮੁਆਵਜ਼ਾ ਸਾਰੇ ਕਿਸਾਨਾਂ ਨੂੰ ਦੇ ਦਿਆਂਗੇ। ਚਲੋ ਉਹ ਵੀ ਲੰਘ ਗਈ। ਉਸ ਤੋਂ ਬਾਅਦ ਕੀ ਹੁੰਦਾ ਜੀ, 22 ਤਰੀਕ ਦੀ ਜਦੋਂ ਪਹਿਲਾਂ ਮੀਟਿੰਗ ਕਰਦੇ ਆ ਸਰਕਾਰ ਨਾਲ ਤੇ 22 ਤਰੀਕ ਦੀ ਕਾਲ ਦਿੰਦੇ ਆ ਕਿ ਇੱਕ ਤੁਸੀਂ ਧਾਲੀਵਾਲ ਸਾਹਿਬ ਬੜੇ ਜਿਹੜਾ ਕੁਝ ਤੁਸੀਂ ਪਹਿਲਾਂ ਦੱਸਿਆ ਉਹ ਬੜਾ ਵਧੀਆ ਸੁਚਾਰੂ ਢੰਗ ਨਾਲ ਦੱਸਿਆ ਵੀ ਕੀ ਕਨਸਟੀਟਿਊਸ਼ਨਲ ਰਾਈਟ ਨਹੀਂ ਸਾਡੇ ਕੋਲੇ ਵੀ ਆਪਦੀ ਆਵਾਜ਼, ਜੇ ਕੋਈ ਸਰਕਾਰ ਸੁੱਤੀ ਪਈ ਹੈ ਉਹਨੂੰ ਹਲੂਣਨਾ, ਉਹਨੂੰ ਜਗਾਉਣਾ, ਵੀ ਤੁਸੀਂ ਜਿਹੜੇ ਵਾਅਦੇ ਕੀਤੇ ਸੀ। ਕਿਸਾਨ ਤਾਂ ਮਰ ਰਿਹਾ, ਕਿਸਾਨ ਤਾਂ ਅੱਜ ਮੁਹਤਾਜ ਹੋ ਗਿਆ ਆਪਦੇ ਰਿਸ਼ਤੇਦਾਰਾਂ ਅੱਗੇ, ਕਿਸਾਨ ਤਾਂ ਆਪਦੇ ਬੱਚਿਆਂ ਦੀ ਦਵਾਈ ਲਈ ਮੁਹਤਾਜ ਹੋ ਗਿਆ, ਕਿਸਾਨ ਤਾਂ ਅੱਜ ਇਸ ਪੀੜਾ ਦੇ ਵਿੱਚ ਆ ਗਿਆ ਵੀ ਨਾ ਤਾਂ ਉਹਨੂੰ ਕੋਈ ਖੇਤ ਵਾਲੇ ਬੰਨੇ ਕੁਝ ਦਿਸਦਾ ਤੇ ਨਾ ਉਹ ਕਿਸੇ ਆੜਤੀਏ ਕੋਲੇ ਜਾ ਸਕਦਾ। ਤੇ ਜਿਹੜੀ ਤੁਸੀਂ ਕਹਿੰਦੇ ਸੀ ਵੀ ਅਸੀਂ ਕਿਸਾਨ ਦੇ ਕਹਿੰਦੇ ਹੁੰਦੇ ਆ ਸੂਰਜ ਉਹਦੇ ਘਰੇ ਮਗੂਗਾ, ਅਸੀਂ ਉਹਦੇ ਵਿਹੜੇ ਰੁਸ਼ਨਾਵਾਂਗੇ, ਪਰ ਮੈਂ ਤਾਂ ਕਹਿੰਦਾ ਹੁੰਦਾ ਵੀ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਜੀ, ਸਰਦਾਰ ਪ੍ਰੀਤਮ ਸਿੰਘ ਦੇ ਵਿਹੜੇ ਵਿੱਚ ਤੁਸੀਂ ਹਨੇਰਾ ਕਰਤਾ। ਵਿਹੜੇ ਸਾਡੇ ਰੁਸ਼ਨਾਉਣੇ ਤਾਂ ਕੀ ਸੀ, ਸਾਡੇ ਤਾਂ ਤੁਸੀਂ ਕਹਿੰਦੇ ਹੁੰਦੇ ਪ੍ਰੀਤਮ ਸਿੰਘ ਵਰਗਿਆਂ ਦੇ ਚੁੱਲ੍ਹੇ ਵੀ ਉਜਾੜ ਦਿੱਤੇ। ਸੋ ਇਹ ਚੀਜ਼ਾਂ ਧਾਲੀਵਾਲ ਸਾਹਿਬ ਇਹਦੇ ਤੇ ਬੜਾ ਕਹਿੰਦੇ ਹੁੰਦੇ ਸੋਚ ਵਿਚਾਰ ਕਰਨਾ ਪੈਣਾ। ਬਿਆਨਬਾਜ਼ੀ ਕਰਨਾ, ਇੱਕ ਦੂਜੇ ਦੇ ਇੱਕ ਗੱਲ ਹੋਰ ਹੈ ਬਰਾੜ ਸਾਹਿਬ, ਜੋ ਸਰਕਾਰ ਦਾ ਮਲਾਲ ਹੈ ਜਥੇਬੰਦੀਆਂ ਨਾਲ ਜਿਹੜੀ ਪ੍ਰੋਟੈਸਟ ਕਰ ਰਹੀਆਂ ਨੇ ਵੀ ਵਧੇਰੇ ਮੰਗਾਂ ਤਾਂ ਜਿਹੜੀਆਂ ਨੇ ਉਹ ਕੇਂਦਰ ਵੱਲੋਂ ਪੈਂਡਿੰਗ ਨੇ, ਉਹ ਕੇਂਦਰ ਦੇ ਪੱਖ ਦੇ ਵਿੱਚ ਖੜੀਆਂ ਨੇ, ਵੀ ਪ੍ਰੋਟੈਸਟ ਇੱਥੇ ਕਰਨ ਦਾ ਪੰਜਾਬ ਦਾ ਨੁਕਸਾਨ ਕਰਨ ਦਾ ਕੀ ਫਾਇਦਾ, ਵੀ ਕੇਂਦਰ ਦੇ ਖਿਲਾਫ ਹੱਲਾ ਬੋਲੋ। ਧਾਲੀਵਾਲ ਸਾਹਿਬ ਇੱਕ ਗੱਲ ਦੱਸੋ ਜੀ, ਜਿਹੜੀਆਂ ਤੁਹਾਨੂੰ 5-6 ਚੀਜ਼ਾਂ ਲਿਖਾਈਆਂ, ਡਿਜ਼ਾਸਟਰ ਮੈਨੇਜਮੈਂਟ ਦਾ ਫੰਡ ਜਿਹੜੀ ਗਵਰਨਮੈਂਟ ਆਫ ਪੰਜਾਬ ਹੈ ਉਹਨਾਂ ਨੇ ਸੈਂਟਰ ਗਵਰਨਮੈਂਟ ਅੱਗੇ ਗਾਣਾ ਹੈ। ਇਹ ਕਹਿੰਦੇ ਵੀ ਅਸੀਂ ਉਹਨਾਂ ਤੋਂ ਭੀਖ ਨਹੀਂ ਮੰਗਣੀ, ਸਾਡਾ ਕਿਸਾਨ ਭੀਖ ਮੰਗ ਲੇ, ਸਾਡੇ ਕਿਸਾਨ ਦੀਆਂ ਅਸੀਂ ਲੱਤਾਂ ਤੋੜ ਦਈਏ, ਅਸੀਂ ਆਪਦੇ ਕਿਸਾਨ ਨੂੰ ਟਰਾਲੀਆਂ ਥੱਲੇ ਦੜ ਦਈਏ, ਪਰ ਅਸੀਂ ਕੇਂਦਰ ਮੂਹਰੇ ਇਹ ਨਹੀਂ ਕਹਿਣਾ ਵੀ ਸਾਨੂੰ ਇੰਨੇ 1000 ਕਰੋੜ ਦਾ ਤੁਸੀਂ ਰਿਲੀਫ ਫੰਡ ਦੇ ਦਿਓ। ਜੇ ਅਦਰ ਸਟੇਟਸ ਨੂੰ ਮਿਲ ਸਕਦਾ, ਹਿਮਾਚਲ ਨੂੰ ਮਿਲ ਸਕਦਾ, ਜੇ ਹੋਰ ਕਿਤੇ ਕਹਿੰਦੇ ਹੁੰਦੇ ਫਲੱਡ ਆਉਂਦੇ ਉੱਥੇ ਮਿਲਦਾ, ਅੱਜ ਆਪਾਂ ਹਰ ਗੱਲ ਕੇਂਦਰ ਤੇ ਭਾਂਡਾ ਭੰਨੀ ਜਾਓ। ਅਸੀਂ ਤਾਂ ਕਹਿੰਦੇ ਹੁੰਦੇ ਆ ਜੇ ਕੋਈ ਬੱਚਾ ਤਾਂ ਉਹਨੇ ਆਪਦੇ ਮਾਂ-ਪਿਓ ਕੋਲੇ ਜਾਣਾ, ਕਿ ਤੁਸੀਂ ਉਹਨੂੰ ਕਹੋਗੇ ਵੀ ਨਹੀਂ ਤੂੰ ਐ ਕਰ, ਕੋਈ ਹੋਰ ਘਰ ਵੇਖ ਲਾ, ਉੱਥੇ ਜਾ ਕੇ ਮੰਗ ਲਾ, ਸਾਡੇ ਕੋਲ ਨਾ ਹੀ, ਅਸੀਂ ਤਾਂ ਬਸ ਤੈਨੂੰ ਇੱਕ ਕਹਿੰਦੇ ਹੁੰਦੇ ਆ ਜੰਮ ਕੇ ਛੱਡਿਆ ਸੀ ਸੜਕਾਂ ਤੇ, ਹੁਣ ਰੁਲਦਾ ਰਹਿ। ਨਹੀਂ, ਕਈ ਵਾਰੀ ਜੇ ਮਾਪੇ ਨਾ ਸਾਂਭਣ ਫਿਰ ਉੱਤੇ ਦਾਦਾ ਦਾਦੀ ਵੀ ਹੁੰਦੇ ਆ ਕਿ ਕਹਿੰਦੇ ਮੁੱਲ ਨਾਲੋਂ ਵਿਆਜ ਪਿਆਰਾ ਵੀ ਤਾਂ ਹੁੰਦਾ, ਤੇ ਉਹ ਵੀ ਉਹਨਾਂ ਦੇ ਵਿੱਚ ਇੱਕ ਰਸਤਾ ਬਚ ਜਾਂਦਾ। ਖੈਰ ਮੈਂ ਮੁੜ ਤੋਂ ਆਊਂਗਾ ਤੁਹਾਡੇ ਕੋਲ। ਗੱਲ ਅਮਰਜੀਤ ਸਿੰਘ ਥਿੰਦ ਹੋਰਾਂ ਤੋਂ ਸਵਾਲ ਇੱਥੇ ਲੈਣਾ ਬਣਦਾ। ਥਿੰਦ ਸਾਹਿਬ, ਗੱਲ ਇਹ ਹੈ ਵੀ ਸਰਕਾਰਾਂ ਦੇ ਵਿੱਚ ਇੰਨੀ ਈਗੋ ਕਿਉਂ ਆ ਜਾਂਦੀ ਹੈ? ਇੱਕ ਕਹਿੰਦੇ ਅਸੀਂ ਮੰਗਣਾ ਨਹੀਂ, ਦੂਜਾ ਕਹਿੰਦਾ ਬਿਨਾਂ ਮੰਗੇ ਦੇਣਾ ਨਹੀਂ। ਜਿਹੜਾ ਲੋਕਾਂ ਨੂੰ ਅੰਨ ਪੈਦਾ ਕਰਕੇ ਦੇ ਰਿਹਾ ਹੈ ਉਹ ਇਸ ਜੰਗ ਦੇ ਵਿੱਚ ਪਿਸਦਾ ਜਾ ਰਿਹਾ ਹੈ। ਦੇਖੋ ਧਾਲੀਵਾਲ ਸਾਹਿਬ, ਪਹਿਲਾਂ ਤਾਂ ਮੈਂ ਕਹਾਂ ਕਿ ਜਿਹੜੀ ਈਗੋ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੈ, ਇਹਨਾਂ ਦੇ ਲੀਡਰਾਂ ਦੇ ਵਿੱਚ ਹੈ। ਸਾਡੀ ਭਾਜਪਾ ਦੇ ਵਿੱਚ ਜਾਂ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੇ ਵਿੱਚ ਕੋਈ ਨਹੀਂ ਹੈ। ਕੇਂਦਰ ਜਿਹੜੀ ਸਰਕਾਰ ਹੈ ਉਹ ਤਾਂ ਪੂਰੀ ਤਰ੍ਹਾਂ ਜ਼ਿੰਮੇਦਾਰ ਮੰਨਦੀ ਹੈ ਔਰ ਚਾਹੁੰਦੀ ਹੈ ਕਿ ਜਿੰਨਾ ਵੀ ਪੰਜਾਬ ਨੂੰ ਫੰਡ ਦਿੱਤੇ ਜਾ ਸਕਣ ਦਿੱਤੇ ਜਾਣਗੇ। ਔਰ ਉਸ ਦੇ ਨਾਲ ਹੀ ਜਿਹੜੇ ਮੈਂ ਕਹਾਂ ਕਿ ਸਾਡੇ ਜਿਹੜੇ ਸੂਬਾ ਪ੍ਰਧਾਨ ਨੇ ਸੁਨੀਲ ਜਾਖੜ ਜੀ ਨੇ ਵੀ ਕੱਲ੍ਹ ਸਟੇਟਮੈਂਟ ਦਿੱਤੀ ਹੈ ਕਿ ਜਿੰਨਾ ਫੰਡ ਅਸੀਂ ਕੇਂਦਰ ਕੋਲੋਂ ਲਿਆ ਸਕਦੇ ਹੋਏ
ਔਰ ਜਲਦ ਤੋਂ ਜਲਦ, ਕਿਉਂਕਿ ਸਾਨੂੰ ਸੂਬਾ ਸਰਕਾਰ ਤੋਂ ਕੋਈ ਬਹੁਤੀ ਉਮੀਦ ਨਹੀਂ ਹੈ, ਇਸ ਕਰਕੇ ਅਸੀਂ ਬਹੁਤ ਜਲਦ ਸ਼ਾਇਦ ਇਸ ਹਫਤੇ ਦੇ ਐਂਡ ਤੱਕ ਅਸੀਂ ਜਾਵਾਂਗੇ ਔਰ ਜੋ ਵੀ ਮੈਕਸਿਮਮ ਫੰਡ ਅਸੀਂ ਪੰਜਾਬ ਦੇ ਲਈ ਔਰ ਪੰਜਾਬ ਦੇ ਕਿਸਾਨਾਂ ਲਈ ਮੰਗ ਸਕਦੇ ਹਾਂ ਅਸੀਂ ਮੰਗਾਂਗੇ। ਸੋ ਇਸ ਕਰਕੇ ਅਸੀਂ ਜੋ ਹੋ ਰਿਹਾ ਪੰਜਾਬ ਦੇ ਵਿੱਚ ਇਸ ਦੇ ਨਾਲ ਸਾਨੂੰ ਬਹੁਤ ਤਕਲੀਫ ਹੁੰਦੀ ਹੈ। ਸਾਡੇ ਭਰਾ ਕਿਸਾਨ ਭਰਾ ਔਰ ਜੋ ਪ੍ਰੀਤਮ ਸਿੰਘ ਜੀ ਵਰਗੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਾਡੇ ਕੋਲ ਜਾ ਚੁੱਕੇ ਨੇ। ਸੋ ਇਹ ਸਾਰੀ ਮੈਂ ਕਹਾਂਗੇ ਕਿ ਨਲਾਇਕੀ ਆਮ ਆਦਮੀ ਪਾਰਟੀ ਦੀ। ਹੁਣੇ ਬੱਬੀ ਬਾਦਲ ਜੀ ਕਹਿ ਰਹੇ ਸੀ ਕਿ ਸਾਡੇ ਕੇਂਦਰ ਨੇ ਹੱਥ ਬੰਨੇ ਹੋਏ ਆ। ਬੱਬੀ ਬਾਦਲ ਜੀ ਜਾਂ ਤਾਂ ਆਪਣੇ ਸੀਐਮ ਦਾ ਵਿਰੋਧ ਕਰੋ, ਉਹਦੇ ਕੋਲੋਂ ਅਸਤੀਫਾ ਮੰਗੋ, ਜਾਂ ਫਿਰ ਤੁਸੀਂ ਇਹ ਗੱਲਾਂ ਨਾ ਕਰੋ, ਕਿਉਂਕਿ ਤੁਸੀਂ ਤੁਹਾਡਾ ਸੀਐਮ ਸਟੇਜ ਤੇ ਕਿਹਾ ਸੀ ਕਿ ਡਿਜ਼ਾਸਟਰ ਮੈਨੇਜਮੈਂਟ ਫੰਡ ਸਾਡੇ ਕੋਲ ਬਹੁਤ ਪਿਆ, ਸਾਨੂੰ ਕਿਸੇ ਕੋਲ ਕੁਝ ਮੰਗਣ ਦੀ ਲੋੜ ਨਹੀਂ, ਔਰ ਤੁਸੀਂ ਹੁਣ ਕਹਿ ਰਹੇ ਹੋ ਕਿ ਡਿਜ਼ਾਸਟਰ ਮੈਨੇਜਮੈਂਟ ਵਾਸਤੇ ਤੁਹਾਨੂੰ ਕੇਂਦਰ ਅਲਾਓ ਨਹੀਂ ਕਰ ਰਿਹਾ। ਸਟੇਟ ਦਾ ਡਿਜ਼ਾਸਟਰ ਮੈਨੇਜਮੈਂਟ ਸਟੇਟ ਸੀਐਮ ਦੇ ਕੋਲ ਪਾਵਰ ਹੁੰਦੀ ਹੈ। ਔਰ ਤੁਹਾਡੀ ਦੂਸਰੀ ਗੱਲ ਤੁਸੀਂ ਕਿ ਅਸੀਂ ਜਿਹੜੇ ਸੀਗੇ ਕਿ ਹਰ ਇੱਕ ਤਰ੍ਹਾਂ ਸਾਡਾ ਕੇਂਦਰ ਸਾਥ ਨਹੀਂ ਦੇ ਰਿਹਾ। ਜਿੱਦਣ ਤੁਸੀਂ ਸਰਕਾਰ ਬਣਾਈ ਸਟੇਜਾਂ ਦੇ ਵਾਅਦੇ ਕੀਤੇ, ਕੇਂਦਰ ਕੋਲ ਪੁੱਛ ਕੇ ਕਰਵਾਏ ਸੀ, ਬੀਜੇਪੀ ਦੀ ਲੀਡਰਸ਼ਿਪ ਕੋ ਕੀਤੇ ਸੀ। ਬੀਜੇਪੀ ਦੀ ਲੀਡਰਸ਼ਿਪ ਨੂੰ ਤਾਂ ਪੰਜਾਬ ਦੇ ਕਿਸਾਨਾਂ ਨੇ ਜੋ ਕੁਝ ਹੋਇਆ ਉਹਦੇ ਕਰਕੇ ਪਿੱਛੇ ਕੀਤਾ ਔਰ ਤੁਹਾਨੂੰ ਮੌਕਾ ਦਿੱਤਾ। ਅੱਜ ਤੁਸੀਂ ਫੇਰ ਕਹਿ ਰਹੇ ਹੋ ਕਿ ਸਾਡੀ ਗਲਤੀ ਹੈ। ਠੀਕ ਹੈ, ਕਿਸੇ ਹੱਦ ਤੱਕ ਜਿਹੜਾ ਪੰਜਾਬ ਦਾ ਜਾਂ ਦੇਸ਼ ਦਾ ਕਿਸਾਨ ਉਸ ਸਮੇਂ ਸਾਡੇ ਤੋਂ ਨਾਰਾਜ਼ ਸੀ, ਪਰ ਉਸ ਤੋਂ ਬਾਅਦ ਅਸੀਂ ਮਾਫੀ ਮੰਗ ਕੇ ਦੁਬਾਰਾ ਕਿਸਾਨਾਂ 'ਚ ਗਏ ਔਰ ਕਿਸਾਨਾਂ ਦੇ ਮੁੱਦਿਆਂ ਤੇ ਫਿਰ ਤੋਂ ਕੰਮ ਕਰ ਰਹੇ ਹਾਂ ਔਰ ਕਿਸਾਨਾਂ ਦੀ ਤਰੱਕੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਪਰ ਤੁਸੀਂ ਤਾਂ ਯਾਦ ਕਰਾਉਣਾ ਚਾਹੁੰਦਾ 2019 ਜਦੋਂ ਸੀਐਮ ਭਗਵੰਤ ਮਾਨ ਜਦੋਂ ਉਦੋਂ ਐਮਪੀ ਹੁੰਦੇ ਸੀ, ਉਹਨਾਂ ਨੇ ਕਿਹਾ ਸੀ ਕਿ ਅਸੀਂ ਦਿੱਲੀ ਦੇ ਵਿੱਚ 20,000 ਰੁਪਇਆ ਬਿਨਾਂ ਗਰਦੌਰੀ ਤੋਂ ਐਮਰਜੈਂਸੀ ਫੰਡ ਦੇ ਤੌਰ ਤੇ ਦਿੱਲੀ ਦੇ ਕਿਸਾਨਾਂ ਨੂੰ ਦਿੱਤਾ। ਕੀ ਗੱਲ ਪੰਜਾਬ ਦੇ ਕਿਸਾਨਾਂ ਦਾ ਤੁਹਾਡਾ ਕੋਈ ਵਿਰੋਧ ਹੈ? ਕੋਈ ਨਫ਼ਰਤ ਕਰਦੇ ਹੋ ਪੰਜਾਬ ਦੇ ਕਿਸਾਨਾਂ ਨੂੰ? ਤੁਸੀਂ ਅੱਜ ਤੁਸੀਂ ਐਮਰਜੈਂਸੀ ਫੰਡ 1 ਰੁਪਇਆ ਨਹੀਂ ਦੇ ਸਕਦੇ ਇਹਨਾਂ ਨੂੰ। ਤੁਸੀਂ ਪਹਿਲਾਂ ਕਿ ਬਿਨਾਂ ਗਰਦੌਰੀਆਂ ਤੋਂ ਫੇਰ ਕਿ 15 ਅਗਸਤ ਤੱਕ ਗਰਦੌਰੀ ਕਰਾਂਗੇ, ਬੱਕਰੀ ਮਰੀ ਦਾ ਜਿਹੜਾ ਵਿਆਜ ਮੁਆਵਜ਼ਾ ਦੇਵਾਂਗੇ, ਮੁਰਗੀ ਮਰੀ ਤੱਕ ਮੁਆਵਜ਼ਾ ਦੇਵਾਂਗੇ, ਔਰ ਤੁਸੀਂ ਮਜ਼ਾਕ ਕਰ ਰਹੇ ਹੋ। 1 ਰੁਪਇਆ ਕਿਸੇ ਕਿਸਾਨ ਨੂੰ ਨਹੀਂ ਦਿੱਤਾ। ਸਾਹਿਬ ਗੱਲ ਇਹ ਹੈ ਵੀ ਤੁਹਾਡਾ ਵਫਦ ਯਾਨੀ ਕਿ ਇਸ ਹਫਤੇ ਦੇ ਅਖੀਰ ਤੱਕ ਜਾਏਗਾ, ਫਿਰ ਉਸ ਤੋਂ ਬਾਅਦ ਵਫਦ ਨੂੰ ਕੋਈ ਭਰੋਸਾ ਮਿਲੇਗਾ, ਉਸ ਤੋਂ ਬਾਅਦ ਫੰਡ ਮਿਲਦਾ ਜਾਂ ਨਹੀਂ ਮਿਲਦਾ ਉਹ ਤਾਂ ਗੱਲ ਹਲੇ ਜਾਏਗਾ ਨਹੀਂ। ਅਸੀਂ ਦੇਖੋ ਮੈਂ ਕਿਹਾ ਜਾਏਗਾ, ਤੁਸੀਂ ਇਹ ਗੱਲ ਆਖੀ ਹੈ, ਲੈ ਕੇ ਆਵਾਂਗੇ। ਮੈਂ ਇਹੀ ਕਹਿ ਰਿਹਾ ਕਿ ਇਸ ਮਹੀਨੇ ਤੱਕ ਜੋ ਵੱਧ ਤੋਂ ਵੱਧ ਅਸੀਂ ਮਦਦ ਮਨਜ਼ੂਰ ਕਰਵਾ ਸਕਦੇ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕਦਾ। ਸੋ ਇਸ ਚੀਜ਼ ਤੇ ਮੈਂ ਕਿਹਾ। ਔਰ ਵੱਡੀ ਗੱਲ ਹੈ ਕਿ ਜਿਹੜੀ ਹੁਣ ਗੱਲ ਕਰ ਕੇਂਦਰ ਨੇ, ਤੁਹਾਨੂੰ ਭਰੋਸਾ ਹੈ, ਯਕੀਨ ਹੈ ਪੰਜਾਬ ਬੀਜੇਪੀ ਦੇ ਵਫਦ ਨੂੰ ਮੁਆਵਜ਼ਾ ਦੇਣ ਲਈ ਕੇਂਦਰ ਸਰਕਾਰ ਗ੍ਰਾਂਟ ਦੇਣ ਲਈ ਰਾਜ਼ੀ ਹੋ ਜਾਏਗੀ ਪੰਜਾਬ ਸਰਕਾਰ ਨੂੰ? ਦੇਖੋ ਜੀ, ਸਿਰਫ ਪੰਜਾਬ ਨੂੰ ਨਹੀਂ, ਦੇਸ਼ ਦੇ ਜਿੱਥੇ ਵੀ ਪੂਰੇ ਜਿੱਥੇ ਨਹੀਂ ਤੁਸੀਂ ਤਾਂ ਪੰਜਾਬ ਦੀ ਅਗਵਾਈ ਕਰੋਗੇ ਨਾ ਜੀ, ਮੈਂ ਤਾਂ ਗੱਲ ਪੰਜਾਬ ਦੀ ਕਰ ਰਿਹਾ ਜੀ। ਪੂਰੀ ਤਰ੍ਹਾਂ ਭਰੋਸਾ ਹੈ ਜੀ, ਪੂਰੀ ਤਰ੍ਹਾਂ ਭਰੋਸਾ ਹੈ ਔਰ ਇਸ ਨੂੰ ਬਹੁਤ ਜਲਦ ਜਿਹੜਾ ਹੈਗਾ ਅਮਲੀ ਜਾਮਾ ਵੀ ਪਹਿਨਾਇਆ ਜਾਏਗਾ। ਕੋਈ ਇੰਨਾ ਮੰਗੋ ਅਸੀਂ ਪਹਿਲਾਂ ਵੱਡੀਆਂ ਸਟੇਟਮੈਂਟਾਂ ਨਹੀਂ ਦੇਣਾ ਚਾਹੁੰਦੇ ਕਿ ਜਿਵੇਂ ਮੁਰਗੀਆਂ ਦੇ ਮੁਆਵਜ਼ੇ ਦੇਵਾਂਗੇ, ਬੱਕਰੀਆਂ ਦੇ ਮੁਆਵਜ਼ੇ ਦੇਵਾਂਗੇ, ਕੋਈ ਟਿਚਰਾਂ ਕਰਨ ਵਾਲੀ ਗੱਲ ਹੈ। ਅਸੀਂ ਬੜੀ ਮੈਚੋਰਿਟੀ ਚਲੋ ਦੇਖਦੇ ਆ। ਖੜਿਆਲ ਸਾਹਿਬ, ਗੱਲ ਇਹ ਹੈ ਕਿ ਇਹਦੇ ਵਿੱਚ ਕੇਂਦਰ ਜਾਂ ਪੰਜਾਬ ਵੱਡਾ ਜ਼ਿੰਮੇਵਾਰ ਕੌਣ ਲੱਗ ਰਿਹਾ? ਇਹ ਦੋਵੇਂ ਹੀ ਜ਼ਿੰਮੇਵਾਰ ਹੈ। ਇਹ ਦੋਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੈ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਿਲੀਫ ਫੰਡ ਸੈਂਟਰ ਦਾ ਨਹੀਂ ਦੇ ਕੇ ਰਾਜ਼ੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਸਟੇਟ ਦਾ ਦੇ ਕੇ ਨਹੀਂ ਰਾਜ਼ੀ। ਤੇ ਤਾਂ ਕਰਦੇ ਹੈ ਕਿਉਂਕਿ ਪੰਜਾਬ ਪ੍ਰਤੀ ਲਗਾਵ ਕੋਈ ਨਹੀਂ, ਪਿਆਰ ਕੋਈ ਨਹੀਂ। ਤੁਸੀਂ ਇਹ ਦੇਖੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗਲਤੀ ਮੈਨੇਜਮੈਂਟ ਇਹ ਨਹੀਂ ਕਰ ਰਹੇ ਵਧੀਆ, ਰਿਲੀਫ ਇਹ ਨਹੀਂ ਕਰ ਪਾ ਰਹੇ, ਤੇ ਸਜ਼ਾ ਕਿਹਨੂੰ? ਵਿਕਟਿਮਸ ਨੂੰ, ਲੋਕਾਂ ਨੂੰ, ਜਿਨ੍ਹਾਂ ਨੇ ਤਾਂ ਆਲਰੇਡੀ ਇਹਨਾਂ ਕੁਝ ਚੱਲਿਆ, ਜਿਨ੍ਹਾਂ ਦੇ ਪਰਿਵਾਰ ਉਜੜ ਗਏ, ਘਰ ਉਜੜ ਗਏ, ਫਸਲਾਂ ਖਰਾਬ ਹੋ ਗਈਆਂ। 19 ਜ਼ਿਲ੍ਹੇ, 1400 ਤੋਂ ਜ਼ਿਆਦਾ ਪਿੰਡ, ਇਹ ਰਿਪੋਰਟਡ ਹੈ। ਅਨਰਿਪੋਰਟਡ ਕਿੰਨੇ ਉਹਦਾ ਕਿਸੇ ਨੂੰ ਨਹੀਂ ਪਤਾ। ਤੇ ਇੰਨਾ ਨੁਕਸਾਨ ਹੋਣ ਦੇ ਬਾਵਜੂਦ ਮੈਂ ਪੁੱਛਦਾ ਆਮ ਆਦਮੀ ਪਾਰਟੀ ਨੂੰ ਕਿ 1.5 ਮਹੀਨੇ ਦੇ ਵਿੱਚ ਤੁਸੀਂ ਕਿੰਨੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਤੇ ਕਿੰਨੇ ਰੁਪਏ ਦਾ ਮੁਆਵਜ਼ਾ ਦਿੱਤਾ? ਸਵਾਲ ਨੰਬਰ 1। ਸਵਾਲ ਨੰਬਰ 2 ਭਾਜਪਾ ਨੂੰ ਇਹ ਹੈ ਕਿ ਜੇ ਕੇਰਲਾ ਨੂੰ ਤੁਸੀਂ ਐਡਵਾਂਸ ਰਿਲੀਫ ਫੰਡ ਦੇ ਸਕਦੇ ਹੋ 600 ਕਰੋੜ ਰੁਪਏ ਦਾ, ਤੇ ਪੰਜਾਬ ਨੂੰ ਦੇ ਕੇ ਕਿਉਂ ਭਾਜਪਾ ਰੈਡੀ ਨਹੀਂ ਹੈ? ਜੇ ਪੰਜਾਬ ਸਰਕਾਰ ਨਹੀਂ ਮੰਗ ਰਹੀ ਪੈਸਾ, ਗਲਤੀ ਉਹਨਾਂ ਦੀ, ਉਹ ਇਨਕੰਪੀਟੈਂਟ ਤੇ ਐਕਸਪੀਰੀਅੰਸਡ ਹੈ, ਲੇਕਿਨ ਇਹਦਾ ਖਾਮਿਆਜ਼ਾ ਪੰਜਾਬ ਨੂੰ ਕਿਉਂ ਭੁਗਤਣਾ ਪੈ ਰਿਹਾ ਹੈ? ਪੰਜਾਬ ਨੂੰ ਕਿਉਂ ਸਫਰ ਕਰਵਾ ਰਹੇ ਹੋ? ਭਾਜਪਾ ਨੂੰ ਸਵਾਲ ਇਹ ਹੈ। ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਸੋਚੋ, ਸਰਕਾਰ ਨੂੰ ਪਰੇ ਰੱਖ ਦਿਓ। ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਂ ਪੁੱਛਣਾ ਚਾਹਣਾ ਹੈ ਕਿ ਥੋੜੇ ਟਾਈਮ ਪਹਿਲਾਂ ਇਹਨਾਂ ਨੇ ਚੈੱਕ ਵੰਡੇ ਹੈ। ਬੱਬੀ ਬਾਦਲ ਸਾਹਿਬ, ਚੈੱਕ ਜਿਹੜੇ ਵੰਡੇ ਗਏ ਹੈ, ਜ਼ਰਾ ਇਹ ਦੱਸੋ ਕਿ ਕਿੰਨੇ ਟੋਟਲ ਲੋਕਾਂ ਨੂੰ ਵੰਡੇ ਗਏ, ਪ੍ਰਤੀ ਏਕੜ ਕਿੰਨਾ ਮੁਆਵਜ਼ਾ ਦਿੱਤਾ ਤੁਸੀਂ? ਕਿਉਂਕਿ ਜਦੋਂ ਇਹਨਾਂ ਦੀ ਸਰਕਾਰ ਨਹੀਂ ਬਣੀ ਸੀ ਉਦੋਂ ਤਾਂ ਇਹ ਵੀ ਕਹਿੰਦੇ ਸੀ ਗਰਦਾਰੀ ਬਾਅਦ ਚ ਹੁੰਦੀ ਰਹੂਗੀ, ਪਹਿਲਾਂ ਮੁਆਵਜ਼ਾ ਹੋਣਾ ਚਾਹੀਦਾ ਹੈ। ਸਰਕਾਰ ਬਣ ਗਈ ਤਾਂ ਇਹਨਾਂ ਦੇ ਜਿਹੜੇ ਸੁਰ ਹੈ ਉਹ ਵੀ ਬਦਲ ਗਏ। ਦੂਜੀ ਗੱਲ, ਤੁਸੀਂ ਇਹ ਦੇਖੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਦੋਂ ਕਹਿੰਦੀ ਹੁੰਦੀ ਸੀਗੀ 50,000 ਰੁਪਏ ਦਾ ਅਸੀਂ ਮੁਆਵਜ਼ਾ ਦਿੰਦੇ ਹਾਂ ਦਿੱਲੀ ਦੇ ਵਿੱਚ, ਪ੍ਰਤੀ ਹੈਕਟੇਅਰ, ਏਕੜ ਵੀ ਨਹੀਂ।
ਤੇ ਹੁਣ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹੂੰਗਾ, ਦੋਗੇ ਤੁਸੀਂ ਪ੍ਰਤੀ ਏਕੜ 50,000 ਰੁਪਇਆ, ਹੈਕਟੇਅਰ ਵੀ ਛੱਡ ਦਿਓ, ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੇ ਜਵਾਬ ਨਹੀਂ ਹੁੰਦਾ ਫਿਰ। ਅੱਛਾ, ਦੂਜੀ ਗੱਲ ਲੈ ਲੈਣੇ, ਕੀ ਪਤਾ ਉਹਨਾਂ ਕੋਲੇ, ਕੀ ਪਤਾ ਖੜਿਆਲ ਸਾਹਿਬ ਉਹਨਾਂ ਕੋਲੇ ਜਵਾਬ ਹੋਣ। ਇਹ ਦੋਵਾਂ ਪਾਰਟੀਆਂ ਦਾ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਲੈਣਾ। ਬੋਬੀਵਾਲ ਸਾਹਿਬ, ਉਹਨਾਂ ਦਾ ਸਭ ਤੋਂ ਜਿਹੜਾ ਪਹਿਲਾ ਸਵਾਲ ਤਾਂ ਇਹ ਸੀਗਾ ਵੀ ਜਿਹੜੀਆਂ ਗਿਰਦਾਵਰੀਆਂ ਕਰਾਈਆਂ ਨੇ, ਕਿਸੇ ਨੂੰ ਦੀਵਾਨੀ ਦਿੱਤੀ ਵੀ ਹੈ ਜਾਂ ਬਸ ਲਾਰਿਆਂ 'ਚ ਹੀ ਵਕਤ ਟਪਾਤਾ? ਐਸੀ ਗੱਲ ਨਹੀਂ। ਧਾਲੀਵਾਲ ਸਾਹਿਬ 15 ਅਗਸਤ ਤੋਂ ਪੈਸੇ ਪਾਉਣੇ ਸ਼ੁਰੂ ਕਰ ਦਿੱਤੇ ਸੀ ਕਿਸਾਨਾਂ ਦੇ ਅਕਾਊਂਟਾਂ ਦੇ ਵਿੱਚ। ਨੰਬਰ 1 ਦੀ ਮੈਂ ਬੇਨਤੀ ਕੋਈ ਫਿਗਰ ਦਾ ਰਿਕਾਰਡ ਹੈ? ਉਹ ਕਹਿੰਦੇ ਕੋਈ ਫਿਗਰ ਚਾਹੀਦੀ ਹੈ। ਮੈਂ ਤੁਹਾਨੂੰ ਦੱਸਦਾ, ਸਿਰਫ ਮੈਨੂੰ 1 ਮਿੰਟ ਦਾ ਟਾਈਮ ਦਿਓ। ਦੇਖੋ, ਗੱਲ ਇਹ ਹੈ ਧਾਲੀਵਾਲ ਸਾਹਿਬ, ਅਸੀਂ ਇੱਕ ਬੇਨਤੀ ਕੀਤੀ ਸੀ 17,000 ਰੁਪਏ ਦੀ ਹੈਗੀ ਹੈ ਪ੍ਰੋਵੀਜ਼ਨ, ਕਿ ਇਹਨੂੰ ਦੁੱਗਣਾ ਕਰਕੇ 34,000 ਰੁਪਏ ਪ੍ਰਤੀ ਏਕੜ ਸਾਨੂੰ ਦੇਣ ਦੀ ਕਿਰਪਾਲਤਾ ਕੀਤੀ ਜਾਵੇ, ਪਰਮਿਸ਼ਨ ਦਿੱਤੀ ਜਾਵੇ। 4 ਲੱਖ ਦੀ ਥਾਂ 8 ਲੱਖ ਰੁਪਈਆ ਹਰ ਡੈਥ ਦੇ ਉੱਤੇ ਅਸੀਂ ਦੇਣਾ ਚਾਹੁੰਦੇ ਹਾਂ। ਉਵੇਂ ਜਿਵੇਂ ਹੀ ਅਸੀਂ ਪਸ਼ੂਆਂ ਦਾ ਵੀ ਔਰ ਘਰਾਂ ਦਾ ਵੀ ਡਬਲ ਕਰਨ ਦੀ ਬੇਨਤੀ ਕੀਤੀ ਹੋਈ ਹੈ। ਅਜੇ ਤੱਕ ਕੋਈ ਜਵਾਬ ਨਹੀਂ ਆਇਆ, ਨੰਬਰ 1। ਨੰਬਰ 2 ਦੀ ਗੱਲ, ਖਡਿਆਲ ਸਾਹਿਬ 50,000 ਰੁਪਇਆ ਮੁਆਵਜ਼ਾ ਦੇ ਰਹੇ ਨੇ। ਪਿਛਲੇ ਕਿੰਨੇ ਸਾਲਾਂ ਤੋਂ ਇਹਨਾਂ ਦੀਆਂ ਸਰਕਾਰਾਂ ਕਦੇ 50,000 ਰੁਪਇਆ ਮੁਆਵਜ਼ਾ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਕਾਰਾਂ ਨੇ ਦਿੱਤਾ, ਕਦੇ 50,000 ਰੁਪਇਆ ਇਹਨਾਂ ਦੇ ਕਾਂਗਰਸੀ ਕਿਸੇ ਮੁੱਖ ਮੰਤਰੀ ਨੇ ਦਿੱਤਾ। ਮੈਂ ਪਹਿਲੇ ਨੰਬਰ ਤੇ, ਅਸੀਂ ਨਹੀਂ ਕਹਿੰਦੇ ਅਸੀਂ ਨਹੀਂ ਦਿੰਦੇ, ਲੇਕਿਨ ਮੇਰਾ ਮਤਲਬ ਹੈ ਕਿ ਮੰਗ ਕਰਨੀ ਤੇ ਐਕਚੁਅਲੀ ਡਿਲੀਵਰ ਕਰਨਾ ਦੋ ਅੱਡ-ਅੱਡ ਚੀਜ਼ਾਂ। ਮੈਨੂੰ ਇੱਕ ਦੱਸੋ, ਜਿਹੜੇ ਅਸੀਂ, ਮੈਂ ਪਹਿਲਾਂ ਹੀ ਕਿਹਾ ਵੀ ਗਹਿਰਾ ਦੁੱਖ ਹੈ, ਮੰਦਭਾਗੀ ਘਟਨਾ ਹੈ। ਡੱਲੇਵਾਲ ਸਾਹਿਬ ਕਹਿੰਦੇ ਬਹੁਤ ਮਾੜਾ ਗੱਲ ਹੈ ਜੀ, ਸਭ ਤੋਂ ਜ਼ਾਲਮ ਮੁੱਖ ਮੰਤਰੀ ਹੈ ਭਗਵੰਤ ਮਾਨ। ਇਹ ਕਿਹਦੀ ਬੋਲੀ ਬੋਲ ਰਹੇ ਨੇ? ਜ਼ਾਲਮ ਮੁੱਖ ਮੰਤਰੀ? ਤੁਹਾਡੇ ਕਿਸਾਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇ ਵਿੱਚ ਬਿਨਾਂ ਸਿਫਾਰਿਸ਼ ਤੋਂ ਨੌਕਰੀ ਨਹੀਂ ਮਿਲ ਰਹੀ, ਹੁਣ ਮੈਰਿਟ ਦੇ ਉੱਤੇ ਪੋਸਟਾਂ ਨਹੀਂ ਆ ਰਹੀਆਂ। ਨੰਬਰ 2 ਤੇ ਗੰਨੇ ਦੀ ਪੇਮੈਂਟਾਂ ਕਲੀਅਰ ਨਹੀਂ ਕੀਤੀਆਂ, ਜਿੰਨੀ ਪੈਂਡਿੰਗ ਪੇਮੈਂਟ ਸੀ ਸਾਰੀ ਭਗਵੰਤ ਮਾਨ ਨੇ ਕਲੀਅਰ ਨਹੀਂ ਕੀਤੀ। ਟੋਲ ਪਲਾਜ਼ੇ ਬੰਦ ਨਹੀਂ ਕਰਾਏ, ਕਿਸਾਨਾਂ ਵਾਸਤੇ ਕਿਸਾਨ ਮਿਲਣੀਆਂ ਨਹੀਂ ਕੀਤੀਆਂ। ਦੇਖੋ, ਹਿਮਾਚਲ ਤੋਂ ਪਾਣੀ ਆਉਂਦਾ ਜਿੱਥੇ ਖਡਿਆਲ ਸਾਹਿਬ ਦੀ ਪਾਰਟੀ ਦੀ ਸਰਕਾਰ ਹੈ। ਸਾਡੀ ਕੋਈ ਗਲਤੀ ਨਹੀਂ ਸੀ, ਇਸ ਵਾਰ ਤਾਂ ਬਾਰਿਸ਼ ਵੀ ਨਹੀਂ ਪਈ ਸੀ ਪੰਜਾਬ ਦੇ ਅੰਦਰ। ਕੀ ਹੋਇਆ? 23 ਉਹਨਾਂ ਦੇ ਚੀਫ ਸੈਕਟਰੀ ਨੇ ਕਿਹਾ 23 ਡੈਮਾਂ ਚੋਂ 21 ਡੈਮ ਰੈਗੂਲੇਸ਼ਨ ਦੇ ਖਿਲਾਫ ਬਣੇ ਹੋਏ ਨੇ ਹਿਮਾਚਲ ਦੇ ਅੰਦਰ। ਜਿਹੜਾ ਹਿਮਾਚਲ ਦੇ ਅੰਦਰ ਇਹਨਾਂ ਦੇ ਡੈਮਾਂ ਨੇ ਪਾਣੀ ਛੱਡਿਆ, ਜਿਹਦੇ ਕਰਕੇ ਪੌਂਗ ਡੈਮ ਤੇ ਭਾਖੜਾ ਡੈਮ 'ਚ ਪਾਣੀ ਇਕੱਠਾ ਹੋਇਆ, ਉਹਦੇ ਵਿੱਚ ਹਜ਼ਾਰਾਂ ਕਿਸਾਨਾਂ ਦੇ ਘਰ ਰੁੜ ਗਏ, ਪਰਿਵਾਰ ਔਰ ਪਸ਼ੂ ਰੁੜ ਗਏ। ਉਹਦੇ ਵਾਸਤੇ ਅਸੀਂ ਫਿਰ ਵੀ, ਤੁਸੀਂ ਪੂਰੀ ਮਿਹਨਤ ਨਾਲ ਪ੍ਰਸ਼ਾਸਨ ਨੂੰ ਪੱਬਾਂ ਭਾਰ ਰੱਖਿਆ ਹੋਇਆ। ਭਗਵੰਤ ਮਾਨ ਇੱਕ ਮਿੰਟ ਦੀ ਰਿਪੋਰਟ ਲੈ ਰਿਹਾ ਹੈ, ਤੇ ਜੇ ਆਮ ਘਰ ਦਾ 10 ਏਕੜ ਵਾਲਾ ਕਿਸਾਨ ਦਾ ਮੁੰਡਾ ਮੁੱਖ ਮੰਤਰੀ ਬਣ ਗਿਆ, ਪਹਿਲਾਂ ਰਾਜੇ ਮਹਾਰਾਜੇ ਧਨਾਟ ਜਗੀਰਦਾਰ ਬਣਦੇ ਸੀ, ਹੁਣ ਫਿਰ ਇਹਦਾ ਮਤਲਬ ਡੱਲੇਵਾਲ ਸਾਹਿਬ ਜਾਂ ਕਿਸਾਨ ਯੂਨੀਅਨ ਉਹੀ ਪੁਰਾਣਾ ਟਾਈਮ ਲਿਆਉਣਾ ਚਾਹੁੰਦੀ ਹੈ। ਇੱਕ ਆਮ ਕਿਸਾਨ ਦਾ ਮੁੰਡਾ ਜੇ ਅੱਜ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਹੈ, ਮੈਨੂੰ ਦੱਸੋ ਨੰਬਰ 2 ਤੇ ਸਾਡੇ ਵਿੱਤ ਮੰਤਰੀ ਸਾਹਿਬ ਨੇ ਕਿ ਉਹ ਕਿਰਤੀ ਪਰਿਵਾਰ ਦੇ ਵਿੱਚ ਪੜ੍ਹ ਲਿਖ ਕੇ ਐਡਵੋਕੇਟ ਬਣੇ, ਅੱਜ ਫਾਈਨੈਂਸ ਮਿਨਿਸਟਰ ਹੈ। ਲਾਲਜੀਤ ਭੁੱਲਰ ਵਰਗੇ, ਕੁਲਦੀਪ ਧਾਲੀਵਾਲ ਵਰਗੇ, ਮੀਤ ਹੇਰ ਵਰਗੇ ਆ ਕਿਸਾਨਾਂ ਦੇ ਮੁੰਡੇ ਨਹੀਂ ਜਿਹੜੇ ਅੱਜ ਮੁੱਖ ਉੱਥੇ ਮੰਤਰੀਆਂ ਦੀਆਂ ਪਦਵੀਆਂ ਤੇ ਬੈਠੇ ਨੇ। ਤੇ ਕਿਸਾਨ ਸਾਡੇ ਨਾਲ, ਸਾਡੀ ਆਪਣੀ ਕਿਸਾਨ ਸਾਰੀ ਪਰਿਵਾਰ ਦਾ ਹਿੱਸਾ ਹੈ ਕਿਸਾਨ। ਮੈਂ ਫਿਰ ਉਹਨਾਂ ਕੋਲ ਜਾਊਂਗਾ, ਪਰ ਉਸ ਤੋਂ ਪਹਿਲਾਂ 2 ਸਵਾਲ ਉਹਨਾਂ ਨੇ ਬੀਜੇਪੀ ਨੂੰ ਪਾਏ ਸੀਗੇ, ਉਹਦਾ ਜਵਾਬ ਥਿੰਦ ਸਾਹਿਬ ਖਡਿਆਲ ਸਾਹਿਬ ਨੇ ਤੁਹਾਨੂੰ ਸਵਾਲ ਪਾਇਆ ਸੀਗਾ ਵੀ ਕੇਂਦਰ ਫਿਰ ਕੀ ਕਰ ਰਿਹਾ ਹੈ? देखो, केंद्र मैं पहले भी कह चुका और केंद्र और पहला भी 218 करोड़ दे चुका और बाकी जो भी हुंदा है, क्योंकि देखो हर एक चीज का एक तरीका हुंदा है। जितना केरला ਦਾ ਬਿਨਾ ਮੰਗੇ ਪਹਿਲਾਂ ਹੀ ਦੇ ਦਿੱਤਾ ਤੇ ਵੀ ਪੰਜਾਬ ਲਈ ਕਿੰਤੂ ਪਰੰਤੂ ਕਿਉਂ ਵੀ ਇਹ ਇਨਕੰਪੀਟੈਂਟ ਨੇ। ਮੈਂ ਦੁਹਰਾ ਦੇਣਾ, ਮੈਂ ਇਸ ਕਰਕੇ ਨਹੀਂ ਸਵਾਲ ਨੂੰ ਦੁਹਰਾਉਂਦਾ ਕਿ ਸਮਾਂ ਲੱਗ ਜਾਂਦਾ ਹੈ, ਸ਼ਾਇਦ ਤੁਸੀਂ ਭੁੱਲ ਗਏ ਨਾ ਹੋਵੋ। ਸਮਝ ਗਿਆ ਮੈਂ ਸਮਝ ਗਿਆ। ਖਡਿਆਲ ਸਾਹਿਬ ਨੇ ਪਹਿਲਾਂ ਕੁਝ ਡਿਬੇਟਾਂ 'ਚ ਇਸ ਸਵਾਲ ਦੇ ਉੱਤੇ ਮੈਂ ਗੱਲ ਕਰ ਚੁੱਕਾ, ਕਿਉਂਕਿ ਦੇਖੋ ਕੇਰਲ ਨੂੰ ਵੀ ਬਿਨਾ ਮੰਗੇ ਦਿੱਤਾ ਗਿਆ ਔਰ ਪੰਜਾਬ ਨੂੰ ਵੀ ਬਿਨਾ ਮੰਗੇ ਹੀ 218
18 ਕਰੋੜ ਦਿੱਤਾ ਗਿਆ ਸੀ। ਔਰ ਹਰ ਇੱਕ ਚੀਜ਼ ਦਾ ਇੱਕ ਹੁੰਦਾ ਹੈ ਕਿ ਜੇ ਡਿਜ਼ਾਸਟਰ ਮੈਨੇਜਮੈਂਟ ਜਿੰਨਾ ਦਿੱਤਾ ਹੈ ਉਹ 75% ਸੈਂਟਰ ਦਿੰਦਾ ਹੈ ਔਰ 15 ਤੋਂ 25% ਜਿਹੜਾ ਦਾ ਸਟੇਟ ਗਵਰਨਮੈਂਟ ਪਾਉਂਦੀ ਹੈ। ਪਰ ਇੱਥੇ ਸਾਡੀ ਸਟੇਟ ਗਵਰਨਮੈਂਟ ਕੋਈ ਆਪਣੀ ਰਿਕੁਆਇਰਮੈਂਟ ਜਾਂ ਐਪਰੀਸ਼ੀਏਸ਼ਨ ਵਾਲੀ ਗੱਲ ਹੀ ਨਹੀਂ ਕਰ ਰਹੀ ਔਰ ਨਾ ਹੀ ਇਸ ਦੇ ਵਿੱਚ ਅਪਰੋਚ ਕਰ ਰਹੀ ਹੈ ਕਿੰਨਾ ਦੇਣਾ ਹੈ। ਸੋ ਇਸ ਦੇ ਨਾਲ ਬਾਕੀ ਜਿਹੜੀ ਫੰਡ ਹੈਗੇ ਬਹੁਤ ਜਲਦੀ ਮੈਂ ਕਹਿ ਚੁੱਕਾ ਆ ਜਾਣਗੇ। ਪਰ ਹੁਣ ਮੈਂ ਬੱਬੀ ਬਾਦਲ ਜੀ ਦੀ ਮੈਂ ਗੱਲ ਸੁਣ ਰਿਹਾ ਸੀਗਾ ਕਿ ਫਲਾਣੇ 10 ਏਕੜ ਵਾਲੇ ਜ਼ਮੀਨ ਦੇ ਜਿਹੜੇ ਮਾਲਕ ਦਾ ਬੱਚਾ ਮੁੱਖ ਮੰਤਰੀ ਬਣ ਗਿਆ, ਫਾਈਨੈਂਸ ਮਿਨਿਸਟਰ ਸਾਡੇ ਇਦਾਂ ਨੇ, ਮੀਤ ਹੇਰ ਜੀ ਇਸ ਤਰ੍ਹਾਂ ਨੇ। ਸਰ ਹੁਣ ਬਣ ਗਏ ਹੋ, ਹੁਣ ਇਹ ਗੱਲਾਂ ਛੱਡ ਦਿਓ। ਹੁਣ ਇਹ ਗੱਲ ਦੱਸੋ ਜੇ 10 ਏਕੜ ਵਾਲੇ ਦਾ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਬਣ ਗਿਆ ਤਾਂ ਕੀ ਹੁਣ ਉਹ 20 ਏਕੜ ਵਾਲੇ ਦਾ ਗਲਾ ਘੁੱਟ ਦੂ? ਜਿਹੜੇ ਹੋਰ ਲੋਕਾਂ ਦੇ ਜਿਹੜੇ ਹੋਰ ਗਰੀਬ ਨੇ, ਜਦ ਜਿਹਨਾਂ ਦੇ ਕੋਲ ਖਾਣ ਨੂੰ ਜਿਹੜੇ ਪੈਸੇ ਨਹੀਂ ਹੈਗੇ, ਰੋਟੀ ਖਾਣ ਲਈ ਪੈਸੇ ਨਹੀਂ ਮਿਲ ਰਹੇ, ਦਵਾਈ ਇਲਾਜ ਲਈ ਸਬਜ਼ੀਆਂ ਜਿਹੜੀਆਂ ਇਲਾਜ ਦੇ ਲਈ ਦਵਾਈਆਂ ਨਹੀਂ ਮਿਲ ਰਹੀਆਂ, ਅੱਜ ਤੁਸੀਂ ਉਹਨਾਂ ਦੇ ਗਲੇ ਘੁੱਟ ਦੂੰਗੇ ਜਾਂ ਆਮ ਘਰਾਂ ਦੇ ਬਣ ਗਏ ਹੋ। ਸੋ ਇਸ ਕਰਕੇ ਇਹ ਗੱਲਾਂ ਛੱਡ ਦਿਓ ਕਿ ਅਮੀਰ ਗਰੀਬ ਫਲਾਣੇ ਫਲਾਣੇ। ਹੁਣ ਸਰ ਤੁਹਾਡੇ ਕੋਲ ਮੁੱਖ ਮੰਤਰੀ ਹੋ, ਉਪ ਮੁੱਖ ਮੰਤਰੀ ਤੁਹਾਡੇ ਲਈ ਦਾਅਵੇਦਾਰੀਆਂ ਕਰਦੇ ਸੀ ਦੇਵਾਂਗੇ, ਕਿਹਨੂੰ ਦਿੱਤੀ ਤੁਸੀਂ? ਸੋ ਇਹ ਗੱਲਾਂ ਛੱਡ ਦਿਓ ਹੁਣ ਕਿ ਫਲਾਣਾ ਇਹ ਹੋ ਜੂਗਾ, ਇਹ ਹੋ ਜੂਗਾ। ਗੱਲ ਮੁੱਦੇ ਦੀ ਗੱਲ ਕਰੋ। ਮੰਤਰੀ ਬਣ ਗਿਆ ਤਾਂ ਦੁੱਧ ਪੀਣ ਵਾਲਿਆਂ ਨੂੰ ਮਾਰ ਦਿਓਗੇ ਤੁਸੀਂ? ਸਾਡੇ ਪੰਜਾਬ ਦੇ ਦੁੱਧ ਪੀਣ ਵਾਲਿਆਂ ਨੂੰ ਮਾਰ ਦਿਓਗੇ? ਅਸੀਂ ਬਾਰ-ਬਾਰ ਇਸ ਗੱਲ ਤੇ ਕ੍ਰੈਡਿਟ ਨਹੀਂ ਲੈਂਦੇ ਕਿ ਚਾਹ ਪੀਣ ਵਾਲਾ ਮੁੱਖ ਪ੍ਰਧਾਨ ਮੰਤਰੀ ਬਣ ਗਿਆ। ਉਹ ਦੇਸ਼ ਦੇ ਸੰਵਿਧਾਨ ਦੀ ਖੂਬਸੂਰਤੀ ਹੈ ਔਰ ਇਸ ਕਰਕੇ ਤੁਹਾਡੇ ਬਣੇ ਪੰਜਾਬ ਦੇ ਵਿੱਚ ਖੂਬਸੂਰਤੀ ਨਹੀਂ। ਹਮਦਰਦੀ ਨਾ ਲਾਓ, ਨਹੀਂ ਫਿਰ ਇਸ ਦੇ ਉੱਤੇ ਕੋਈ ਹਮਦਰਦੀ ਦੇ ਤੌਰ ਤੇ ਨਾ ਲਾਓ। ਅੱਜ ਰਿਜ਼ਲਟ ਦਿਓ। ਹੁਣ ਤੁਸੀਂ ਪੜ੍ਹ ਲੈ ਕੇ ਬੱਬੀ ਭਾਜੀ ਤੁਸੀਂ ਗ੍ਰੈਜੂਏਟ ਹੋ, ਹੁਣ ਤੁਸੀਂ ਕੱਲ ਆਏਗਾ ਤੁਸੀਂ ਮੈਂ ਗਰੀਬ ਕਰਦਾ ਬੰਦਾ ਪੜ੍ਹ ਲਿਖ ਕੇ ਗ੍ਰੈਜੂਏਸ਼ਨ ਕਰ ਲਈ, ਇਸ ਕਰਕੇ ਮੈਨੂੰ ਪ੍ਰਾਇੋਰਟੀ ਦੇ ਬੇਸ ਤੇ ਕੋਈ ਕ੍ਰਾਈਮ। ਚਲੋ ਇਹ ਗੱਲ ਹੋਰ ਪਾਸੇ ਜਾ ਰਹੀ ਹੈ। ਰਵਨੀਤ ਬਰਾੜ ਜੀ ਨੂੰ ਇੱਕ ਵਾਰੀ ਚਰਚਾ ਦੇ ਵਿੱਚ ਜੋੜਨਾ ਚਾਹੁੰਦਾ, ਮੁੱਦੇ ਤੇ ਆਉਣਾ ਚਾਹੁੰਦੇ ਆ। ਕੋਈ ਚਾਹ ਵਾਲਾ ਬਣ ਗਿਆ, ਦੁੱਧ ਵਾਲਾ ਬਣ ਗਿਆ, ਪਰ ਲੋਕਾਂ ਦੇ ਚਾਹ ਦੁੱਧ ਨਾ ਬੰਦ ਕਰ ਦਿਓ। ਲੋਕ ਤਰਾ ਕਰ ਰਹੇ ਆ। ਬਰਾੜ ਸਾਹਿਬ ਗੱਲ ਇਹ ਹੈ ਵੀ ਚਰਚਾ ਜਿਸ ਪਾਸੇ ਜਾ ਰਹੀ ਹੈ ਕਿ ਤੁਹਾਡੀ ਢਾਕ ਤੇ ਸੂਤ ਬਹਿੰਦੀ ਹੈ ਜਾਂ ਨਹੀਂ ਬਹਿੰਦੀ, ਜਾਂ ਜਾਣ ਕੇ ਇਹਨੂੰ ਮੁੱਦੇ ਨੂੰ ਡੀਰੇਲ ਕੀਤਾ ਜਾ ਰਿਹਾ ਹੈ? ਧਾਲੀਵਾਲ ਸਾਹਿਬ ਕਹਿੰਦੇ ਹੁੰਦੇ 100% ਤੁਸੀਂ ਸਹੀ ਕਿਹਾ ਵੀ ਇਕੱਲੇ ਮੁੱਦੇ ਨੂੰ ਡੀਰੇਲ ਕੀਤਾ ਜਾਂਦਾ, ਕਿਉਂਕਿ ਹਰ ਡਿਬੇਟ ਦੇ ਵਿੱਚ ਜਿਸ ਦੇ ਵਿੱਚ ਵੀ ਬਹਿਣਾ ਕੋਈ ਕਰੈਕਸ਼ਨ ਨਹੀਂ ਨਿਕਲਦਾ ਉਹਦਾ, ਨਾ ਹੀ ਕੋਈ ਉਹਦਾ ਰਿਜ਼ਲਟ ਆਉਂਦਾ। ਦੇਖੋ ਜੇ ਕੋਈ ਡਿਬੇਟ ਹੁੰਦੀ ਹੈ ਉਹਦਾ ਰਿਜ਼ਲਟ ਆਉਣਾ ਚਾਹੀਦਾ ਨਾ। ਮਾਨਯੋਗ ਸਾਡੇ ਬਾਲ ਸਾਹਿਬ ਬੈਠੇ ਆ ਜਾਂ ਭਾਜਪਾ ਦੇ ਬੈਠੇ ਆ ਹਨਾ, ਥਿੰਨ ਸਾਹਿਬ, ਕੋਈ ਕਿਸੇ ਚੀਜ਼ ਦਾ ਆਪਾਂ ਇੱਕ ਦੂਜੇ ਦੇ ਤੌਹਮਤਾਂ ਲਾਉਣ ਦੀ ਬਜਾਏ ਅੱਜ ਲੋੜ ਸੀਗੀ ਪੰਜਾਬ ਨਾਲ ਖੜਨ ਦੀ। ਆਪਾਂ ਚਲੋ ਠੀਕ ਹੈ, ਅੱਜ ਤੱਕ ਇਹਨੇ ਕਿਸਾਨ ਦਾ ਬੇਟਾ ਬਣ ਗਿਆ, ਪਰ ਅੱਜ ਕਿਸਾਨਾਂ ਨੂੰ ਹੀ ਟਰਾਲੀਆਂ ਥੱਲੇ ਦੜ ਰਿਹਾ। ਉਹ ਕੌਣ ਦੜ ਰਿਹਾ ਜੀ? ਇੱਕ ਗੱਲ ਸੀਗੀ ਬਰਾੜ ਸਾਹਿਬ, ਬਾਦਲ ਸਾਹਿਬ ਨੇ ਕਿਹਾ ਸੀ ਵੀ ਜੇ ਕੱਲ ਨੂੰ ਕੋਈ ਕਿਸਾਨ ਆਗੂ ਵੀ ਮੁੱਖ ਮੰਤਰੀ ਬਣ ਜੇ ਨਾ, ਜਿੰਨਾ ਅਸੀਂ ਕਰ ਰਹੇ ਹਾਂ ਇਸ ਤੋਂ ਵੱਧ ਉਹ ਕਰ ਨਹੀਂ ਸਕਦਾ, ਜੇ ਕਰਕੇ ਦਿਖਾ ਦੇ ਤਾਂ ਕਹਿ ਦਿਓ। ਦੇਖੋ ਧਾਲੀਵਾਲ ਸਾਹਿਬ ਇੱਕ ਗੱਲ ਦੱਸਾਂ, ਜਦੋਂ ਮਨਸ਼ਾ ਜੇ ਹੋਵੇ ਨਾ ਸਾਰਾ ਕੁਝ ਪੋਸੀਬਲ ਹੈ। ਅੰਟਿਲ ਅਨਲੈਸ ਜਦੋਂ ਆਪਾਂ ਇਹਨੂੰ ਆਪਦਾ ਪਰਿਵਾਰ ਨਾ ਸਮਝੀਏ, ਆਪਦੇ ਸੂਬੇ ਨੂੰ ਜਾਂ ਕਿਸਾਨਾਂ ਤੇ ਆਪਾਂ ਇਹ ਕਈ ਵਾਰ ਤਾਂ ਸਾਡੇ ਤੇ ਇਹ ਵੀ ਲਾਇਆ ਜਾਂਦਾ ਵੀ ਇਹ ਤਾਂ ਇਲੈਕਸ਼ਨ ਲੜੇ ਸੀਗੇ ਤਾਂ ਕਰਕੇ ਇਹਨਾਂ ਦੀ ਅਸੀਂ ਨਹੀਂ ਮਦਦ ਕਰਨੀ, ਇਹਨਾਂ ਨੇ ਤਾਂ ਸਾਡੇ ਉਲਟ ਇਲੈਕਸ਼ਨ ਲੜਿਆ, ਹੁਣ ਸਾਡੇ ਉਲਟ ਧਰਨੇ ਲਾਉਂਦੇ ਆ, ਇਹ ਤਾਂ ਸਿਆਸਤ ਤੋਂ ਪ੍ਰੇਰਿਤ ਹੈ। ਸਾਡੇ ਨਾਲ ਤਾਂ ਵਿਤਕਰਾ ਕੀਤਾ ਜਾ ਰਿਹਾ ਜੀ। ਅੱਜ ਇੱਕ ਗੱਲ ਵੇਖੋ, ਹਰ ਪ੍ਰੋਡਕਟ ਮਾਰਕੀਟ ਦੇ ਵਿੱਚ ਜਾ ਵੜੋ, ਉਹਦਾ ਆਲਰੇਡੀ ਉਹਦੇ ਤੇ MSP ਲੱਗੀ ਵੀ ਹੈ, ਆਪਾਂ ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ। ਕੱਲਾ ਕਿਸਾਨ ਦਾ ਪ੍ਰੋਡਕਟ ਹੈ ਜਿਹਦਾ ਲੋਕ ਤੈਅ ਕਰਦੇ ਆ ਵੀ ਅਸੀਂ ਤਾਂ ਇਸ ਰੇਟ ਲਵਾਂਗੇ, ਦੇਣਾ ਦੇ ਦਿਓ, ਨਹੀਂ ਦੇਣਾ ਨਾ ਦਿਓ। ਇਹ ਚਲੋ ਮੁੱਦੇ ਤੋਂ ਆਪਾਂ ਪਾਸੇ ਹਟ ਰਹੇ ਆ, ਪਰ ਅੱਜ ਦਾ ਜਿਹੜਾ ਮੁੱਦਾ ਹੈ ਵੀ ਸਰਦਾਰ ਪ੍ਰੀਤਮ ਸਿੰਘ ਵਰਗੇ ਹੋਰ ਕਿੰਨੇ ਕਿਸਾਨਾਂ ਨੂੰ ਟਰਾਲੀਆਂ ਥੱਲੇ ਦੜਿਆ ਜਾਊਗਾ? ਕੀ ਉਸ ਤੋਂ ਬਾਅਦ ਵੀ ਸਰਕਾਰ ਨੂੰ ਜਾਂ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਚੈਨ ਮਿਲ ਜੂਗਾ? ਕੀ ਉਹਨਾਂ ਦੇ ਜਿਹੜੇ ਘਰ ਉਜਾੜ ਕੇ ਚੈਨ ਮਿਲੂਗਾ? ਕਿ ਜੇ ਉਹ ਪਹਿਲਾਂ ਹੀ ਉਜੜੇ ਪਏ ਆ, ਫਸਲ ਉਹਨਾਂ ਦੀ ਬਚੀ ਨਹੀਂ, ਬੱਚੇ ਉਹਨਾਂ ਦੇ ਰੁਲ ਰਹੇ ਆ, ਤੇ ਤੁਸੀਂ ਟਰਾਲੀਆਂ ਥੱਲੇ ਦੇਈ ਚੱਲੋ, ਉਹਨਾਂ ਨੂੰ ਰੋਕੀ ਚੱਲੋ, ਟੋਲਾਂ ਤੇ ਕੁੱਟ ਦਿਓ, ਕਿਸੇ ਨੂੰ ਘਰਾਂ ਦੇ ਵਿੱਚ ਬੰਦ ਕਰ ਦਿਓ, ਤਾਂ ਬਸ ਫਿਰ ਬਰਾੜ ਸਾਹਿਬ ਹੱਲ ਕੀ ਹੈ? ਧਰਨੇ ਕਦੋਂ ਤੱਕ ਜਾਰੀ ਰਹਿਣਗੇ? ਮੈਂ ਤਾਂ ਧਾਲੀਵਾਲ ਸਾਹਿਬ ਇੱਕ ਗੱਲ ਕਹਿਣਾ, ਡੱਲੇਵਾਲ ਸਾਹਿਬ ਨੇ 100% ਸਹੀ ਕਿਹਾ ਵੀ ਜੇ ਤੁਸੀਂ ਨਹੀਂ ਕੁਛ ਕਰ ਸਕਦੇ ਐ ਕਰੋ, ਸਲਫਾਸ ਦੀਆਂ ਬੋਰੀਆਂ ਭੇਜ ਦਿਓ ਪਿੰਡਾਂ ਦੇ ਵਿੱਚ, ਰਾਹਤ ਤਾਂ ਮਿਲੂਗੀ ਤੁਹਾਨੂੰ, ਧਰਨਿਆਂ ਤੋਂ ਰਾਹਤ ਮਿਲ ਜੂਗੀ, ਕਿਸਾਨ ਨੂੰ ਆਪ ਰਾਹਤ ਮਿਲ ਜੂਗੀ। ਨਾ ਕਹਿੰਦੇ ਕਿਸਾਨ ਰਹੂਗਾ ਨਾ ਧਰਨੇ ਰਹਿਣਗੇ। ਧਰਨੇ ਤਾਂ ਹੀ ਜਿੰਨਾ ਚਿਰ ਕਿਸਾਨ ਦਾ ਢਿੱਡ ਨਹੀਂ ਭਰਦਾ। ਧਾਲੀਵਾਲ ਸਾਹਿਬ ਬੜੇ ਵਧੀਆ ਸ਼ਬਦਾਂ ਵਿੱਚ ਤੁਸੀਂ ਕਿਹਾ ਸੀ, ਹਰ ਬੰਦੇ ਦਾ ਢਿੱਡ ਭਰਨ ਵਾਲਾ ਅੱਜ ਆਪ ਭੁੱਖੇ ਢਿੱਡ ਸੌ ਰਿਹਾ। ਕੀ ਉਹਦੇ ਬੱਚਿਆਂ ਦੀ ਦਵਾਈ ਬੂਟੀ ਦਾ ਕਿਸੇ ਬਾਰੇ ਕੋਈ ਸੋਚ ਵਿਚਾਰ ਹੈਗਾ? ਸਿਰਫ ਡਿਬੇਟਾਂ ਦੇ ਵਿੱਚ ਵੱਡੀਆਂ ਗੱਲਾਂ ਕਰਕੇ, ਤੌਹਮਤਾਂ ਲਾ ਕੇ ਇੱਕ ਦੂਜੇ ਤੇ। ਕਿਸਾਨ ਦਾ ਅੱਜ ਕੋਈ ਵਾਲੀ ਵਾਰਸ ਨਹੀਂ। ਕਿਸਾਨ ਕਹਿੰਦੇ ਹੁੰਦੇ ਆ ਬੇਵੱਸ ਹੋ ਚੁੱਕਿਆ, ਕਿਸਾਨ ਦੇ ਕੋਲੇ ਕੋਈ ਚਾਰਾ ਨਹੀਂ ਰਹਿ ਗਿਆ ਧਰਨਿਆਂ ਤੋਂ ਬਿਨਾਂ, ਜਿੰਨਾ ਚਿਰ ਸਾਡੀ ਮੰਗ ਨਹੀਂ ਸੁਣੀ ਜਾਊਗੀ। SKM ਦੀ ਮੀਟਿੰਗ ਹੋਈ ਹੈ ਜੀ,
2 ਤਰੀਕ ਨੂੰ ਸਾਡੀ ਫਰਦਰ ਮੀਟਿੰਗ ਹੈ। 2 ਤਰੀਕ ਨੂੰ ਨਹੀਂ ਬਹੁਤ ਸਖਤ ਫੈਸਲਾ ਲੈ ਕੇ ਅਗਲਾ ਅਸੀਂ ਕਾਰਵਾਈ ਕਰਾਂਗੇ। ਯਾਨੀ ਕਿ ਇੱਕ ਗੱਲ ਇਹ ਨਿਕਲ ਕੇ ਆਈ ਹੈ ਚਰਚਾ 'ਚ ਵੀ 2 ਤਰੀਕ ਨੂੰ ਅਗਲਾ ਫੈਸਲਾ ਜਿਹੜਾ ਹੈ ਉਹ ਮੀਟਿੰਗ ਤੋਂ ਬਾਅਦ ਲਿਆ ਜਾਏਗਾ। ਗੱਲ ਹੁਣ ਖੜਿਆਲ ਸਾਹਿਬ ਤੋਂ, ਕਿਉਂਕਿ ਪਹਿਰੇਦਾਰੀ ਵਾਲੀ ਡਾਂਗ ਇਸ ਵੇਲੇ ਪੰਜਾਬ 'ਚ ਕਾਂਗਰਸ ਦੇ ਕੋਲ ਹੈ। ਖੜਿਆਲ ਸਾਹਿਬ, ਤੁਹਾਡੇ ਦੋਵੇਂ ਪਾਰਟੀਆਂ ਦੇ ਆਗੂਆਂ ਤੋਂ 2-2 ਸਵਾਲ ਸੀ ਮੈਂ ਲਏ ਹੈ, ਜਵਾਬ ਮਿਲਿਆ ਜਾਂ ਨਹੀਂ ਮਿਲਿਆ ਉਹਦਾ ਗੱਲ ਤੁਹਾਡੇ ਕੋਲ ਹੈ। ਪਰ ਗੱਲ ਇਹ ਹੈ ਕਿ ਇੱਕ ਨਾਰਾ ਉਹ ਦਿੱਤਾ ਗਿਆ ਸੀਗਾ ਗਰੀਬੀ ਹਟਾਓ, ਨਹੀਂ ਹਟੀ। ਇੱਕ ਨਾਰਾ 13-14 ਦੇ ਦਰਮਿਆਨ ਦਿੱਤਾ ਗਿਆ ਕਿਸਾਨ ਦੀ ਆਏ ਦੁੱਗਣੀ ਹੋ ਜਾਏਗੀ। ਹਾਲੇ ਤੱਕ ਮੈਨੂੰ ਲੱਗਦਾ ਨਹੀਂ ਕਿ ਹੋਏਗੀ। ਜੇ ਹੋਏਗੀ ਫਿਰ ਡੀਜ਼ਲ ਵੀ 40 ਤੋਂ 100 ਤੇ ਪਹੁੰਚ ਗਿਆ। ਪ੍ਰੋਡਕਸ਼ਨ ਕਾਸਟ ਲਗਾਤਾਰ ਕਿਸਾਨ ਦੀ ਵੱਧਦੀ ਜਾ ਰਹੀ ਹੈ, ਆਮਦਨੀ ਜਿਹੜੀ ਘਟਦੀ ਜਾ ਰਹੀ ਹੈ ਤੇ ਰੱਸੇ ਤੇ ਮੋਨਾ ਉਹਨਾਂ ਦੇ ਕੋਲ ਹੱਥਾਂ ਦੇ ਵਿੱਚ ਤਿਆਰ ਨੇ। ਆਖਰ ਕਿਸਾਨ ਨੂੰ ਇਸ ਤਰੀਕੇ ਦੇ ਨਾਲ ਸਰਕਾਰਾਂ ਤਿਆਗ ਕੇ ਕਿਵੇਂ ਜਿਹੜਾ ਹੈ ਮੁਲਕ ਦੀ ਸੁਨਹਿਰੇ ਭਵਿੱਖ ਦੀ ਕਾਮਨਾ ਕਰ ਸਕਦੇ ਆ? ਦੇਖੋ, ਜਿੱਥੋਂ ਤੱਕ ਹੈ ਕਾਂਗਰਸ ਪਾਰਟੀ ਦੀ ਗੱਲ, ਕਾਂਗਰਸ ਪਾਰਟੀ ਦੀ ਜਦੋਂ ਸਰਕਾਰ ਸੀ ਪੰਜਾਬ ਦੇ ਵਿੱਚ ਤੇ ਪੰਜਾਬ ਪਹਿਲਾ ਸੂਬਾ ਸੀਗਾ ਜਿਹਨੇ ਕ੍ਰਿਸ਼ੀ ਕਾਨੂੰਨ ਦੇ ਖਿਲਾਫ ਵਿਰੋਧ ਦਰਜ ਕੀਤਾ ਤੇ ਐਂਟੀ ਫਾਰਮ ਬਿੱਲ, ਕ੍ਰਿਸ਼ੀ ਕਾਨੂੰਨ ਨੂੰ ਰੱਦ ਕਰਨ ਲਈ ਬਿੱਲ ਪਾਸ ਕੀਤੇ। ਅਸੀਂ ਸੀ ਜਿਨ੍ਹਾਂ ਨੇ ਮੁਆਵਜ਼ਾ ਦਿੱਤਾ, ਅਸੀਂ ਸੀ ਜਿਨ੍ਹਾਂ ਨੇ ਜੌਬਸ ਦਿੱਤੇ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ। ਸੋ ਅਸੀਂ ਕਿਸਾਨ ਹਿਤੈਸ਼ੀ ਹਾਂ। ਆਮ ਆਦਮੀ ਪਾਰਟੀ ਦੇ ਭਾਜਪਾ ਵਾਂਗੂ ਕਿਸਾਨ ਵਿਰੋਧੀ ਨਹੀਂ ਹੈ। ਦੂਜੀ ਗੱਲ, ਧਾਲੀਵਾਲ ਸਾਹਿਬ, ਹੁਣ ਆ ਜਾਈਏ ਪੁਆਇੰਟ ਤੇ ਆਪਾਂ ਜ਼ਰੂਰੀ। 218 ਕਰੋੜ ਰੁਪਇਆ ਭਾਜਪਾ ਦੀ ਸਰਕਾਰ ਨੇ ਦਿੱਤਾ ਹੈ ਆ 1.5 ਮਹੀਨੇ ਦੇ ਵਿੱਚ। ਇੱਕ ਹੁੰਦਾ ਹੈ ਐਡਵਾਂਸ ਪੈਕੇਜ ਜੋ ਬਗੈਰ ਅਸੈਸਮੈਂਟ ਦੇ ਦਿੱਤਾ ਜਾਂਦਾ ਹੈ, ਇੱਕ ਹੁੰਦਾ ਆਫਟਰ ਅਸੈਸਮੈਂਟ ਜਿਹੜਾ ਪੈਕੇਜ ਦਿੱਤਾ ਜਾਂਦਾ ਹੈ। ਭਾਜਪਾ ਮੈਨੂੰ ਐ ਦੱਸ ਦੇ ਕਿ ਐਡਵਾਂਸ ਪੈਕੇਜ ਜਿਹੜਾ ਦਿੱਤਾ ਹੈ ਸਫੀਸ਼ੀਐਂਟ ਹੈ 218 ਕਰੋੜ ਦਾ, ਤੇ ਜਿਹੜਾ ਉਹ ਤੋਂ ਬਾਅਦ ਮਿਲਦਾ ਹੁੰਦਾ ਅਸੈਸਮੈਂਟ ਦਾ, ਤੁਸੀਂ ਤਾਂ ਟੀਵੀ ਭੇਜੀ ਸੀਗੀ ਜਿੰਨਾ ਮੈਨੂੰ ਯਾਦ ਹੈ ਸੈਂਟਰ ਦੀ, ਤੇ ਉਹਦੇ ਬਾਵਜੂਦ ਫਿਰ ਫੰਡ ਕਿਉਂ ਨਹੀਂ ਆਏ? ਭਾਜਪਾ ਸਰਕਾਰ ਪੰਜਾਬ ਦੇ ਨਾਲ ਮਤਰੇਈ ਵਾਲਾ ਸਲੂਕ ਕਰ ਰਹੀ ਹੈ ਕਿਉਂਕਿ ਇਹਨਾਂ ਤੋਂ ਕ੍ਰਿਸ਼ੀ ਕਾਨੂੰਨ ਵਾਪਸ ਕਰਾਏ ਸੀਗੇ ਤੇ ਇਹਨਾਂ ਤੋਂ ਮਾਫੀ ਮੰਗਾਈ ਸੀਗੀ। ਤੇ ਮੈਨੂੰ ਇੱਥੇ ਸਿੰਘ ਸਾਹਿਬ ਦੱਸਣ, ਸਵਾਲ ਨੋਟ ਕਰ ਲੈਣ। ਸਿੰਘ ਸਾਹਿਬ, 218 ਕਰੋੜ ਪੰਜਾਬ ਭਾਜਪਾ ਦੀ ਨਜ਼ਰਾਂ ਦੇ ਵਿੱਚ ਕੀ ਠੀਕ ਹੈ, ਸਫੀਸ਼ੀਐਂਟ ਹੈ? ਜੇ ਨਹੀਂ ਹੈਗਾ ਤੇ ਨੁਕਸਾਨ ਬਹੁਤ ਵੱਡੇ ਲੈਵਲ ਤੇ ਹੋਇਆ ਹੈ, ਜੋ ਤੁਸੀਂ ਵੀ ਜਾਣਦੇ ਹੋ, ਦੇਖਦੇ ਹੋ, ਸਮਝਦੇ ਹੋ, ਤਾਂ ਦੱਸੋ ਇੱਕ ਲੀਡਰ ਪੰਜਾਬ ਦਾ ਸੀਨੀਅਰ ਜਿਹਨੇ ਸੈਂਟਰ ਦੀ ਸਰਕਾਰ ਬੀਜੇਪੀ ਦਾ ਵਿਰੋਧ ਕੀਤਾ ਹੋਵੇ, ਆਲੋਚਨਾ ਕੀਤੀ ਹੋਵੇ ਵੀ ਪੰਜਾਬ ਦੇ ਨਾਲ ਵਿਤਕਰਾ ਕਰ ਰਹੇ ਹੋ, ਡਿਸਕ੍ਰਿਮੀਨੇਸ਼ਨ ਕਰ ਰਹੇ ਹੋ ਤੇ ਪੰਜਾਬ ਦਾ ਕਸੂਰ ਕੋਈ ਨਹੀਂ, ਅਸੀਂ ਤਾਂ ਹੜ੍ਹਾਂ ਦੀ ਮਾਰ ਵੀ ਝੇਲ ਰਹੇ ਹੈ ਤੇ ਪੈਸਾ ਵੀ ਤੁਸੀਂ ਸਾਨੂੰ ਨਹੀਂ ਦੇ ਰਹੇ ਹੋ, ਸਾਰਿਆਂ ਨੂੰ ਦੇ ਰਹੇ ਹੋ। ਸੋ ਥਿੰਡ ਸਾਹਿਬ, ਇੱਕ ਜੇ 218 ਕਰੋੜ ਨਹੀਂ ਸਫੀਸ਼ੀਐਂਟ ਤਾਂ ਦੱਸੋ ਵੀ ਕੀ ਕੀਤਾ ਤੁਹਾਡੀ ਭਾਜਪਾ ਦੀ ਪੰਜਾਬ ਦੇ ਭਾਜਪਾ ਦੇ ਯੂਨਿਟ ਨੇ। ਦੂਜੀ ਗੱਲ, ਇਹ ਗੱਲ ਦੱਸੋ ਕਿ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ, ਕਿੰਨੇ ਪੈਸੇ ਸੈਂਟਰ ਨੂੰ ਦੇਣੇ ਚਾਹੀਦੇ ਪੰਜਾਬ ਲਈ, ਤੇ ਹਜੇ ਤੱਕ ਭਾਜਪਾ ਦੇ ਪੰਜਾਬ ਦੇ ਯੂਨਿਟ ਨੇ ਉਹਨੂੰ ਲੈਣ ਦੇ ਲਈ ਕੀ ਕੀਤਾ? ਤੇ ਜੇ ਨਹੀਂ ਤੁਸੀਂ ਕੁਝ ਕੀਤਾ ਤੇ ਉਹਦੇ ਬਾਵਜੂਦ ਸੈਂਟਰ ਨੇ ਸਭ ਲੱਗੇ ਹੱਥ ਜਵਾਬ ਦੇ ਦਿਓ, ਕਿਉਂ ਐਵੇਂ ਗੱਲਾਂ ਸੁਣੀ ਜਾਂਦੇ ਹੋ ਜੀ, ਦੱਸ ਦਿਓ। ਸਿੰਘ ਸਾਹਿਬ, ਆਵਾਜ਼ ਆ ਰਹੀ ਹੈ ਜੀ? ਹਾਂਜੀ ਧਾਲੀਵਾਲ ਸਾਹਿਬ, ਆਵਾਜ਼ ਆ ਰਹੀ ਜੀ, ਆਵਾਜ਼ ਆ। ਹਾਂ ਜੀ, ਮੈਂ ਖੜਿਆਲ ਸਾਹਿਬ ਨੇ ਸਵਾਲ ਪਾਇਆ ਵੀ ਜਿਹੜਾ 218 ਕਰੋੜ ਹੈ ਵੀ ਪੰਜਾਬ ਦੇ ਨੁਕਸਾਨੇ ਲਈ ਕਾਫੀ ਆ, ਉਹ ਭਰਪਾਈ ਕਰ ਦੇਗਾ? ਜੇ ਨਾ ਕਾਫੀ ਹੈ ਤੇ ਉਸ ਤੋਂ ਬਿਨਾ ਤੁਹਾਡੇ ਕੀ ਐਫਰਟ ਹੋਣਗੇ? ਦੇਖੋ ਜੀ, ਮੈਂ ਪਹਿਲਾਂ ਵੀ ਕਹਿ ਚੁੱਕਾ 218 ਕਰੋੜ ਕੁਝ ਵੀ ਨਹੀਂ ਹੈ। ਜੋ ਪੰਜਾਬ ਦਾ ਨੁਕਸਾਨ ਹੋਇਆ 218 ਕਰੋੜ ਤਾਂ ਸ਼ਾਇਦ ਇੱਕ ਜ਼ਿਲ੍ਹੇ ਦਾ ਵੀ ਪੂਰਾ ਨੁਕਸਾਨ ਨਹੀਂ ਭਰ ਸਕਦਾ। ਸੋ ਇਸ ਕਰਕੇ ਜੋ ਵੀ ਮੈਕਸਿਮਮ ਹੈ, ਅਸੀਂ ਤਾਂ ਚਾਹਾਂਗੇ ਪੰਜਾਬ ਨੂੰ 20। ਫਿਰ ਇਹਦਾ ਮਤਲਬ ਇਹ ਹੋਇਆ ਵੀ ਜਿਨ੍ਹਾਂ ਨੇ ਅਸੈਸਮੈਂਟ ਕਰਕੇ 218 ਕਰੋੜ ਦਿੱਤਾ ਹੈ ਉਹ ਪੰਜਾਬ ਲਈ ਹਮਦਰਦੀ ਰੱਖਦੇ ਨਹੀਂ, ਜਾਂ ਉਹਨਾਂ ਨੂੰ ਪੰਜਾਬ ਦੀ ਜੀਓਗ੍ਰਾਫੀਕਲ ਕੰਡੀਸ਼ਨ ਦਾ ਹੀ ਨਹੀਂ ਪਤਾ ਹੈਗਾ? ਉਹ ਵਿਦਆਊਟ ਅਸੈਸਮੈਂਟ ਸੀ, ਉਹ ਵਿਦਆਊਟ ਅਸੈਸਮੈਂਟ ਸੀ ਔਰ ਇਮੀਡੀਏਟ ਰਿਲੀਫ ਫੰਡ ਸੀਗੇ। ਉਹਨਾਂ ਨੂੰ ਤੁਸੀਂ ਅਸੈਸਮੈਂਟ ਦੇ ਨਾਲ ਨਾ ਕਰੋ। ਇੱਥੋਂ ਤੱਕ ਪੰਜਾਬ ਸਰਕਾਰ ਨੇ ਤੁਸੀਂ ਕਹਿ ਰਹੇ ਹੋ ਵੀ 218 ਕਰੋੜ ਇੱਕ ਜ਼ਿਲ੍ਹੇ ਲਈ ਵੀ ਕਾਫੀ ਨਹੀਂ ਹੈ। ਇਟ ਮੀਨ ਆਪਾਂ 218 ਨੂੰ ਗੁਣਾ 23 ਕਰ ਦਈਏ, 218 ਗੁਣਾ 23 ਕਰ ਦਈਏ, ਇੰਨੀ ਕੁ ਰਕਮ ਆ ਜਾਏਗੀ ਪੰਜਾਬ ਲਈ। ਧਾਲੀਵਾਲ ਸਾਹਿਬ, ਉਹ 218 ਕਰੋੜ ਉਦੋਂ ਆਇਆ ਸੀ ਜਦੋਂ ਫਲੱਡਸ ਆ ਰਹੇ ਸੀ, ਉਦੋਂ ਜਦੋਂ ਰਾਹਤ ਸਮੱਗਰੀਆਂ ਚੱਲ ਰਹੀਆਂ ਸੀ। ਅਜੇ ਬਹੁਤ ਸੂਬਿਆਂ ਦੇ ਵਿੱਚ ਜਿਹੜਾ ਹੈਗਾ ਫਲੱਡਸ ਦਾ ਜਿਹੜਾ ਹੁਣ ਕੰਮ ਰੁਕਿਆ ਹੋਇਆ, ਹੁਣ ਉੱਥੇ ਕੰਮ ਚੱਲ ਰਹੇ ਨੇ, ਕਹਾਂਗੇ ਲਾਈਫ ਨੂੰ ਦੁਬਾਰਾ ਸਟਾਰਟ ਕਰਨ ਦੇ ਕੰਮ ਚੱਲ ਰਹੇ ਨੇ। ਸੋ ਇਸ ਕਰਕੇ 218 ਕਰੋੜ ਉਦੋਂ ਆਇਆ ਸੀ। ਸੋ ਇਸ ਕਰਕੇ ਜੋ ਵੀ ਇਸ ਵੇਲੇ ਮੈਕਸਿਮਮ, ਠੀਕ ਹੈ ਖੜਿਆਲ ਸਾਹਿਬ, ਅਗਲਾ ਕੋਈ ਸਵਾਲ ਪੁੱਛਣਾ ਚਾਹੁੰਦੇ ਆ? ਹਾਂਜੀ ਜੀ, ਮੈਂ ਸਵਾਲ ਪੁੱਛਿਆ ਸੀ ਉਹਦਾ ਜਵਾਬ ਨਹੀਂ ਆਇਆ ਕਿ ਭਾਜਪਾ ਦੇ ਪੰਜਾਬ ਦੇ ਯੂਨਿਟ ਨੇ ਪੈਸੇ ਜੇ ਘੱਟ ਆਏ ਹੈ, ਇੱਕ ਜ਼ਿਲ੍ਹੇ ਲਈ ਵੀ ਪੂਰੇ ਨਹੀਂ ਹੈ, ਫਿਰ ਥਿੰਡ ਸਾਹਿਬ ਕਿਉਂ ਨਹੀਂ ਤੁਸੀਂ ਵਿਰੋਧ ਕੀਤਾ?
ਆਪਦੀ ਹਾਈ ਕਮਾਂਡ ਦਾ ਕਿਉਂ ਨਹੀਂ ਆਲੋਚਨਾ ਕੀਤੀ? ਕੜਿਆਲ ਸਾਹਿਬ ਪੈਸੇ ਘੱਟ ਨਹੀਂ ਆਏ ਉਦੋਂ। ਮੈਂ ਫਿਰ ਕਹਿ ਰਿਹਾ ਤੁਸੀਂ ਨਹੀਂ ਕੜਿਆਲ ਸਾਹਿਬ ਮੈਂ ਨਾਲ ਦੀ ਨਾਲ ਵਿੱਚ ਨਾ ਬੋਲੋ ਤੈਨੂੰ ਸਾਹਿਬ, ਵਿੱਚ ਨਾ ਕਹਿਣ ਲਈ ਬੋਲੋ, ਮੈਂ ਤੁਹਾਨੂੰ ਟਾਈਮ ਵੀ ਦੇ ਦੂੰਗਾ। ਆਪਦੇ ਸਵਾਲ ਮੈਨੂੰ ਮੁਕੰਮਲ ਕਰ ਲੈ ਦਿਓ ਪਲੀਜ਼, ਉਹ ਤੋਂ ਬਾਅਦ ਜਵਾਬ ਦੇ ਦਿਓ। ਗੱਲ ਇਹ ਹੈ ਕਿ ਜੇ ਗਲਤ ਹੈ, ਤੁਸੀਂ ਆਪਦੇ ਮੂੰਹੋਂ ਕਹਿ ਰਹੇ ਹੋ, ਪ੍ਰਵਕਤਾ ਹੋ ਤੁਸੀਂ ਪੰਜਾਬ ਭਾਜਪਾ ਦੇ, ਤੇ ਮਤਲਬ ਤੁਹਾਡੀ ਪਾਰਟੀ ਦਾ ਇਹ ਸਟੈਂਡ ਹੈ ਪੰਜਾਬ ਬੀਜੇਪੀ ਦਾ, ਤੇ ਮੈਨੂੰ ਐ ਤਾਂ ਦੱਸ ਦਿਓ, ਜੇ ਤੁਹਾਡੀ ਕਹਿਣੀ ਤੇ ਕਥਨੀ ਦੇ ਵਿੱਚ ਫਰਕ ਨਹੀਂ ਹੈ, ਤੁਹਾਡੇ ਦੋਹਰੇ ਮਾਪਦੰਡ ਨਹੀਂ ਹੈ, ਤਾਂ ਕੀਤਾ ਕੀ? ਸੈਂਟਰ ਨੂੰ ਤੁਸੀਂ ਕਿਹਾ ਇੱਕ ਦਫਾ ਵੀ ਤੁਸੀਂ ਮਤਰਈ ਵਾਲਾ ਸਲੂਕ ਕਰ ਰਹੇ ਹੋ, ਗਲਤ ਕਰ ਰਹੇ ਹੋ, ਤੇ ਜੇ ਕਿਹਾ ਤੇ ਉਹਦੇ ਬਾਵਜੂਦ ਉਹਨਾਂ ਨੇ ਫੇਰ ਨਹੀਂ ਪੈਸੇ ਭੇਜੇ, ਤਾਂ ਮਤਲਬ ਤੁਹਾਡੀ ਬੁੱਕਤ ਹੀ ਕੋਈ ਨਹੀਂ ਹੈ, ਤੁਹਾਡੀ ਵੈਲਿਊ ਕੋਈ ਨਹੀਂ ਕਰਦਾ, ਨਾ ਸੈਂਟਰ ਕਰੇ ਨਾ ਪੰਜਾਬ ਕਰੇ। ਦੂਜੀ ਗੱਲ ਹੁਣ ਅੱਜ ਆਪਾਂ ਆਮ ਆਦਮੀ ਪਾਰਟੀ ਤੇ ਆ ਜਾਈਏ। ਦੇਖੋ ਗੱਲ ਇਸ ਤਰ੍ਹਾਂ ਹੈ ਕਿ ਮੇਰਾ ਜਵਾਬ ਲੈ ਲਓ। ਮੈਂ ਇੱਕ ਸੈਕਿੰਡ ਜੀ ਕਾਈਂਡਲੀ, ਇਹ ਤੋਂ ਬਾਅਦ ਤੁਸੀਂ ਜਵਾਬ ਦੇ ਦਿਓ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਂ ਪੁੱਛਦਾ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਰਹੀ ਅਸੀਂ ਭੀਖ ਨਹੀਂ ਮੰਗਣੀ ਜੀ, ਸੈਂਟਰ ਤੋਂ ਅਸੀਂ ਭੀਖ ਕਿਉਂ ਮੰਗੀਏ? ਹੱਕ ਹੋਵੇ ਤਾਂ ਅਸੀਂ ਨਹੀਂ ਛੱਡਾਂਗੇ, ਭੀਖ ਨਹੀਂ ਲੇਕਿਨ ਮੰਗਾਂਗੇ। ਸੋ ਜੇ ਪੈਸਾ ਮੰਗਣਾ ਭੀਖ ਹੈ, ਫਿਰ ਆਰਡੀਐਫ ਦਾ ਪੈਸਾ ਕਿਉਂ ਮੰਗ ਰਹੇ ਹੋ? ਫਿਰ ਐਨਐਚਐਮ ਦਾ ਪੈਸਾ ਕਿਉਂ ਮੰਗ ਰਹੇ ਹੋ? ਫਿਰ ਬਜਟ ਦੇ ਵਿੱਚ ਪੈਸਾ ਕਿਉਂ ਮੰਗਦੇ ਹੋ? ਪੈਕੇਜ ਕਿਉਂ ਮੰਗਦੇ ਹੋ? ਫੰਡ ਕਿਉਂ ਮੰਗਦੇ ਹੋ? ਤੇ ਮਤਲਬ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੋਹਰੇ ਮਾਪਦੰਡ ਖੁੱਲੇਆਮ ਸ਼ਰੇਆਮ ਇਥੋਂ ਝਲਕਦੇ ਹੈ। ਜੇ ਤਾਂ ਆਰਡੀਐਫ ਦਾ ਐਨਐਚਐਮ ਦਾ ਹੋਰ ਪੈਸਾ ਮੰਗਣਾ ਸਾਡਾ ਹੱਕ ਹੈ, ਤੇ ਫਿਰ ਫਲੱਡ ਰਿਲੀਫ ਦਾ ਪੈਸਾ ਸਾਡਾ ਹੱਕ ਕਿਵੇਂ ਨਹੀਂ ਹੋਇਆ? ਜੇ ਫਲੱਡ ਰਿਲੀਫ ਦਾ ਪੈਸਾ ਭੀਖ ਹੈ, ਫਿਰ ਆਰਡੀਐਫ ਤੇ ਐਨਐਚਐਮ ਦਾ ਪੈਸਾ ਕਿਵੇਂ ਨਹੀਂ ਭੀਖ ਹੋਇਆ? ਦੂਜੀ ਗੱਲ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਂ ਪੁੱਛਦਾ ਹਾਂ, ਕਹਿ ਰਿਹਾ ਬਹੁਤ ਪੈਸੇ ਜੀ ਸਾਡੇ ਕੋਲ, ਅਸੀਂ ਕਿਉਂ ਹੱਥ ਅੱਡੀਏ? ਮੈਂ ਕਹਿੰਦਾ ਬੜੀ ਅੱਛੀ ਗੱਲ ਕੀਤੀ ਬਾਲ ਸਾਹਿਬ, ਜੇ ਇੰਨਾ ਪੈਸਾ ਹੈਗਾ ਤੇ ਦੇ ਦਿਓ, ਲੱਖ ਰੁਪਏ 1 ਏਕੜ ਪਿੱਛੇ ਦਿੱਤਾ। ਮੈਂ ਤੁਹਾਨੂੰ ਜਿਹੜਾ ਸਵਾਲ ਪੁੱਛਿਆ ਸੀ ਬਾਲ ਸਾਹਿਬ, ਤੁਹਾਡੀ ਸਰਕਾਰ ਨੇ ਐਡਵਰਟਾਈਜ਼ਿੰਗ ਹੁਣ ਤੱਕ ਬਹੁਤ ਕੀਤੀ ਹੈ, ਬਾਲ ਸਾਹਿਬ ਜਰਾ ਦੱਸ ਦਿਓ ਇੱਥੇ ਹੁਣ ਤੱਕ ਟੋਟਲ ਐਡਵਰਟਾਈਜ਼ਿੰਗ ਤੇ 1.5 ਸਾਲ ਦੇ ਵਿੱਚ ਤੇ ਆ 1.5 ਮਹੀਨੇ ਦੇ ਵਿੱਚ, ਜਦੋਂ ਭਗਵੰਤ ਮਾਨ ਸਾਹਿਬ ਜਾਂਦੇ ਆ ਲਾਈਫ ਜੈਕਟ ਪਾ ਕੇ, ਵੱਡੇ ਕੈਮਰਾਜ਼ ਰਿਕਾਰਡ ਕਰਦੇ ਆ, ਫਿਰ ਉਹ ਚੰਗੀ ਤਰ੍ਹਾਂ ਪਬਲਿਸ਼ ਹੁੰਦਾ ਹੈ, ਤੁਹਾਡੀ ਐਡਵਰਟਾਈਜ਼ਿੰਗ ਮਾਰਕੀਟਿੰਗ ਹੁੰਦੀ ਹੈ, ਇਹ ਤੇ ਪੈਸਾ ਕਿੰਨਾ ਖਰਚਾ ਗਿਆ 1.5 ਸਾਲ ਦੇ ਵਿੱਚ ਤੇ 1.5 ਮਹੀਨੇ ਦੇ ਵਿੱਚ? ਤੇ ਇਹ ਪੈਸਾ ਜਿੱਡੀ ਵੱਡੀ ਰਕਮ ਹੈ, ਜੇ ਪੰਜਾਬ ਦੇ ਲੋਕਾਂ ਨੂੰ ਮੁਆਵਜ਼ਾ ਦੇਣ ਤੇ ਲਾ ਦਿੰਦੇ ਤਾਂ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਸਵਰ ਜਾਂਦੀ, ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਜਲਣ ਲੱਗ ਜਾਂਦਾ। ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਖੀਰਲਾ ਸਵਾਲ ਇੰਨਾ ਹੀ ਹੈ ਕਿ ਤੁਸੀਂ ਕੌਨਫੀਡੈਂਸ ਮੋਸ਼ਨ ਸੱਦਣ ਲੱਗੇ ਤਾਂ ਲਾਇਆ ਸੀਗਾ 1 ਮਿੰਟ, ਜਿਹਦਾ ਪ੍ਰਾਵਧਾਨ ਵੀ ਨਹੀਂ ਹੈ, ਲੇਕਿਨ ਕੀ ਵਿਧਾਨ ਸਭਾ ਦਾ ਸੈਸ਼ਨ ਫਲੱਡ ਸਿਚੁਏਸ਼ਨ ਨੂੰ ਲੈ ਕੇ ਸੱਦਿਆ, ਆਲ ਪਾਰਟੀ ਮੀਟ ਬੁਲਾਈ। ਇੱਥੋਂ ਇਹ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦੀ ਪ੍ਰਾਇੋਰਟੀ ਪੰਜਾਬ ਜਾਂ ਪੰਜਾਬ ਦੇ ਲੋਕ ਨਹੀਂ, ਤਿਆਰ ਨੇ ਜੀ, ਉਹ ਤਿਆਰ ਨੇ, ਪੱਬਾਂ ਭਾਰ ਨੇ ਜਵਾਬ ਦੇਣ ਲਈ। ਛੱਤੀਸਗੜ੍ਹ ਜਾ ਰਹੇ ਹੈ ਜੀ ਭਗਵੰਤ ਮਾਨ ਸਾਹਿਬ। ਬਰਾੜ ਸਾਹਿਬ ਆਉਣਾ 1 ਮਿੰਟ ਜੀ, ਉਹਨਾਂ ਨੇ ਸਵਾਲ ਆਮ ਆਦਮੀ ਪਾਰਟੀ ਨੂੰ ਪਾਇਆ, ਜਵਾਬ ਲੈ ਲੈਣੇ ਆ। ਹਾਂਜੀ ਬਰਾੜ ਸਾਹਿਬ, ਆਪਣਾ ਬਾਦਲ ਸਾਹਿਬ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਖਡਿਆਲ ਸਾਹਿਬ ਨੂੰ ਇਹ ਦੱਸ ਦਿਆਂ ਕਿ ਮੁੱਖ ਮੰਤਰੀ ਜੀ ਨੇ ਕੀ ਕਿਹਾ ਸੀ। ਮੁੱਖ ਮੰਤਰੀ ਜੀ ਨੇ ਕਿਹਾ ਸੀ ਪੰਜਾਬੀ ਭੀਖ ਨਹੀਂ ਮੰਗਦਾ, ਪੰਜਾਬੀ ਆਪਣਾ ਹੱਕ ਮੰਗਦਾ ਹੈ। ਤੇ ਖਡਿਆਲ ਸਾਹਿਬ ਮੈਂ ਦੱਸ ਦਿਆਂ ਤੁਹਾਨੂੰ ਕਿ ਜਿਹੜੇ ਪੈਸੇ ਅਸੀਂ ਕੇਂਦਰ ਤੋਂ ਮੰਗਦੇ ਆ ਉਹ ਸਾਡਾ ਹੱਕ ਹੈ, ਟੈਕਸਾਂ ਰਾਹੀਂ ਜਾਂਦੇ ਹੈ। ਆਰਡੀਐਫ ਸਾਡਾ ਹੱਕ ਹੈ ਭਾਈ ਸਾਹਿਬ, ਸਾਡਾ ਐਨਐਚਐਮ ਸਾਡਾ ਹੱਕ ਹੈ। ਔਰ ਆ ਕੁਦਰਤੀ ਆਫਤਾ ਐਲਾਨ ਕਰੋ, ਅਸੀਂ ਆ ਪੈਸੇ ਵੰਡਾਂਗੇ। ਲੇਕਿਨ ਤੁਹਾਨੂੰ ਇਹ ਦੱਸ ਦਿਆਂ, ਇਹ ਖਡਿਆਲ ਸਾਹਿਬ ਪੁੱਛ ਰਹੇ ਨੇ, ਨਹੀਂ ਹੁਣ ਵਿੱਚ ਕੌਣ ਬੋਲ ਰਿਹਾ? ਦੇਖੋ ਮੈਂ ਚੁੱਪ ਕਰਕੇ ਬੈਠਾ ਸੀ, ਤੁਹਾਡੀ ਸੁਣੀ ਜਾਂਦਾ ਸੀ, ਹੁਣ ਮੈਨੂੰ ਵੀ ਮੌਕਾ ਦਿਓ, ਹੁਣ ਮੈਨੂੰ ਦੂਸਰੇ ਸਵਾਲ ਦਾ ਜਵਾਬ ਦੇਣ ਦਿਓ। ਤੁਸੀਂ ਜਿਹੜਾ ਕਹਿੰਦੇ ਹੋ ਕਿ ਐਡਵਰਟਾਈਜ਼ਿੰਗ ਕਰਦੇ ਨੇ, ਐਡਵਰਟਾਈਜ਼ਿੰਗ ਤਾਂ ਕਰਦੇ ਆ ਜੇ ਚੰਗੇ ਕੰਮ ਕਰਦੇ ਆ, ਕੋਈ ਨਵਾਂ ਕਦਮ ਚੱਕਦੇ ਆ, ਕੋਈ ਇਮਾਨਦਾਰੀ ਦੀ ਗੱਲ ਕਰਦੇ ਆ। ਤੁਸੀਂ ਕਾਹਦੀ ਐਡਵਰਟਾਈਜ਼ਿੰਗ ਖਡਿਆਲ ਸਾਹਿਬ ਕਰਨੀ ਸੀ? ਕੈਪਟਨ ਸਾਹਿਬ ਤੇ ਰੂਸਾ ਆਲਮ ਨੂੰ ਭਾ ਕੇ ਹੈਲੀਕਾਪਟਰਾਂ 'ਚ ਜੋਧਪੁਰ ਘੁੰਮਣ ਦੀ ਐਡਵਰਟਾਈਜ਼ਿੰਗ ਕਰਨੀ ਸੀ? ਮੈਂ ਤੁਹਾਨੂੰ ਇਹ ਦੱਸਦਾ, ਭਗਵੰਤ ਮਾਨ ਨੂੰ ਪੰਜਾਬ ਦੇ ਲੋਕ ਪਿਆਰ ਕਰਦੇ ਨੇ। ਖਡਿਆਲ ਸਾਹਿਬ ਦੇਖੋ ਮੇਰੀ ਬੇਨਤੀ ਹੈ, ਅੱਛਾ ਫਿਰ ਮੈਂ ਓਕੇ ਚਲੋ ਭਾਜਪਾ ਵਾਲੇ ਜਵਾਬ ਦੇ ਦੇਣਗੇ, ਖਡਿਆਲ ਸਾਹਿਬ ਭਾਜਪਾ ਵਾਲੇ ਮੇਰੀ ਬੇਨਤੀ ਸੁਣੋ। ਅੱਛਾ ਹੁਣ ਮੇਰੀ ਇੱਕ ਬੇਨਤੀ ਸੁਣ ਲਓ ਜੀ, ਬੜਾ ਜ਼ਰੂਰੀ ਗੱਲ ਹੈ, ਬੜੀ ਜ਼ਰੂਰੀ ਗੱਲ ਹੈ। ਇਹਨਾਂ ਨੇ ਕਿਹਾ ਜੀ, ਮੈਂ ਤੁਹਾਨੂੰ ਦੱਸਦਾ, ਰਵਨੀਤ ਬਰਾੜ ਜੀ ਨੇ ਕਿਹਾ ਕਿ ਦੇਖੋ ਕਿ ਆਪਣਾ ਹੱਕ ਮੰਗਣਾ ਲੋਕਤੰਤਰ ਵਿੱਚ ਗੁਨਾਹ ਹੋ ਗਿਆ।
ਇਹ ਵੀ ਸਵਾਲ ਆਪਣਾ ਚੱਕਿਆ ਗਿਆ ਸੀ। ਮੈਂ ਬਰਾੜ ਸਾਹਿਬ ਨੂੰ ਦੱਸਣਾ ਚਾਹੁੰਦਾ ਹੈ, ਅਸੀਂ ਕਿਸਾਨ ਬੰਦੀਆਂ ਨੂੰ ਕਿਹਾ ਸੀ, ਕਿਸਾਨ ਜਥੇਬੰਦੀਆਂ ਨੂੰ ਕਿਹਾ ਸੀ ਕਿ ਕਿਰਪਾ ਕਰਕੇ ਅਸੀਂ ਜਗ੍ਹਾ ਅਲਾਟ ਕਰਦੇ ਹਾਂ, ਕਿਸਾਨ ਜਥੇਬੰਦੀਆਂ ਉਸ ਜਗ੍ਹਾ ਤੇ ਆਪਣਾ ਹੱਕ ਮੰਗਣ, ਲੇਕਿਨ ਪੰਜਾਬ ਦੀਆਂ ਸੜਕਾਂ ਜਾਮ ਕਰਨੀਆਂ, ਪੰਜਾਬ ਦੇ ਸਾਰੇ ਰਸਤੇ ਬੰਦ ਕਰਦੇ ਨੇ, ਪੰਜਾਬ ਦੇ ਮਰੀਜ਼ ਖੜੇ ਹੈ, ਪੰਜਾਬ ਦੇ ਲੋਕ ਖੜੇ ਹੈ, ਤੇ ਦਿੱਕਤ ਕਿਹਨੂੰ ਆਉਂਦੀ ਹੈ? ਦਿੱਕਤ ਕਿਹਨੂੰ? ਜੇ ਪਹਿਲਾਂ ਹੜ ਮਾਰੇ ਤੇ ਫਿਰ ਉਸ ਤੋਂ ਬਾਅਦ ਹਸਪਤਾਲ ਜਾਣ ਤੋਂ ਵੀ ਰੋਕੋਗੇ ਉਹਨਾਂ ਨੂੰ। ਸਾਡਾ ਹੱਕ ਹੈ ਬਲ ਸਾਹਿਬ, ਤੁਸੀਂ ਕਿਹਾ ਆਰਡੀਐਫ ਤੇ ਐਨਐਚਐਮ ਸਾਡਾ ਹੱਕ ਹੈ, ਤੇ ਫਿਰ ਫਲੱਡ ਰਿਲੀਫ ਦਾ ਪੈਸਾ ਮੁਆਵਜ਼ਾ ਸਾਡਾ ਹੱਕ ਕਿਵੇਂ ਨਹੀਂ ਹੈ, ਇਹ ਦੱਸ ਦਿਓ। ਐਨਡੀਐਫ ਦਾ ਮੈਂ ਕਹਿ ਰਿਹਾ ਨੈਸ਼ਨਲ ਕਲੈਮਿਟੀ ਫੰਡ, ਅਸੀਂ ਕਿਹਾ ਸਾਡੇ ਕੋਲੇ ਹੈਗਾ, ਸਾਨੂੰ ਵਰਤਨ ਤਾਂ ਦਿਓ, ਸਾਨੂੰ ਡਬਲ ਤਾਂ ਕਰਨ ਦਿਓ, ਪਰਮਿਸ਼ਨ ਨਹੀਂ ਮਿਲ ਰਹੀ। ਦੇਖੋ ਪਰਮਿਸ਼ਨ ਨਹੀਂ ਮਿਲ ਰਹੀ। ਮੈਂ ਦੱਸਦਾ, ਧਾਲੀਵਾਲ ਸਾਹਿਬ ਬਾਦਲ ਸਾਹਿਬ ਕੋਲ ਇੱਕ ਲੈਟਰ ਮੰਗ ਲਓ ਜਿਹਦੇ ਚ ਇਹਨਾਂ ਨੇ ਇਹ ਗੱਲ, ਪੰਜਾਬ ਸਰਕਾਰ ਨੇ ਖੁਦ ਇਹਨੂੰ ਡਿਜ਼ਾਸਟਰ ਜਿਹੜਾ ਹੈਗਾ ਘੋਸ਼ਿਤ ਕਰ ਦਿੱਤਾ, ਨੈਚੁਰਲ ਡਿਜ਼ਾਸਟਰ ਇਹਨੂੰ ਘੋਸ਼ਿਤ ਕੀਤਾ, ਅਜੇ ਤੱਕ ਨਹੀਂ ਕੀਤਾ ਇਹਨਾਂ ਨੇ। ਇਹ ਤਾਂ ਮੰਨ ਦੇਖੋ, ਪੰਜਾਬ ਸਰਕਾਰ ਨੇ ਵੀ ਜਿਹੜੇ ਹੁੰਦੇ, ਦੇਖੋ ਹਰ ਇੱਕ ਚੀਜ਼ ਦੀ ਹੁੰਦੇ ਫਾਇਲ ਦਿੱਤਾ। ਇਹ ਗੱਲ ਕਹਿ ਰਹੇ ਆ ਕਿ ਅਸੀਂ ਲਿਖਤੀ ਮੰਗ ਕੀਤੀ ਹੈ। ਅਸੀਂ ਜਦੋਂ ਕੇਂਦਰੀ ਟੀਮ ਆਈ ਸੀ ਧਾਲੀਵਾਲ ਸਾਹਿਬ, ਅਸੀਂ ਸਾਰੇ ਮਹਿਕਮਿਆਂ ਦੇ ਸੈਕਟਰੀ ਆਲੇ ਦੁਆਲੇ ਬਾਤੇ ਸੀ, ਕੋਈ ਇੱਕ ਡਿਪਾਰਟਮੈਂਟ ਨਹੀਂ ਸੀ ਰਿਹਾ, ਉਹਨਾਂ ਦੀ ਸਿੱਧੀ ਮੀਟਿੰਗ ਕਰਾਈ, ਹਰ ਮਹਿਕਮੇ ਨੇ ਪ੍ਰੈਜੈਂਟੇਸ਼ਨ ਦਿੱਤੀ, ਸਾਡਾ ਇੰਨਾ ਨੁਕਸਾਨ ਹੋਇਆ, PWD ਨੇ ਕਿਹਾ ਸਾਡੇ ਇੰਨੀਆਂ ਸੜਕਾਂ ਟੁੱਟੀਆਂ, ਬਿਜਲੀ ਬੋਰਡ ਨੇ ਕਿਹਾ ਸਾਡਾ ਇੰਨਾ ਨੁਕਸਾਨ ਹੋਇਆ। ਉਸ ਤੋਂ ਬਾਅਦ ਉਹ ਕਹਿੰਦੇ ਜੀ ਅਸੀਂ ਜਾ ਕੇ ਰਿਪੋਰਟ ਦੇਵਾਂਗੇ, ਔਰ ਅੱਜ ਰਿਪੋਰਟ ਆਉਂਦੀ ਹੈ। ਮਹੀਨੇ ਚ ਕਿੰਨੇ ਲੋਕਾਂ ਨੂੰ ਮੁਆਵਜ਼ਾ ਦਿੱਤਾ? 1.5 ਮਹੀਨੇ ਦੇ ਵਿੱਚ? ਨਹੀਂ, ਮੈਂ ਇੱਥੇ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਇੱਕ ਮਿੰਟ ਜਵਾਬ ਦੇ ਦੇਣ ਉਹਨਾਂ ਨੂੰ ਪਲੀਜ਼। 1.5 ਮਹੀਨੇ ਚ ਕਿੰਨੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਬਲ ਸਾਹਿਬ? ਦੇਖੋ, ਅਸੀਂ 15 ਅਗਸਤ ਤੋਂ ਮੁਆਵਜ਼ਾ ਵੰਡਣਾ ਸ਼ੁਰੂ ਕੀਤਾ ਹੈ। ਮੇਰੇ ਕੋਲੇ ਇਸ ਟਾਈਮ ਕੋਈ ਅੰਕੜਾ ਨਹੀਂ ਕਿ ਕਿੰਨਾ ਮੁਆਵਜ਼ਾ ਗਿਆ ਹੈ। ਸ਼ਾਇਦ ਆਪਾਂ ਗੱਲਾਂ ਕਰ ਰਹੇ ਹਾਂ, ਆਨਲਾਈਨ ਫੰਡ ਪੈ ਰਿਹਾ ਹੈ, ਅਸੀਂ ਆਨਲਾਈਨ ਖਾਤਿਆਂ 'ਚ ਪੈਸੇ ਪਾ ਰਹੇ ਹਾਂ। ਖੜਿਆਲ ਸਾਹਿਬ, ਕਿਸਾਨ ਆਗੂ ਬਰਾੜ ਸਾਹਿਬ ਕੁਝ ਕਹਿਣਾ ਚਾਹ ਰਹੇ, ਬਰਾੜ ਸਾਹਿਬ ਦਾ ਵੀ ਸਵਾਲ ਲੈ ਲਈਏ। ਕਿਸੇ ਕਿਸਾਨ ਆਗੂ ਕੈਪਟਨ ਸਾਹਿਬ ਤੇ ਇਲਜ਼ਾਮ ਲਾਇਆ, ਉਹਨਾਂ ਦੇ ਐਕਸ਼ਨ ਕੀ ਹੈ? ਧਾਲੀਵਾਲ ਸਾਹਿਬ, ਮੇਰਾ ਤਾਂ ਜਿਹੜਾ ਸਵਾਲ ਹੈ, ਇਹ ਕਹਿੰਦੇ ਵੀ ਫੰਡ ਦੀ ਪਰਮਿਸ਼ਨ ਨਹੀਂ, ਫੰਡ ਵਰਤਨ ਦੀ ਪਰਮਿਸ਼ਨ ਨਹੀਂ, ਬਲ ਸਾਹਿਬ ਨੇ ਕਿਹਾ। ਤੇ ਜਿਹੜਾ ਲਾਠੀਚਾਰਜ ਦੀ ਪਰਮਿਸ਼ਨ ਹੈ ਬਲ ਸਾਹਿਬ, ਉਹ ਫਿਰ ਕਿੱਥੋਂ ਆ ਜਾਂਦੀ ਹੈ? ਦੂਸਰੀ ਗੱਲ, ਬਲ ਸਾਹਿਬ ਨੂੰ ਚਲੋ ਜੇ ਤੁਸੀਂ ਅੱਜ ਤੱਕ ਤੁਸੀਂ ਨਹੀਂ ਪੈਸੇ ਪਾ ਸਕੇ, ਤੁਸੀਂ ਕਹਿੰਦੇ ਅਸੀਂ ਗਿਰਦਾਵਰੀ ਕਰਾ ਰਹੇ ਹਾਂ, ਕੀ ਬਾਦਲ ਸਾਹਿਬ ਮੇਰੇ ਸਵਾਲਾਂ ਦੇ ਜਵਾਬ ਜ਼ਰੂਰ ਲੈ ਦਿਓ ਧਾਲੀਵਾਲ ਸਾਹਿਬ, ਕੀ ਗਿਰਦਾਵਰੀ ਕੰਪਲੀਟ ਹੋਗੀ? ਤੀਸਰਾ ਸਵਾਲ ਇਹ ਹੈ, ਜੇ ਕੰਪਲੀਟ ਹੋਗੀ ਤਾਂ ਕਿੰਨੇ ਦਿਨਾਂ 'ਚ ਕਿਸਾਨ ਨੂੰ ਕਿੰਨਾ ਮੁਆਵਜ਼ਾ ਦੇ ਦਿਓਗੇ ਪਰ ਏਕੜ? ਚੌਥਾ ਸਵਾਲ ਮੇਰਾ ਇਹ ਹੈ ਵੀ ਜੇ ਗਿਰਦਾਵਰੀ ਅਜੇ ਨਹੀਂ ਕੰਪਲੀਟ ਹੋਈ ਤੇ ਜਿਹੜਾ ਤੁਸੀਂ ਸਟਬਲ ਬਰਨਿੰਗ ਵੇਲੇ ਜੰਤਰ ਛੱਡਦੇ ਹੁੰਦੇ ਆ ਸੈਟੇਲਾਈਟ, ਉਹ ਛੱਡ ਕੇ ਤੇ ਕਿਸਾਨ ਦੀ ਤੁਹਾਨੂੰ ਪਤਾ ਲੱਗ ਜੂ ਵੀ ਕਿੱਥੇ ਕਿੱਥੇ ਕਿੰਨਾ ਕੁ ਪਾਣੀ ਫਿਰਦਾ। ਪੰਜਵੀਂ ਗੱਲ ਇਹ ਹੈ ਵੀ ਇਹ ਕਹਿੰਦੇ ਵੀ ਸਾਨੂੰ ਇਹ ਨਹੀਂ ਪਤਾ। ਦੇਖੋ ਧਾਲੀਵਾਲ ਸਾਹਿਬ, ਜਦੋਂ ਤੁਸੀਂ ਪਿੰਡ ਦਾ ਨਾਂ ਲਾਓ, ਖੜਿਆਲ ਸਾਹਿਬ ਨੇ ਕਿਹਾ 1400 ਪਿੰਡ ਜਮਾ ਤਬਾਹ ਹੋ ਗਿਆ, 1400 ਤੋਂ ਜ਼ਿਆਦਾ। ਉਹ 1400 ਪਿੰਡਾਂ ਨੂੰ ਤਾਂ ਦੇ ਦਿਓ, ਬਾਕੀ ਤੁਸੀਂ ਗਿਰਦਾਵਰੀ ਕਰੀ ਜਾਇਓ। ਲੈਂਡ ਮੈਪਿੰਗ ਆਲਰੇਡੀ ਕਿਸਾਨ ਦੀ ਹੋਈ ਵੀ ਹੈ, ਜਿਹਦੇ ਥਰੂ ਸਾਨੂੰ ਪੇਮੈਂਟ ਹੁੰਦੀ ਹੈ। ਜੇ ਕਿਸੇ ਕੋਲੇ 3 ਏਕੜ ਹੈ ਜਾਂ 5 ਏਕੜ ਹੈ, ਉਹ ਲੈਂਡ ਮੈਪਿੰਗ ਮਾਰਕੀਟ ਕਮੇਟੀ ਵਿੱਚ ਹੋਈ ਵੀ ਹੈ। ਪਿੰਡਾਂ ਦੇ ਹਰ ਕਿਸਾਨ ਦਾ ਪਤਾ ਲੱਗ ਜੂ, ਫਿਰ ਗਿਰਦਾਵਰੀ ਦਾ ਕੀ ਉਹਦੇ ਤੁਕ ਬਣਦਾ। ਸੋ ਇਹਨਾਂ ਦੇ ਮੇਰੇ ਪਲੀਜ਼ ਆਨਸਰ ਜ਼ਰੂਰ ਲੈ ਦਿਓ। ਠੀਕ ਹੈ ਬਰਾੜ ਸਾਹਿਬ ਜਵਾਬ ਦਿਓ ਇਹਨਾਂ ਦਾ। ਮੈਂ ਜਵਾਬ ਦਿੰਦਾ ਜੀ। ਸਭ ਤੋਂ ਪਹਿਲਾਂ ਤਾਂ ਮੈਂ ਬਰਾੜ ਸਾਹਿਬ ਨੂੰ ਦੱਸਾਂ ਕਿ ਗਿਰਦਾਵਰੀ ਨਹੀਂ, ਇਹ ਸਪੈਸ਼ਲ ਗਿਰਦਾਵਰੀ ਹੈ। ਮੁੱਖ ਮੰਤਰੀ ਨੇ ਬਹੁਤ ਵਾਰ ਦੱਸਤਾ, ਜਿਹੜੀ ਗਿਰਦਾਵਰੀ ਹੈ ਉਹ ਕੱਲੀ ਫਸਲ ਦੀ ਹੁੰਦੀ ਹੈ, ਜਿਹੜੀ ਸਪੈਸ਼ਲ ਗਿਰਦਾਵਰੀ ਹੈ ਉਹ ਘਰਾਂ ਦੀ, ਪਸ਼ੂਆਂ ਦੀ ਔਰ ਬਾਕੀ ਨੁਕਸਾਨ ਦੀ ਵੀ ਹੁੰਦੀ ਹੈ। ਇਹ ਕਹਿੰਦੇ ਕਿ ਜਿਹੜੇ ਜੰਤਰ ਉੱਤੋਂ ਸੈਟੇਲਾਈਟ ਤੋਂ ਤੁਸੀਂ ਫਸਲ ਦਾ ਦੇਖ ਸਕਦੇ ਹੋ, ਅਸੀਂ ਕੱਲੀ ਫਸਲ ਦਾ ਨਹੀਂ, ਅਸੀਂ ਘਰਾਂ ਦਾ ਵੀ ਨੁਕਸਾਨ ਹੋਇਆ। ਬਹੁਤ ਲੋਕਾਂ ਦੇ ਘਰਾਂ 'ਚ ਜਿਵੇਂ ਤੁਸੀਂ ਦੱਸਿਆ ਹੈ ਕਿ ਪਾਣੀ ਦੇ ਨਾਲ ਮਿੱਟੀ ਔਰ ਉਹ ਸੈਂਡ ਵੀ ਆ ਗਿਆ ਹੈ, ਔਰ ਇਸ ਕਰਕੇ ਅਸੀਂ ਇੱਕ ਚੀਜ਼ ਦੀ ਜਿਹੜੀ ਦੇਖੋ ਡਿਟੇਲਡ, ਇੱਕ ਦੋ ਚੀਜ਼ਾਂ ਨਹੀਂ ਹੋਣਗੀਆਂ ਧਾਲੀਵਾਲ ਸਾਹਿਬ। ਮੈਂ ਡਿਬੇਟ ਤੇ ਬੈਠ ਕੇ ਇਹ ਗੱਲ ਕਹਿ ਰਿਹਾ, 2 ਚੀਜ਼ਾਂ ਹਰਗਿਜ਼ ਨਹੀਂ ਹੋਣਗੀਆਂ। ਨੰਬਰ 1 ਤਾਂ ਤੁਸੀਂ ਇਹ ਨਹੀਂ ਦੇਖੋਗੇ ਵੀ ਕਿਸੇ ਅਨਡਿਜ਼ਰਵਿੰਗ ਬੰਦੇ ਨੂੰ ਕੋਈ ਮੁਆਵਜ਼ਾ ਮਿਲੂਗਾ, ਇਹ ਬਿਲਕੁਲ ਨਹੀਂ ਹੋਊਗਾ ਕਿ ਕਿਸੇ ਪਾਰਟੀ ਦੇ ਕਿਸੇ ਆਗੂ ਦੀ ਜਾਂ ਕਿਸੇ ਹਲਕਾ ਇੰਚਾਰਜ ਦੀ ਜੇਬ 'ਚ 1 ਰੁਪਿਆ ਵੀ ਜਾਊਗਾ। ਨੰਬਰ 2 ਤੇ ਜਿਹਦਾ ਜੈਨੂਇਨ ਨੁਕਸਾਨ ਹੋਇਆ ਉਹਦੀ ਪੂਰੀ ਭਰਪਾਈ ਕਰਾਂਗੇ। ਤੁਸੀਂ ਸਪੈਸ਼ਲ ਗਿਰਦਾਵਰੀ ਅਜੇ ਚੱਲ ਰਹੀ ਹੈ। ਮੈਂ ਤਾਂ ਇਹ ਪੁੱਛਦੇ ਸੀ ਕਿ ਹੋ ਗਈ ਹੈ ਕਿ ਚੱਲ ਰਹੀ ਹੈ, ਮੈਂ ਤੁਹਾਨੂੰ ਦੱਸਾਂ ਅਜੇ ਚੱਲ ਰਹੀ ਹੈ। ਕਿਉਂ ਕਰਕੇ ਜਿਹੜਾ ਦੂਸਰੀ ਵਾਰ ਪਾਣੀ ਆਇਆ, ਇਹਦੇ ਨਾਲ ਖਾਸ ਕਰਕੇ ਮਾਝੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਔਰ ਇਹ ਪਾਣੀ ਬਿਨਾਂ ਬਾਰਿਸ਼ ਤੋਂ ਪੰਜਾਬ ਵਿੱਚ ਬਾਰਿਸ਼ ਨਹੀਂ ਸੀ ਹੋਈ। ਸੋ ਮੈਂ ਆਪਣੇ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਹੈ
ਕਿ ਕਿਰਪਾ ਕਰਕੇ ਬਿਲਕੁਲ ਕੋਈ ਟੈਨਸ਼ਨ ਜਾਂ ਆਪਣੇ ਤੇ ਬੋਝ ਨਾ ਰੱਖਿਓ। ਪੰਜਾਬ ਸਰਕਾਰ ਚੁਰਾਹੇ ਤੇ ਖੜ ਕੇ ਵਿਕ ਜੂਗੀ, ਲੇਕਿਨ ਕਿਸਾਨ ਨੂੰ ਪੂਰਾ ਮੁਆਵਜ਼ਾ ਦੇਊਗੀ। ਹਾਂਜੀ ਬਰਾੜ ਸਾਹਿਬ, ਸੈਟੀਸਫਾਈ ਹੋ? ਮੈਂ ਤਾਂ ਇੱਕ ਗੱਲ ਪੁੱਛਣਾ ਚਾਹੁੰਦਾ ਜੀ, ਇਹ ਤਾਂ ਜਿੰਨੇ ਵਾਰ ਡਿਬੇਟ ਹੁੰਦੀ ਹੈ, ਗਿਰਦਾਵਰੀ ਚੱਲਦੀ ਆਈ ਹੈ, ਸ਼ਾਇਦ ਹੋਰ ਵੀ 2-4 ਮਹੀਨੇ ਚੱਲੂਗੀ, ਫਿਰ ਅਗਲੀ ਫਸਲ ਦੀ ਅਸੀਂ ਬਜਾਨ ਕਰ ਲਾਂਗੇ ਤੇ ਉਸ ਤੋਂ ਬਾਅਦ ਉਹ ਪਤਾ ਨਹੀਂ ਲੱਗਣਾ ਵੀ ਕਿੱਥੇ ਕੀ ਸੀਗਾ। ਦੂਸਰੀ ਗੱਲ, ਬਾਲ ਸਾਹਿਬ ਨੇ ਚੰਗੀ ਗੱਲ ਕੀਤੀ, ਮੈਂ ਸ਼ਲਾਘਾ ਕਰਦਾ ਵੀ ਜੇ ਕਿਸਾਨ ਨੂੰ ਸਿੱਧੇ ਪੈਸੇ ਮਿਲਣਗੇ ਚੰਗੀ ਗੱਲ ਆ ਬਾਲ ਸਾਹਿਬ, ਬੜਾ ਵਧੀਆ, ਅਸੀਂ ਤਾਂ ਉਹਨੂੰ ਐਪਰੀਸ਼ੀਏਟ ਕਰਾਂਗੇ, ਕਿਉਂਕਿ ਜ਼ਰੂਰ ਜੇ ਕਿਤੇ ਪਹਿਲਾਂ ਜਿਹੜੇ ਲੂਪ ਸੀਗੇ ਉਹ ਤੁਸੀਂ ਫੁੱਲਫਿਲ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਕਰ ਰਹੇ ਹੋ। ਤੀਸਰੀ ਗੱਲ, ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਬਾਦਲ ਸਾਹਿਬ, ਕੀ ਇੰਟਰਮ ਰਿਲੀਫ ਦਾ ਕੋਈ ਸ਼ਬਦ ਨਹੀਂ ਹੁੰਦਾ ਡਿਜ਼ਾਸਟਰ ਮੈਨੇਜਮੈਂਟ ਵਿੱਚ ਵੀ ਫੌਰੀ ਰਾਹਤ ਆਪਾਂ ਦੇ ਸਕੀਏ? ਕਿਸਾਨ ਨੂੰ ਅੱਜ ਤੁਸੀਂ 10-10 ਹਜ਼ਾਰ ਰੁਪਇਆ ਤਾਂ ਦੇ ਦਿਓ, ਤੁਸੀਂ ਮਜ਼ਦੂਰ ਨੂੰ ਤਾਂ ਦੇ ਦਿਓ 5-5 ਹਜ਼ਾਰ। ਇਹਦੇ ਬਾਰੇ ਵੀ ਮੇਰੇ ਜ਼ਿਹਨ 'ਚ ਸਵਾਲ ਸੀ, ਮੈਂ ਕਰਨਾ ਚਾਹੁੰਦਾ ਸੀ, ਕਿਉਂਕਿ ਗੱਲ ਇਹ ਹੈ ਕਿ ਇੱਕ ਫਸਲ ਖਰਾਬ ਹੋਈ ਤਾਂ ਜ਼ਿਮੀਂਦਾਰ ਕਈ ਸਾਲ ਪਿੱਛੇ ਪੈ ਜਾਂਦਾ। ਮਿਸਾਲ ਦੇ ਤੌਰ ਤੇ ਹੁਣ ਉਹਨੇ ਦੁਬਾਰਾ ਕੋਈ ਯੋਜਨਾਬੰਦੀ ਕਰਨੀ ਹੈ, ਉਹਨੇ ਕੱਦੂ ਕਰਨਾ ਹੈ ਜਾਂ ਨਹੀਂ ਵੀ ਕਰਨਾ, ਜਾਂ ਖੇਤ ਵਾਹੁਣਾ ਹੈ ਜਾਂ ਮਿੱਟੀ ਚੱਕਣੀ ਹੈ, ਉਹ ਆੜ੍ਹਤੀਏ ਕੋਲੇ ਜਾਊਗਾ, ਉਹਨੂੰ ਪੈਸੇ ਰੁਪਈਆ ਸੈਂਕੜਾ 2 ਰੁਪਏ ਸੈਂਕੜੇ ਵਿਆਜ ਤੇ ਚੱਕਣੇ ਪੈਣਗੇ, ਉਹਨੂੰ ਤਾਂ ਮਾਰ ਤੇ ਮਾਰ ਹੈ। ਬਿਲਕੁਲ ਠੀਕ ਹੈ, ਮੈਂ ਇਹ ਬਿਲਕੁਲ ਐਗਰੀ ਕਰਦਾ ਤੁਹਾਡੇ ਨਾਲ ਕਿ ਕਿਸਾਨ ਨੂੰ ਅੱਜ ਬਹੁਤ ਲੋੜ ਹੈ ਮੁਆਵਜ਼ੇ ਦੀ, ਇਹਦੇ 'ਚ ਕੋਈ ਦੋ ਰਾਏ ਨਹੀਂ, ਔਰ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਮੈਂ ਐਸ਼ੋਰੈਂਸ ਦੇਣੀ ਚਾਹੁੰਦਾ ਹੈ ਕਿ ਅਗਲੇ ਚੰਦ ਦਿਨਾਂ ਦੇ ਅੰਦਰ, ਇਹ ਮਹੀਨਿਆਂ ਦੀ ਗੱਲ ਨਹੀਂ ਗੀ, ਚੰਦ ਦਿਨਾਂ ਦੇ ਅੰਦਰ ਮੁੱਖ ਮੰਤਰੀ ਜੀ ਮੁਆਵਜ਼ਾ ਪਾਉਣਾ ਸ਼ੁਰੂ ਜਿਹੜਾ ਕੀਤਾ ਹੋਇਆ 15 ਅਗਸਤ ਤੋਂ ਅਸੀਂ ਪ੍ਰੋਪਰ ਵੇ ਦੇ ਨਾਲ ਪਾਵਾਂਗੇ। ਤੁਸੀਂ ਇੰਟਰਮ ਰਿਲੀਫ ਦੀ ਗੱਲ ਕੀਤੀ ਹੈ, ਬਹੁਤ ਵੱਡੀਆਂ ਮਜਬੂਰੀਆਂ ਹੈ। ਕਾਰਨ ਕੀ ਹੈ ਨਵਜੋਤ ਜੀ, ਕਿ ਜਿੰਨਾ ਅਲੱਗ-ਅਲੱਗ ਤਰੀਕੇ ਦਾ ਨੁਕਸਾਨ ਹੋਇਆ ਹੈ, ਕਿਸੇ ਦਾ ਜਾਨੀ ਨੁਕਸਾਨ ਹੋਇਆ, ਕਿਸੇ ਦਾ ਘਰ ਦਾ ਹੋਇਆ, ਕਿਸੇ ਦਾ ਪਸ਼ੂ ਦਾ ਹੋਇਆ, ਕਿਸੇ ਦਾ ਸਾਰੇ ਕਾਸੇ ਦਾ ਹੋਇਆ ਹੈ। ਸੋ ਇੰਟਰਮ ਰਿਲੀਫ ਵੀ ਕੈਲਕੂਲੇਟ ਕਰਨ ਦਾ ਜਿਹੜਾ ਥੋੜਾ ਸਮਾਂ ਲੱਗ ਰਿਹਾ ਹੈ, ਥੋੜਾ ਸਾਨੂੰ ਸਮਾਂ ਸਰਕਾਰ ਨੂੰ ਦਿਓ। ਇਹ ਟਾਈਮ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ ਦਾ ਹੈ। ਕਿਸਾਨ ਜਥੇਬੰਦੀਆਂ ਨੂੰ ਮੈਂ ਫਿਰ ਅਪੀਲ ਕਰੂੰਗਾ ਕਿ ਦੇਖੋ, ਕਿਰਪਾ ਕਰਕੇ ਅੱਜ ਮੁੱਖ ਮੰਤਰੀ ਜੀ ਨਾਲ ਮੋਢਾ ਜੋੜ ਕੇ ਕਿਰਪਾ ਕਰਕੇ ਸਾਡਾ ਸਾਥ ਦਿਓ। ਇਸ ਤੇ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਨਾ ਕਰੋ। ਅਸੀਂ ਬਾਦਲ ਸਾਹਿਬ, ਰਾਜਨੀਤੀ ਕੌਣ ਕਰ ਰਿਹਾ ਜੀ? ਰਾਜਨੀਤੀ ਅਸੀਂ ਕਿੱਥੋਂ ਕਰ ਲਾਂਗੇ? ਰਾਜਨੀਤੀ ਅਸੀਂ ਤਾਂ ਸਬਰ ਕਰੀ ਬੈਠੇ। ਇੱਕ ਏਕੜ ਪਿੱਛੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਤੱਕ ਕਿੰਨਾ ਦਿੱਤਾ ਮੁਆਵਜ਼ਾ ਤੇ ਅੱਗੇ ਇੱਕ ਏਕੜ ਪਿੱਛੇ ਕਿੰਨਾ ਦੋਗੇ, ਸਪਸ਼ਟ ਕਰ ਦਿਓ। ਖਡਿਆਲ ਸਾਹਿਬ, ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ 17,000 ਦੀ ਪ੍ਰੋਵੀਜ਼ਨ ਹੈ ਔਰ ਅਸੀਂ ਉਹਨੂੰ ਡਬਲ ਕਰਨ ਦੀ 34,000 ਪ੍ਰਤੀ ਏਕੜ ਦਾ ਪਰਮਿਸ਼ਨ ਮੰਗੀ ਹੋਈ ਹੈ। ਜੇ ਸਾਨੂੰ ਮਿਲਦੀ ਹੈ ਤਾਂ ਅਸੀਂ ਡਬਲ ਕਰਕੇ ਮੁਆਵਜ਼ਾ ਫਸਲ ਦਾ ਸਿਰਫ ਏਕੜ ਦਾ 34,000 ਰੁਪਇਆ ਦੇ ਹਿਸਾਬ ਨਾਲ ਅਸੀਂ ਮੰਗੀ ਹੋਈ ਹੈ। ਲੇਕਿਨ ਹੁਣ ਤੁਸੀਂ ਇਸ ਗੱਲ ਦੇ ਇਹਨੂੰ ਰਾਜਨੀਤਿਕ ਤਰੀਕੇ ਨਾਲ ਇਹਨੂੰ ਨਾ ਕਰੋ। ਕਹਿੰਦੇ ਪਰਮਿਸ਼ਨ ਕਿਸ ਤੋਂ ਲੈ ਰਹੇ ਹੋ? ਅਸੀਂ ਕੇਂਦਰ ਸਰਕਾਰ ਜਿਹੜੀ ਨੈਸ਼ਨਲ ਡਿਜ਼ਾਸਟਰ ਰਿਲੀਫ ਦੀ ਮਾਪਦੰਡ ਹੈ, ਮੈਂ ਫੇਰ ਦੁਬਾਰਾ ਦੱਸਣਾ ਚਾਹੁੰਦਾ ਹੈ, ਨੈਸ਼ਨਲ ਡਿਜ਼ਾਸਟਰ ਰਿਲੀਫ ਦੇ ਮਾਪਦੰਡ ਕੇਂਦਰ ਨੇ ਸਾਰੇ ਦੇਸ਼ ਲਈ ਤੈਅ ਕੀਤੇ ਹੋਏ ਹੈ ਔਰ ਉਹਨਾਂ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ। ਜਿਵੇਂ ਜਿਨ੍ਹਾਂ ਨੇ ਪੈਂਟਾਂ ਸਿਉਈਆਂ ਹੁੰਦੀਆਂ ਨਾ, ਉਹਨਾਂ ਨੇ ਵਿੱਚ ਇੱਕ ਜ਼ਿਪ ਰੱਖੀ ਹੁੰਦੀ ਹੈ, ਜ਼ਿਪ, ਉਹ ਜ਼ਿਪ ਅਸੀਂ ਪੈਂਟ ਤੋਂ ਬਾਹਰ ਨਹੀਂ ਆ ਸਕਦੇ। ਇਹ ਕੇਂਦਰ ਸਰਕਾਰ ਦੇ ਹੱਥ ਵਿੱਚ ਹੈ। ਬਾਲ ਸਾਹਿਬ, ਹੁਣੇ ਭੀਖ ਨਹੀਂ ਹੈ, ਹੁਣ ਪਹਿਲਾਂ ਇਹਨੂੰ ਭੀਖ ਦੱਸੋ। ਇਹ ਸਾਡਾ ਹੱਕ ਹੈ ਖਡਿਆਲ ਜੀ, ਇਹ ਆਪਣਾ ਹੱਕ ਹੈ, ਸਾਡਾ ਨਹੀਂ। ਤੁਸੀਂ ਵੀ ਨਾਲ ਹੋ, ਇਹ ਆਪਣਾ ਪੰਜਾਬੀਆਂ ਦਾ ਹੱਕ ਹੈ, ਇਹ ਆਪਣਾ ਪੰਜਾਬੀਆਂ ਦਾ ਹੱਕ ਹੈ। ਆਓ ਕੇਂਦਰ ਤੋਂ ਲਈਏ, ਆਓ ਥਿੰਦ ਸਾਹਿਬ ਨੂੰ ਵੀ ਨਾਲ ਲਈਏ, ਸਾਰੇ ਇਕੱਠੇ ਹੋ ਕੇ ਹੱਕ ਮੰਗੀਏ। ਬਾਲ ਸਾਹਿਬ, ਤੁਸੀਂ ਬਿਲਕੁਲ ਸਹੀ ਕਹੇ, ਸਾਡਾ ਹੱਕ ਹੈ। ਭਗਵੰਤ ਮਾਨ ਸਾਹਿਬ ਨੂੰ ਵੀ ਦੱਸੋ ਕਿ ਇਹ ਸਾਡਾ ਹੱਕ ਹੈ, ਇਹ ਭੀਖ ਨਹੀਂ ਹੈ। ਸਾਰੇ ਸੂਬੇ ਮੰਗਦੇ ਆ, ਸਾਰੇ ਸੂਬੇ ਨੂੰ ਪੈਸਾ ਮਿਲਦਾ। ਮਾਨ ਸਾਹਿਬ ਨੇ ਤਾਂ ਪਹਿਲਾਂ ਹੀ ਕਿਹਾ ਪੰਜਾਬੀ ਭੀਖ ਨਹੀਂ ਮੰਗਦੇ। कि सीएम साहब ने या फाइनेंस मिनिस्टर जी ने पीएम साहब को टाइम लिया, किसी केंद्रीय मंत्री को इस चीज वास्ते टाइम लिया, या सिर्फ चिट्ठी या ट्वीट ਨਹੀਂ ਥਿੰਦ ਸਾਹਿਬ, ਇਹਦਾ ਮਤਲਬ ਸਾਨੂੰ ਪੈਰੀ ਹੱਥ ਲਾਉਣ ਦੀ ਲੋੜ ਹੈ। ਅਸੀਂ ਪ੍ਰਧਾਨ ਮੰਤਰੀ ਦੇ ਪੈਰਾਂ 'ਚ ਪਈਏ, ਫੇਰ ਪੰਜਾਬੀਆਂ ਨੂੰ ਮੁਆਵਜ਼ਾ ਮਿਲੂਗਾ। ਅਸੀਂ ਪੱਗਾਂ ਲਾ ਕੇ ਰੱਖੀਏ ਉਹਨਾਂ ਦੇ ਪੈਰਾਂ ਵਿੱਚ, ਫੇਰ ਮੁਆਵਜ਼ਾ ਮਿਲੂਗਾ। ਇਹਦਾ ਮਤਲਬ ਪੰਜਾਬ ਹਿੱਸਾ ਨਹੀਂ ਦੇਸ਼ ਦਾ। ਜਿਹੜਾ ਪੰਜਾਬੀ ਮਰਦਾ ਹੈ, ਜਿਹੜਾ ਬਾਰਡਰ ਤੇ ਮਰਦਾ ਹੈ, ਉਹਦੇ ਖੂਨ ਦਾ ਤੁਹਾਨੂੰ ਕੋਈ ਉਹਦਾ ਮੁੱਲ ਨਹੀਂ, ਬਲੀਦਾਨ ਦਾ, ਸ਼ਹੀਦਾਂ ਦੇ ਬਲੀਦਾਨ ਦਾ ਕੋਈ ਮੁੱਲ ਨਹੀਂ। 80 ਪੈਸੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਲੋਕ ਮਰਦੇ ਰਹੇ ਦੇਸ਼ ਵਾਸਤੇ, ਤੇ ਹੁਣ ਅਸੀਂ ਪੱਗਾਂ ਲਾ ਕੇ ਰੱਖੀਏ ਮੁਆਵਜ਼ੇ ਵਾਸਤੇ। ਬਾਦਲ ਸਾਹਿਬ ਇੱਕ ਸੈਕਿੰਡ,
ਉਹੀ ਆਮ ਆਦਮੀ ਪਾਰਟੀ ਇਹ ਗੱਲਾਂ ਕਿਉਂ ਕਰਦੀ ਹੈ ਕਿ ਸਾਡਾ ਪੈਰੀ ਹੱਥ ਲਾਉਣ ਵਾਲੀ ਗੱਲ ਕਰਦੀ ਹੈ? ਗਵਰਨਰ ਸਾਹਿਬ ਕੋਲ ਜਵਾਬ ਮੰਗਦੇ ਨੇ ਤਾਂ ਤੁਸੀਂ ਕਹਿੰਦੇ ਹੋ ਕਿ ਪੈਰੀ ਹੱਥ ਲਾਉਣ ਦੀ ਭੀਖ ਮੰਗਣੀ ਹੈ। ਪੀਐਮ ਸਾਹਿਬ ਲਾਉਂਦੀ ਹੈ ਪੈਰੀ ਹੱਥ ਲਾਉਣ ਦੀ ਗੱਲ ਆਉਂਦੀ ਹੈ। ਸਾਹਿਬ ਮੈਂ ਪੈਰੀ ਹੱਥ ਲਾਉਣ ਦੀ ਗੱਲ ਨਹੀਂ ਕੀਤੀ, ਮੈਂ ਪ੍ਰੋਟੋਕਾਲ ਪੁੱਛਿਆ ਹਰ ਇੱਕ ਚੀਜ਼ ਦੇ, ਜਿੱਦਾਂ ਤੁਸੀਂ ਕਿਹਾ ਕਿ ਕੇਂਦਰ ਦੇ ਇੱਕ ਨਵਾਂ ਕੇਂਦਰ ਵੱਲੋਂ ਇੱਕ ਜਿਹੜਾ ਹੈਗਾ ਪਲਾਨ ਬਣਾਇਆ ਜਾਂਦਾ, ਪ੍ਰੋਟੋਕਾਲ ਬਣਾਇਆ ਜਾਂਦਾ, ਉਹਦੇ ਤਰੀਕੇ ਨਾਲ ਕੰਮ ਹੁੰਦੇ ਆ। ਸੋ ਪ੍ਰੋਟੋਕਾਲ ਦਾ ਹਿੱਸਾ ਹੈ ਕਿ ਪ੍ਰਾਈਮ ਮਿਨਿਸਟਰ ਦੇ ਕੋਲ ਗੱਲ ਇਹ ਹੈ ਕਿ ਇਹ ਮੁੱਦਾ ਸੰਜੀਦਾ ਹੈ, ਮੁੱਦਾ ਬਹੁਤ ਸੰਜੀਦਾ। ਅਸੀਂ ਇਸ ਮੁੱਦੇ ਦੇ ਉੱਤੇ ਸਿਆਸਤ ਨਾ ਕਰੀਏ। ਅਖੀਰੀ ਮੇਰੇ ਬੋਲ ਇਹ ਆ ਕਿ ਕਿਸਾਨੀ ਮਸਲੇ ਤੇ ਜਦੋਂ ਵੀ ਕਦੋਂ ਵੀ ਕੋਈ ਸਿਆਸਤ ਕਰ ਰਿਹਾ ਹੈ ਜਾਂ ਸੌੜੀ ਸਿਆਸਤ ਕਰ ਰਿਹਾ, ਉਸ ਤੋਂ ਅਗਲਾ ਸ਼ਬਦ, ਉਸ ਤੋਂ ਅਗਲਾ ਲਫ਼ਜ਼ ਵਰਤ ਰਿਹਾ, ਤਾਂ ਉਹ ਬੰਦੇ ਨੂੰ ਭੁਗਤਣੀਆਂ ਪਈਆਂ ਨੇ। ਸੌੜੀ ਸਿਆਸਤ ਕੋਈ ਵੀ ਪਾਰਟੀ, ਕੋਈ ਵੀ ਕਿਸਾਨ ਜਥੇਬੰਦੀ, ਕੋਈ ਵੀ ਆਮ ਬੰਦਾ, ਕੋਈ ਬੁਲਾਰਾ, ਕੋਈ ਵੀ ਜੇਕਰ ਕਰਦਾ ਤਾਂ ਉਹਨੂੰ ਭੁਗਤਣੀਆਂ ਪੈਣਗੀਆਂ, ਕਿਉਂਕਿ ਇਹ ਜਿਹੜਾ ਕਿਸਾਨ ਹੈ, ਇਹ ਜਿਹੜਾ ਆਪਣੀ ਫਸਲ ਨੂੰ ਪੈਦਾ ਕਰਦਾ ਹੈ, ਇਹ ਜਿਹੜਾ ਵਾਹੀ ਕਰਦਾ ਹੈ, ਇਹ ਨਾਨਕ ਦਾ ਪੈਰੋਕਾਰ ਹੈ। ਨਾਨਕ ਦੇ ਪੈਰੋਕਾਰਾਂ ਦੇ ਉੱਤੇ ਜੇਕਰ ਕੋਈ ਸੌੜੀ ਸਿਆਸਤ ਕਰੇਗਾ ਤੇ ਉਹਨੂੰ ਹਰਜਾਨੇ ਭੁਗਤਣੇ ਪੈਣਗੇ, ਚਾਹੇ ਉਹ ਸੱਤਾ 'ਚ ਬੈਠੇ ਹੋਣਗੇ, ਚਾਹੇ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਬੈਠੇ ਹੋਏ ਸਿਆਸਤਦਾਨ ਹੋਣਗੇ। ਔਰ ਇਸੇ ਉਮੀਦ ਨਾਲ ਇਸ ਚਰਚਾ ਨੂੰ ਇੱਥੇ ਵਿਰਾਮ ਦਿੰਦੇ ਹਾਂ ਕਿ ਤੁਸੀਂ ਸਭ ਇਕੱਠੇ ਹੋ ਕੇ, ਕਿਸਾਨ ਕੇਵਲ ਪੰਜਾਬ ਦਾ ਨਹੀਂ ਬਾਕੀ ਥਾਵਾਂ ਦਾ ਵੀ ਹੈ, ਜਿੱਥੇ ਨੁਕਸਾਨ ਹੋਇਆ ਉਹਨਾਂ ਦੇ ਭਰਪਾਈ ਹੋਣ, ਕਿਉਂਕਿ ਕਈ ਵਾਰੀ ਸਕੈਂਡਲ ਕਈ ਸਾਲਾਂ ਬਾਅਦ ਨਿਕਲਦੇ ਆ, ਉੱਥੇ ਕਰੋੜਾਂ ਅਰਬਾਂ ਰੁਪਏ ਖਾ ਕੇ ਵੀ ਡਕਾਰ ਵੱਜ ਜਾਂਦੇ ਹੈ। ਬੈਂਕਾਂ ਉਹਨਾਂ ਨੂੰ ਰਿਲੀਫ ਵੀ ਦੇ ਦਿੰਦੀਆਂ ਨੇ, ਕਰਜ਼ਿਆਂ ਤੇ ਲੀਕ ਵੀ ਮਾਰ ਦਿੰਦੀਆਂ ਨੇ। ਇੱਕ ਵਾਰੀ ਉਹਨਾਂ ਵਾਸਤੇ ਵੀ ਦੇਖ ਲਓ ਜਿਹੜੇ ਕੋਈ ਚੋਰੀਆਂ ਠੱਗੀਆਂ ਨਹੀਂ ਕਰਦੇ, ਜਿਨ੍ਹਾਂ ਦਾ ਸਾਰਾ ਸਰਮਾਇਆ ਖੁੱਲ੍ਹੇ ਆਸਮਾਨ ਹੇਠੇ ਹੀ ਪਿਆ ਰਹਿੰਦਾ ਹੈ, ਜਿਨ੍ਹਾਂ ਕੋਲੇ ਕੋਈ ਤਿਜੋਰੀ ਵੀ ਨਹੀਂ ਹੁੰਦੀ, ਜਿਨ੍ਹਾਂ ਕੋਲੇ ਗੱਲੇ ਵੀ ਨਹੀਂ ਹੁੰਦੇ, ਜਿਨ੍ਹਾਂ ਦੇ ਕੋਲੇ ਬਟੂਏ ਵੀ ਨਹੀਂ ਹੁੰਦੇ, ਜਿਨ੍ਹਾਂ ਦੇ ਗੀਜੇ ਪਾਟੇ ਹੋਏ ਹੁੰਦੇ ਆ, ਉਹਨਾਂ ਲਈ ਵੀ ਸਰਕਾਰਾਂ ਕੁਝ ਕਰਕੇ ਦੇਖ ਲੈਣ। ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸੋ ਦੀ ਸਪੋਕਸਮੈਨ ਡਿਬੇਟ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।